सतनाम श्री वाहिगुरु जी। हम भीख पेहारी तेरे, तू निज पत है दाता। हो दयाल नाम देहु मंगत जन कौ, सदा रहो रंग राता। हों बलिहारै जाओ, साचे तेरे नाम विटहो। करण कारण सबना एकाए को, अवर न दूजा कोई। सतनाम श्री वाहिगुरु जी। श्लोक महला पहला। सबाही सालाह जिनी ध्याया एक मन, से पूरे साह वखता उपर लड़ मोए। सबाही सालाह जिनी ध्याया एक मन। वाहिगुरु जी का खालसा, वाहिगुरु जी की फतेह। सतगुरां दी साजी नवाजी, परम सन्मानयोग गुरु रूप खालसा साध संगत जीओ। सतगुरु जी ਦੀ परम ਕਿਰਪਾਲਤਾ ਦਾ ਸਦਕਾ ਜੋ ਹਜ਼ੂਰ ਦੀ ਅੰਮ੍ਰਿਤਮਈ ਮੁੱਖ ਵਾਗ ਪਰਮ ਪਵਿੱਤਰ ਧੁਰ ਕੀ ਬਾਣੀ ਦੀ ਲੜੀਵਾਰ ਵਿਚਾਰ ਆਰੰਭ ਹੈ। ਗੁਰੂ ਕਿਰਪਾ ਸਦਕਾ ਇਹ ਮਾਝ ਰਾਗ ਦੀ ਵਾਰ ਅੰਦਰ ਕਥਾ ਚੱਲ ਰਹੀ ਹੈ। 16 ਪੌੜੀਆਂ ਜੋ ਹਨ ਮਾਝ ਰਾਗ ਦੀ ਵਾਰ ਦੀਆਂ, ਇਹ ਹੁਣ ਤੱਕ ਹੋਈਆਂ ਹਨ। ਉਸ ਤੋਂ ਅੱਗੇ ਜੋ ਸਤਿਗੁਰੂ ਮਹਾਰਾਜ ਪਰਮ ਪਵਿੱਤਰ ਉਪਦੇਸ਼ ਬਖਸ਼ ਰਹੇ ਹਨ, ਗੁਰੂ ਕਿਰਪਾ ਸਦਕਾ ਵਿਚਾਰੀਏ ਸੁਣੀਏ। ਸ਼ਲੋਕ ਮਹੱਲਾ ਪਹਿਲਾ। ਸਿੱਖ ਧਰਮ ਦੇ ਬਾਨੀ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਸ਼ਲੋਕ ਹੈ। ਹਜ਼ੂਰ ਅੰਮ੍ਰਿਤ ਵੇਲੇ ਦੀ ਮਹਾਨਤਾ ਇੱਥੇ ਬਿਆਨ ਕਰ ਰਹੇ ਨੇ। ਸਾਡੇ ਦੇਸ਼ ਭਾਰਤ ਵਰਸ਼ ਦੇ ਅੰਦਰ ਪੁਰਾਤਨ ਸਮੇਂ ਤੋਂ ਹੀ ਅੰਮ੍ਰਿਤ ਵੇਲੇ ਦੇ ਸਮੇਂ ਨੂੰ ਭਜਨ ਕਰਨ ਵਾਸਤੇ ਚੰਗਾ ਸਮਝਿਆ ਜਾਂਦਾ ਰਿਹਾ। ਅੱਧੀ ਰਾਤ ਤੋਂ ਬਾਅਦ ਦਾ ਸਮਾਂ ਦਿਨ ਚੜ੍ਹਨ ਤੱਕ ਬ੍ਰਹਮ ਮੁਹੂਰਤ ਆਦਿਕ ਨਾਮ ਆਉਂਦੇ ਨੇ। ਸਤਿਗੁਰੂ ਨਾਨਕ ਦੇਵ ਜੀ ਨੇ ਇਹ ਰਾਤ ਦੇ ਚੌਥੇ ਪਹਿਰ ਦਾ ਨਾਮ ਅੰਮ੍ਰਿਤ ਵੇਲਾ ਰੱਖਿਆ। ਅੰਮ੍ਰਿਤ ਵੇਲਾ ਜਨਮ ਸਾਖੀ ਵਿੱਚ ਵੀ ਬਚਨ ਨੇ ਕਿ ਭਾਈ ਮਰਦਾਨਾ ਜੀ ਨੇ ਪੁੱਛਿਆ ਸੀ, ਮਹਾਰਾਜ ਰਾਤ ਦੇ ਚੌਥੇ ਪਹਿਰ ਨੂੰ ਆਪ ਜੀ ਅੰਮ੍ਰਿਤ ਵੇਲਾ ਕਿਉਂ ਕਹਿੰਦੇ ਹੋ? ਤਾਂ ਹਜ਼ੂਰ ਨੇ ਕਿਹਾ ਸੀ ਕਿ ਇਸ ਸਮੇਂ ਕਰਤਾਰ ਦੀ ਆਗਿਆ ਨਾਲ ਅਸੀਂ ਅੰਮ੍ਰਿਤ ਛੱਡਾਂਗੇ। ਜੋ ਰਸਨਾ ਨਾਲ ਵਾਹਿਗੁਰੂ ਦਾ ਭਜਨ ਕਰਦਾ ਹੋਵੇਗਾ, ਉਸ ਦੀ ਰਸਨਾ 'ਤੇ ਇਹ ਅੰਮ੍ਰਿਤ ਪਹੁੰਚ ਗਿਆ, ਭਜਨ ਕਰਨ ਵਾਲਿਆਂ ਦੀ ਰਸਨਾ 'ਤੇ ਅੰਮ੍ਰਿਤ ਪਹੁੰਚੇਗਾ ਤਾਂ ਉਹ ਤ੍ਰਿਪਤ ਹੋ ਜਾਇਆ ਕਰਨਗੇ। ਬੜੀ ਵੱਡੀ ਬਖਸ਼ਿਸ਼ ਹੋਇਆ ਕਰੇਗੀ ਇਸ ਵਾਸਤੇ ਕਿਉਂਕਿ ਉਦੋਂ ਬਿਰਤੀਆਂ ਦਾ ਖੰਡਾ ਨਹੀਂ ਹੁੰਦਾ ਅਤੇ ਮਨ ਚਿੱਤ ਸੌਖੇ ਢੰਗ ਨਾਲ ਇਕਾਗਰ ਹੋ ਜਾਂਦੇ ਨੇ। ਚਾਰ ਚੁਫੇਰੇ ਸ਼ਾਂਤੀ ਹੁੰਦੀ ਹੈ, ਚੁੱਪ ਹੁੰਦੀ ਹੈ, ਰੌਲਾ ਰੱਪਾ ਨਹੀਂ ਹੁੰਦਾ ਅਤੇ ਉਸ ਵੇਲੇ ਨੂੰ ਬੜਾ ਸਲਾਹਿਆ ਗਿਆ। ਸੋ ਇਸ ਕਰਕੇ ਜਿਵੇਂ ਜਪਜੀ ਸਾਹਿਬ ਅੰਦਰ ਵੀ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਹਰ ਅੰਮ੍ਰਿਤ ਵੇਲਾ ਵੱਤੈ ਕਾ ਬੀਜਿਆ ਭਗਤ ਖਾਏ, ਖਰਚ ਰਹਿ ਨਿਖੁਟੈ ਨਾਹੀਂ। ਬਹੁਤ ਵਚਨ ਸਤਿਗੁਰਾਂ ਨੇ ਆਪਣੀ ਪਵਿੱਤਰ ਬਾਣੀ 'ਚ ਮੁੱਖ ਵਾਕ ਵਚਨ ਕਹੇ ਹਨ। ਇੱਥੇ ਵੀ ਹਜ਼ੂਰ ਕਹਿ ਰਹੇ ਨੇ, ਸਬਾਹੀ ਸਲਾਹ ਜਿਨੀ ਧਿਆਇਆ ਇੱਕ ਮਨ। ਸਬਾਹੀ ਦਾ ਅਰਥ ਹੈ ਸੁਬਾਹ, ਸਵੇਰਾ, ਅੰਮ੍ਰਿਤ ਵੇਲਾ। ਉਸ ਵੇਲੇ ਜਿਹੜੇ ਪਰਮਾਤਮਾ ਦੀ ਸਲੋਹਤਾ ਕਰਦੇ ਹਨ ਔਰ ਜਿਨ੍ਹਾਂ ਨੇ ਇੱਕ ਮਨ ਹੋ ਕੇ, ਮਨ ਦੀ ਭਾਵ ਇਕਾਗਰਤਾ ਨਾਲ ਇੱਕ ਪਰਮਾਤਮਾ ਨੂੰ ਆਪਣੇ ਮਨ ਅੰਦਰ ਧਿਆਇਆ ਹੈ, ਸਿਮਰਿਆ ਹੈ, ਸੇ ਪੂਰੇ ਸਾਹ ਵਖਤਾ ਉੱਪਰ ਲੜ ਮੋਏ। ਵਕਤ ਦਾ ਅਰਥ ਹੈ ਸਮਾਂ, ਸਮੇਂ ਸਿਰ, ਵੇਲੇ ਸਿਰ। ਜਿਹੜੇ ਉਸ ਸਮੇਂ 'ਤੇ ਜਦੋਂ ਸਮਾਂ ਹੈ ਪਰਮੇਸ਼ਰ ਦੀ ਭਗਤੀ ਕਰਨ ਦਾ, ਉਸ ਵੇਲੇ ਆਪਣੇ ਮਨ ਦੇ ਨਾਲ ਜਿਨ੍ਹਾਂ ਨੇ ਲੜਾਈ ਕੀਤੀ ਹੈ, ਵਿਕਾਰਾਂ ਦੇ ਨਾਲ ਜਿਹੜੇ ਲੜੇ ਹਨ ਅਤੇ ਮੋਏ ਜੀਵਤ ਭਾਵ ਤੋਂ ਮਰ ਗਏ ਹਨ, ਆਪਣਾ ਹੰਕਾਰ ਮਾਰ ਲਿਆ ਹੈ। ਇਸ ਵਿਕਾਰਾਂ ਦੀ ਜੰਗ ਵਿੱਚ ਜਿਹੜੇ ਲੜ ਕੇ ਮੋਏ, ਵਿਕਾਰਾਂ ਦੀ ਜੰਗ ਨਾਲ ਲੜ ਕੇ ਮਰਨਾ ਕੀ ਹੈ? ਮਨ ਦਾ ਮਰਨਾ, ਮਨ ਵਿੱਚੋਂ ਵਿਕਾਰ ਮਰ ਜਾਣੇ। ਇਸ ਪ੍ਰਕਾਰ ਇਸ ਜੰਗ ਵਿੱਚ ਲੜ ਕੇ ਜਿਹੜੇ ਮਰੇ ਹਨ, ਸਹੀ ਪੂਰੇ ਸਾਹ, ਸਾਹ ਦਾ ਅਰਥ ਇੱਥੇ ਸ਼ਾਹ ਹੈ। ਸੋ ਜਿਹੜੇ ਇਸ ਜੰਗ ਵਿੱਚ ਲੜ ਕੇ ਜੀਵਤ ਭਾਵ ਤੋਂ ਮਰੇ, ਹੰਕਾਰ ਵੱਲੋਂ ਮਰੇ ਹਨ, ਉਹ ਪੂਰਨ ਸ਼ਾਹੂਕਾਰ ਹਨ।
ਭਾਵ ਪੂਰੇ ਭਾਂਡੇ ਹਨ, ਪੂਰਨ ਸੰਤ ਹਨ। ਦੂਜੇ ਬਹੁਤੇ ਰਾਹ ਮਨ ਕੀਆਂ ਮੱਤੀ ਖਿੰਡੀਆਂ। ਔਰ ਦੂਜਾ, ਇਸ ਸ਼ਬਦ ਦਾ ਅਰਥ ਸਾਰਿਆਂ ਵਿਦਵਾਨਾਂ ਨੇ ਦਿਨ ਦਾ ਦੂਜਾ ਪਹਿਰ ਕੀਤਾ ਵੀ ਜਦੋਂ ਦਿਨ ਚੜ੍ਹ ਜਾਂਦਾ ਅਤੇ ਉਸ ਵੇਲੇ ਮਨ ਦੀਆਂ ਜਿਹੜੀਆਂ ਮੱਤਾਂ ਹਨ, ਉਹ ਵਾਸ਼ਨਾਵਾਂ ਭਾਵ ਸੰਸਾਰ 'ਚ ਬਹੁਤੀਆਂ ਖਿੰਡ ਜਾਂਦੀਆਂ ਨੇ। ਮਨ ਵਾਸ਼ਨਾ ਦੇ ਹੜ੍ਹ ਵਿੱਚ ਰੁੜ ਜਾਂਦਾ ਹੈ ਅਤੇ ਬਹੁਤੇ ਰਾਹ ਮਨ ਬਣਾ ਲੈਂਦਾ, ਭਾਵ ਧੰਦਿਆਂ ਦੇ ਰਾਹ, ਖਿਆਲਾਂ ਦੇ ਰਾਹ ਬੜੇ ਬਣ ਜਾਂਦੇ ਨੇ। ਕਈ ਰਾਹਾਂ 'ਤੇ ਲੋਕ ਤੁਰ ਪੈਂਦੇ ਨੇ, ਕੰਮਾਂ ਧੰਦਿਆਂ 'ਚ ਰੁੱਝ ਜਾਂਦੇ ਹਨ। ਬਹੁਤ ਪਏ ਅਸਗਾਹ ਗੋਤੇ ਖਾਹੇ ਨਾ ਨਿਕਲੈ। ਬਹੁਤ ਲੋਕ, ਅਸਗਾਹ ਦਾ ਅਰਥ ਹੈ ਡੂੰਘਾ ਪਾਣੀ, ਸਮੁੰਦਰ। ਧੰਦਿਆਂ ਦੇ ਅਸਗਾਹ ਸਮੁੰਦਰ ਵਿੱਚ ਲੋਕ ਪੈ ਜਾਂਦੇ ਨੇ ਅਤੇ ਇਹਨਾਂ ਧੰਦਿਆਂ ਵਿੱਚ ਹੀ ਗੋਤੇ ਖਾਹੇ ਖਾਈ ਜਾਂਦੇ ਹਨ। ਨਾ ਨਿਕਲੈ, ਨਹੀਂ ਨਿਕਲਦੇ ਧੰਦਿਆਂ ਦੇ ਜੰਜਾਲ ਵਿੱਚੋਂ। ਮੋਹ ਮਮਤਾ ਮਾਇਆ ਦੇ ਸੰਸਾਰੀ ਕਾਰਜਾਂ ਦੇ ਜੰਜਾਲ ਵਿੱਚੋਂ ਨਿਕਲਦੇ ਨਹੀਂ ਹਨ। ਤੀਜਾ ਮੋਹੀ ਗਿਰਾਹ ਭੁੱਖ ਤਿਖਾ ਦੋਏ ਭੌਂਕੀਆਂ। ਜਦੋਂ ਤੀਜਾ ਪਹਿਰ ਹੋਇਆ ਤਾਂ ਉਸ ਵੇਲੇ ਭੁੱਖ ਅਤੇ ਤਿਖਾ, ਤ੍ਰੇਹ, ਪਿਆਸ, ਇਹ ਭੌਂਕ ਪੈਂਦੀਆਂ ਸਰੀਰ ਦੇ ਅੰਦਰੋਂ, ਮਤਲਬ ਚਮਕ ਪੈਂਦੀਆਂ ਹਨ। ਭੁੱਖ ਵੀ ਤਿੱਖੀ ਹੋ ਜਾਂਦੀ ਹੈ, ਤਿਖਾ ਜਿਹੜੀ ਪਿਆਸ ਆ ਵੀ ਬੜੀ ਪ੍ਰਬਲ ਹੋ ਜਾਂਦੀ ਹੈ। ਅਤੇ ਫਿਰ ਮੂੰਹ ਵਿੱਚ ਗਿਰਾਹ, ਰੋਟੀ ਦੀਆਂ ਬੁਰਕੀਆਂ ਪਾਉਣ ਲੱਗ ਜਾਈਦਾ, ਭਾਵ ਲੋਕ ਖਾਣ ਪੀਣ ਦੇ ਆਹਰ ਵਿੱਚ ਲੱਗ ਜਾਂਦੇ ਨੇ ਕਿਉਂਕਿ ਭੁੱਖ ਪਿਆਸ ਚਮਕ ਪੈਂਦੀਆਂ ਹਨ। ਖਾਧਾ ਹੋਏ ਸੁਆਹ ਭੀ ਖਾਣੇ ਸਿਉ ਦੋਸਤੀ। ਜਦੋਂ ਭੋਜਨ ਖਾਧਾ ਹੋਇਆ ਸਰੀਰ ਵਿੱਚ ਸੁਆਹ ਬਣ ਜਾਂਦਾ, ਮਲ ਵਿਸ਼ਟਾ ਆਦਿਕ ਬਣ ਜਾਂਦਾ, ਪਚ ਜਾਂਦਾ ਅਤੇ ਉਹਦਾ ਰਸ ਹੀ ਪਚਦਾ, ਬਾਕੀ ਤਾਂ ਸਾਰਾ ਫੋਕਟ ਜਿਹੜਾ ਹੈ ਉਹ ਬਣ ਜਾਂਦਾ, ਸੁਆਹ ਬਣ ਜਾਂਦਾ। ਭੀ ਖਾਣੇ ਸਿਉ ਦੋਸਤੀ, ਭੀ ਬੌੜੋ, ਫਿਰ ਹੋਰ ਖਾਣ ਦੀ ਭੁੱਖ ਲੱਗਦੀ ਹੈ, ਹੋਰ ਭੋਜਨ ਖਾਣ ਦੇ ਨਾਲ ਦੋਸਤੀ ਬਣ ਜਾਂਦੀ। ਇਹਨਾਂ 'ਚ ਹੀ ਰੁੱਝਾ ਰਹਿੰਦਾ ਮਨੁੱਖ। ਚੌਥਾ, ਆਈ ਊਂਘ ਅੱਖੀ ਮੀਟ ਪਵਾਰ ਗਿਆ। ਫਿਰ ਚੌਥੇ ਪਹਿਰ, ਚੌਥੇ ਸਮੇਂ 'ਚ ਇਹਨੂੰ ਊਂਘ ਆ ਜਾਂਦੀ ਹੈ। ਊਂਘ ਦਾ ਮਤਲਬ ਹੈ ਨੀਂਦ ਆ ਜਾਂਦੀ ਹੈ ਅਤੇ ਪਲਕਾਂ ਭਾਰੀਆਂ ਹੋ ਜਾਂਦੀਆਂ ਹਨ। ਅੱਖੀ ਮੀਟ ਪਵਾਰ ਗਿਆ, ਅੱਖਾਂ ਮੀਟ ਕੇ ਸੌਂ ਜਾਂਦਾ। ਅਤੇ ਪਵਾਰ ਗਿਆ ਸ਼ਬਦ ਤਾਂ ਵਰਤਿਆ, ਕਈ ਵਾਰੀ ਕੋਈ ਮਨੁੱਖ ਚੜ੍ਹਾਈ ਕਰ ਜਾਂਦਾ ਹੈ, ਜਮਦੂਤ ਲੈਣ ਆ ਜਾਂਦੇ ਨੇ, 2-4 ਪਹਿਰਾਂ ਬਾਅਦ ਫਿਰ ਉੱਠ ਪੈਂਦਾ, ਤਾਂ ਉਹ ਕਹਿੰਦੇ ਵੀ ਇੰਨੇ ਪਹਿਰ ਪਵਾਰਿਆ ਗਿਆ ਸੀ, ਭਾਵ ਮਰ ਗਿਆ ਸੀ ਅਤੇ ਫਿਰ ਮੁੜ ਆਇਆ। ਕਹਿੰਦੇ ਫਲਾਣਾ ਪਵਾਰਿਆ ਗਿਆ ਫਿਰ ਆ ਗਿਆ। ਸੋ ਇਸ ਪ੍ਰਕਾਰ ਭਾਵ ਮੁਰਦੇ ਦੀ ਨਿਆਈ ਹੋ ਜਾਂਦਾ ਮਨੁੱਖ। ਸੁੱਤੇ ਪਏ ਦੀ ਕੋਈ ਪੱਗ ਲੈ ਜਾਏ, ਜੁੱਤੀ ਲੈ ਜਾਏ, ਕੋਈ ਚੀਜ਼ ਚੁੱਕ ਕੇ ਲੈ ਜਾਏ, ਇਹਨੂੰ ਪਤਾ ਹੀ ਨਹੀਂ ਲੱਗਦਾ। ਸੁੱਤੇ ਹੋਏ ਮਨੁੱਖ ਨੂੰ ਮੁਰਦੇ ਤੁਲ ਸਮਝਿਆ ਜਾਂਦਾ। ਇਸ ਤਰ੍ਹਾਂ ਇਹ ਮਰ ਗਿਆ ਸਮਝੋ, ਭਾਵ ਨੀਂਦ ਦੇ ਵਸੀਕਾਰ ਹੋ ਕੇ ਸੌਂ ਗਿਆ। ਭੀ ਉੱਠ ਰਚਿਓ ਨਵਾਦ ਸੈ ਵਰਿਆ ਕੀ ਪਿੜ ਬੱਧੀ। ਭੀ ਬੌੜੋ, ਫਿਰ ਸਵੇਰੇ ਉੱਠ ਕੇ, ਦਿਨ ਚੜ੍ਹੇ ਉੱਠ ਕੇ ਜਿਹੜੇ ਵਾਦ ਝਗੜੇ ਹਨ, ਸੰਸਾਰ ਦਾ ਪੌੜਾ ਕਜੀਆ ਹੈ, ਉਹਦੇ ਵਿੱਚ ਜੀਵ ਰਚ ਜਾਂਦੇ ਨੇ। ਅਤੇ ਸਹਿ ਵਰਿਆ ਕੀ ਪਿੜ ਬੱਧੀ, ਇਸ ਤਰ੍ਹਾਂ ਮਨ ਗਲਤਾਨ ਹੋ ਕੇ ਧੰਦਿਆਂ 'ਚ ਲੱਗਦੇ ਨੇ ਸੰਸਾਰ ਦੇ ਕਾਰਜਾਂ ਵਿੱਚ ਕਿ ਜਿਵੇਂ 100 ਵਰਿਆਂ ਦਾ ਜਿਹੜਾ ਇਸ ਨੇ ਬੰਨ ਨੂੰ ਬੰਨ੍ਹ ਲਿਆ ਹੈ। ਪਿੜ ਬੱਧੀ, ਅਖਾੜਾ, ਪਿੜ ਅਖਾੜਾ। ਸੋ ਇਸ ਪ੍ਰਕਾਰ ਧੰਦਿਆਂ 'ਚ ਇੰਨੇ ਗਲਤਾਨ ਹੋਏ ਕਿ ਜਿਵੇਂ ਸੈਂਕੜੇ ਵਰਿਆਂ ਤੱਕ ਇਸ ਦੁਨੀਆ ਵਿੱਚ ਹੀ ਜਿਉਂਦੇ ਰਹਿਣ। ਇਸ ਤਰ੍ਹਾਂ ਦਾ ਅਖਾੜਾ ਬੰਨ੍ਹ ਕੇ ਲੋਕ ਨਿਤਰੇ ਹੋਏ ਨੇ, ਕੰਮਾਂ ਧੰਦਿਆਂ 'ਚ ਵੜੇ ਹੋਏ ਨੇ। ਸਭੇ ਵੇਲਾ ਵਖਤ ਸਭ ਜੇ ਅੱਠੀ ਭਉ ਹੋਏ। ਜੇ ਰਾਤ ਦੇ ਚੌਥੇ ਪਹਿਰ ਅੰਮ੍ਰਿਤ ਵੇਲੇ ਵਾਹਿਗੁਰੂ ਦਾ ਭਜਨ ਕੀਤਾ ਜਾਏ ਅਤੇ ਸਾਰੇ ਵੇਲੇ ਅਤੇ ਸਾਰੇ ਵਕਤ ਸਮੇਂ, ਸਭੇ ਵੇਲਾ, ਸਾਰੀਆਂ ਘੜੀਆਂ, ਸਾਰੇ ਸਮੇਂ ਮਨੁੱਖ ਦੇ ਸਫਲੇ ਹੋ ਸਕਦੇ ਨੇ ਜੇ ਅੱਠੀ ਭਉ ਹੋਏ। ਜਿਹੜਾ ਅੰਮ੍ਰਿਤ ਵੇਲੇ ਦਾ ਭਜਨ ਕੀਤਾ ਹੋਇਆ ਉਹਦੇ ਨਾਲ ਹੋ ਸਕਦਾ ਇਹਦੇ ਹਿਰਦੇ ਅੰਦਰ 8 ਪਹਿਰਾਂ ਵਿੱਚ ਹੀ ਪਰਮੇਸ਼ਰ ਦਾ ਡਰ ਅਦਬ ਬਣਿਆ ਰਹੇ ਅਤੇ ਫਿਰ ਸਾਰੇ ਵੇਲੇ, ਸਾਰੇ ਵਕਤ, ਸਾਰੀਆਂ ਘੜੀਆਂ, ਸਮੇਂ ਸਫਲੇ ਹੋ ਸਕਦੇ ਨੇ। ਜੀਵਨ ਭਰ ਸਾਰਾ ਸਫਲਾ ਹੋ ਸਕਦਾ, ਸਾਰਾ ਜੀਵਨ। ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ। ਹਜ਼ੂਰ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਜਿਸ ਦੇ ਮਨ ਅੰਦਰ ਸਾਹਿਬ ਅਕਾਲ ਪੁਰਖ ਪਰਮਾਤਮਾ ਵਸ ਜਾਂਦਾ ਹੈ, ਉਸ ਦਾ ਸੱਚਾ ਨਾਵਣ, ਸੱਚਾ ਇਸ਼ਨਾਨ, ਭਾਵਾਤਮਕ ਇਸ਼ਨਾਨ,
ਮਨ ਦਾ ਇਸ਼ਨਾਨ ਹੋ ਜਾਂਦਾ ਹੈ, ਵਿਕਾਰ ਲੱਥ ਜਾਂਦੇ ਨੇ, ਮਨ ਧੁੱਪ ਜਾਂਦਾ। ਪਰਮਾਤਮਾ ਮਨ 'ਚ ਵਸ ਗਿਆ ਤੇ ਸੱਚਾ ਨਹਾਉਣ ਹੋ ਗਿਆ, ਸੱਚਾ ਇਸ਼ਨਾਨ ਪ੍ਰਾਪਤ ਹੋ ਗਿਆ, ਮੱਜਨ ਹੋ ਗਿਆ ਪੁਰਬਾਂ ਦਾ। ਮਹੱਲਾ ਦੂਜਾ। ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਮਿਲਦਾ ਜੁਲਦਾ ਅਗਲਾ ਸ਼ਲੋਕ ਹੈ। ਸਹੀ ਪੂਰੇ ਸਾਹ ਜਿਨੀ ਪੂਰਾ ਪਾਇਆ। ਹਜ਼ੂਰ ਕਹਿੰਦੇ ਨੇ ਵੀ ਜਿਨ੍ਹਾਂ ਨੇ ਪੂਰਨ ਪਰਮਾਤਮਾ ਨੂੰ ਪਾ ਲਿਆ ਹੈ, ਪ੍ਰਾਪਤ ਕਰ ਲਿਆ ਹੈ, ਉਹੀ ਪੂਰੇ ਸ਼ਾਹੂਕਾਰ ਹਨ, ਉਹੀ ਪੂਰੇ ਸ਼ਾਹ ਭਾਵ ਪੂਰੇ ਭਾਂਡੇ ਪੂਰੇ ਸੰਤ ਨੇ। ਅੱਠੀ ਵੇ ਪ੍ਰਵਾਹ ਰਹਿਣ ਇੱਕ ਤੈ ਰੰਗ। ਜਿਹੜੇ ਰਹਿੰਦੇ ਹਨ ਇੱਕ ਤੈ ਰੰਗ, ਉਹਨਾਂ ਜਿਨ੍ਹਾਂ ਇੱਕੋ ਰੰਗ ਭਗਤ ਸੋ ਜਾਣੋ। ਸੋ ਉਹਨਾਂ ਇੱਕੋ ਰੰਗ ਭਗਤ ਸੋ ਜਾਣੋ। ਉਹਨਾਂ ਦੇ ਮਨ ਅੰਦਰ ਇੱਕ ਤੈ ਰੰਗ, ਇੱਕ ਪ੍ਰਮਾਤਮਾ ਦਾ ਰੰਗ ਪ੍ਰੇਮ ਹੈ। ਜਿਹੜੇ ਰਹਿੰਦੇ ਹਨ ਇੱਕ ਪ੍ਰਮਾਤਮਾ ਦੇ ਰੰਗ ਪ੍ਰੇਮ ਆਨੰਦ ਵਿੱਚ ਹਮੇਸ਼ਾ, ਉਹ ਅੱਠੇ ਪਹਿਰਾਂ ਵਿੱਚ ਬੇਪਰਵਾਹ ਰਹਿੰਦੇ ਆ ਦੁਨੀਆ ਦੇ ਝਮੇਲਿਆਂ ਵੱਲੋਂ। ਉਹਨਾਂ ਨੂੰ ਕਿਸੇ ਦੀ ਮੁਥਾਜੀ ਨਹੀਂ, ਅਧੀਨਗੀ ਨਹੀਂ, ਕਿਸੇ ਦੀ ਕਾਣ ਕਣੌੜ ਨਹੀਂ, ਪਰਵਾਹ ਨਹੀਂ ਉਹ ਰੱਖਦੇ। ਜਿਹੜੇ ਇੱਕ ਪਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ ਰਹਿੰਦੇ ਨੇ। ਦਰਸ਼ਨ ਰੂਪ ਅਥਾ ਵਿਰਲੇ ਪਾਈਐ। ਇਹ ਸੰਸਾਰ ਵਿੱਚ ਉਹ ਵਿਰਲੇ ਪਾਏ ਜਾਂਦੇ ਨੇ, ਵਿਰਲੇ ਗਿਣੇ ਜਾਂਦੇ ਨੇ। ਜਿਹੜੇ ਅਥਾਹ ਸਰੂਪ ਜੋ ਪਰਮੇਸ਼ਰ ਹੈ, ਜਿਸ ਦਾ ਅਥਾਹ ਨਹੀਂ ਪਾਇਆ ਜਾਂਦਾ, ਉਸ ਦੇ ਬਹੁਤ ਮਹਾਨ ਰੂਪ ਜਿਹੜਾ ਉਹਦਾ ਸਰੂਪ ਹੈ, ਉਹਦੇ ਦਰਸ਼ਨਾਂ ਦੇ ਵਿੱਚ ਜਿਹੜੇ ਲੀਨ ਰਹਿੰਦੇ ਨੇ। ਦਰਸ਼ਨ ਰੂਪ ਅਥਾਹ ਸਰੂਪ ਪਰਮੇਸ਼ਰ ਦੇ ਸੁੰਦਰ ਪਵਿੱਤਰ ਸਰੂਪ ਦੇ ਦਰਸ਼ਨਾਂ ਵਿੱਚ ਜਿਹੜੇ ਲੀਨ ਰਹਿੰਦੇ ਨੇ, ਇਹੋ ਜਿਹੇ ਸੰਸਾਰ 'ਚ ਵਿਰਲੇ ਪਾਏ ਜਾਂਦੇ। ਕਰਮ ਪੂਰਾ ਗੁਰੂ ਪੂਰਾ ਜਾ ਕਾ ਬੋਲ। ਕਹਿੰਦੇ ਵਾਹਿਗੁਰੂ ਪਰਮਾਤਮਾ ਜੋ ਪੂਰਨ ਹੈ, ਉਸ ਦੀ ਕਰਮ ਪੂਰਨ ਬਖਸ਼ਿਸ਼ ਦੁਆਰਾ ਪੂਰਾ ਗੁਰੂ ਮਿਲ ਪੈਂਦਾ ਹੈ। ਜਿਸ ਗੁਰੂ ਵਿੱਚ ਕੋਈ ਅਧੂਰਾਪਣ ਨਹੀਂ, ਕੋਈ ਦੋਸ਼ ਨਹੀਂ, ਕੋਈ ਐਬ ਨਹੀਂ, ਵਿਕਾਰ ਨਹੀਂ, ਕੋਈ ਔਗਣ ਨਹੀਂ, ਕੋਈ ਪਾਪ ਨਹੀਂ, ਕੋਈ ਮੈਲ ਨਹੀਂ, ਐਸਾ ਪੂਰਾ ਗੁਰੂ ਪ੍ਰਾਪਤ ਹੁੰਦਾ ਹੈ। ਪੂਰਾ ਜਾ ਕਾ ਬੋਲ। ਜਿਸ ਗੁਰੂ ਮਹਾਰਾਜ ਜੀ ਦਾ ਬੋਲ, ਵਾਕ, ਬਚਨ, ਉਪਦੇਸ਼ ਪੂਰਨ ਹੈ, ਪੂਰਨ ਕਲਿਆਣਕਾਰੀ ਹੈ। ਨਾਨਕ ਪੂਰਾ ਜੇ ਕਰੇ ਘਟਾਇ ਨਾਹੀਂ ਤੋਲ। ਹਜ਼ੂਰ ਗੁਰੂ ਅੰਗਦ ਸਾਹਿਬ ਜੀ ਕਹਿ ਰਹੇ ਨੇ ਕਿ ਜੇ ਉਹ ਪਰਮਾਤਮਾ ਕਿਸੇ ਜੀਵ ਨੂੰ ਪੂਰਾ ਕਰ ਦਿੰਦਾ ਤਾਂ ਉਹ ਫਿਰ ਉਸ ਦਾ ਤੋਲ ਘਟਦਾ ਨਹੀਂ ਹੈ, ਉਹਦਾ ਤੋਲ ਵਜਨ ਪੂਰਾ ਹੁੰਦਾ ਹੈ। ਭਾਵ ਉਹ ਮੁਕੰਮਲ ਮਹਾਤਮਾ ਬਣ ਜਾਂਦਾ, ਮੁਕੰਮਲ ਸੰਤ ਬਣ ਜਾਂਦਾ ਹੈ। ਸੋ ਉਹਦਾ ਪੂਰਾ ਵਜਨ ਹੁੰਦਾ, ਕਿਸੇ ਪਾਸਿਓਂ ਵੀ ਉਹ ਘੱਟ ਨਹੀਂ ਹੁੰਦਾ। ਪੌੜੀ। ਸਤਿਗੁਰੂ ਪੌੜੀ ਰਾਹੀਂ ਉਪਦੇਸ਼ ਬਖਸ਼ ਰਹੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ। ਜਾਂ ਤੂੰ ਤਾ ਕਿਆ ਹੋਰ ਮੈਂ ਸੱਚ ਸੁਣਾਈ ਹੈ। ਦੋ ਤਰ੍ਹਾਂ ਨਾਲ ਇਸ ਪੰਕਤੀ ਦਾ ਅਰਥ ਕੀਤਾ ਵਿਦਵਾਨਾਂ। ਮੈਂ ਸੱਚ ਸੁਣਾਈ ਹੈ, ਹੇ ਵਾਹਿਗੁਰੂ ਮੈਂ ਸੱਚ ਕਹਿੰਦਾ ਹਾਂ। ਜਾਂ ਤੂੰ ਤਾਂ ਕਿਆ ਹੋਰ, ਜਦੋਂ ਤੂੰ ਮੇਰਾ ਹੈ, ਮੇਰੇ ਸਿਰ 'ਤੇ ਰਾਖਾ ਹੈ, ਰਖਵਾਲਾ ਹੈ, ਤਾਂ ਫਿਰ ਮੈਨੂੰ ਕਿਸੇ ਹੋਰ ਦੀ ਕੀ ਪਰਵਾਹ। ਦੂਜਾ ਅਰਥ ਇੰਝ ਹੈ, ਹੇ ਵਾਹਿਗੁਰੂ ਜੇ ਤੂੰ ਮੇਰੇ ਵੱਲ ਹੈ, ਤੂੰ ਮੇਰਾ ਰਖਵਾਲਾ ਹੈ, ਤਾਂ ਹੋਰ ਕੋਈ ਕਿਹਾ ਮੇਰੇ ਵਾਸਤੇ, ਹੋਰ ਮੈਂ ਕਿਸੇ ਦੀ ਕੀ ਪਰਵਾਹ ਕਰਨੀ। ਮੈਂ ਸੱਚ ਸੁਣਾਈ ਹੈ। ਸੱਚੇ ਪਾਤਸ਼ਾਹ ਕੇਵਲ ਤੇ ਕੇਵਲ ਮੈਨੂੰ ਆਪਣਾ ਸੱਚਾ ਨਾਮ ਹੀ ਸੁਣਾਓ ਮੇਰੇ ਕੰਨਾਂ 'ਚ, ਹੋਰ ਕੁਛ ਨਾ ਸੁਣਾਓ। ਮੁੱਠੀ ਧੰਦਾ ਚੋਰ ਮਹਿਲ ਨਾ ਪਾਈ ਹੈ। ਧੰਦੇ ਰੂਪੀ ਚੋਰ ਦੁਆਰਾ ਜਿਹੜੀ ਸ੍ਰਿਸ਼ਟੀ, ਜਿਹੜੀ ਲੁਕਾਈ ਜਾਂ ਕੋਈ ਵੀ ਜੀਵ ਰੂਪ ਇਸਤਰੀ ਮੁੱਠੀ ਲੁੱਟੀ ਗਈ ਹੈ। ਧੰਦੇ ਰੂਪੀ ਚੋਰ ਨੇ ਜਿਸ ਨੂੰ ਲੁੱਟ ਲਿਆ ਹੈ, ਮਹਿਲ ਨਾ ਪਾਈ ਹੈ। ਉਹ ਸਰੂਪ ਰੂਪੀ ਮਹੱਲ ਨੂੰ, ਵਾਹਿਗੁਰੂ ਦੇ ਚਰਨਾਂ ਵਿੱਚ ਥਾਂ ਨੂੰ ਪ੍ਰਾਪਤ ਨਹੀਂ ਕਰਦੇ। ਪਰਮਾਤਮਾ ਦੇ ਹਜ਼ੂਰੀ ਅੰਦਰ, ਪਰਮਾਤਮਾ ਦੀ ਦਰਗਾਹ ਵਿੱਚ, ਪਰਮਾਤਮਾ ਦੇ ਚਰਨਾਂ ਵਿੱਚ ਉਹਨੂੰ ਥਾਂ ਪ੍ਰਾਪਤ ਨਹੀਂ ਹੁੰਦੀ। ਜਿਹਨੂੰ ਧੰਦਿਆਂ ਰੂਪੀ ਚੋਰ ਨੇ ਲੁੱਟ ਲਿਆ ਹੈ, ਜਿਹਦਾ ਮਨ ਸੰਸਾਰ ਦੇ ਧੰਦੇ ਵਿੱਚ ਹੀ, ਕਜੀਏ ਪਵਾੜੇ ਵਿੱਚ, ਜੰਜਾਲ ਵਿੱਚ ਰਹਿੰਦਾ। ਇਨ੍ਹਾਂ ਚਿੱਤ ਕਠੋਰ ਸੇਵ ਗਵਾਈਆ। ਇਸ ਜੀਵ ਨੇ ਕਠੋਰ ਚਿੱਤ ਹੋਣ ਕਰਕੇ, ਚਿੱਤ ਕਰੜਾ ਹੈ, ਜਿਸ 'ਤੇ ਉਪਦੇਸ਼ ਦੀ ਸੱਟ ਦਾ ਅਸਰ ਹੀ ਨਹੀਂ ਹੁੰਦਾ। ਉਪਦੇਸ਼ ਰੂਪੀ ਸੱਟਾਂ ਜਿੰਨੀਆਂ ਮਾਰੀ ਜਾਓ, ਪੱਥਰ ਵਰਗਾ ਚਿੱਤ ਬਣਿਆ, ਕਠੋਰ ਚਿੱਤ ਹੈ, ਟੁੱਟਦਾ ਹੀ ਨਹੀਂ ਹੈ, ਪਰ ਦਰਵੀਭੂਤ ਨਹੀਂ ਹੁੰਦਾ। ਇਸ ਚਿੱਤ ਦੀ ਕਠੋਰਤਾ ਕਰਕੇ, ਕਠੋਰ ਚਿੱਤ ਹੋਣ ਕਰਕੇ ਇਸ ਜੀਵ ਨੇ ਸੇਵ ਗਵਾਈ ਹੈ। ਆਪਣੀ ਕੀਤੀ ਘਾਲ ਮਿਹਨਤ ਕਮਾਈ ਗਵਾ ਲੈਂਦਾ ਹੈ ਜੀ। ਜਿਤ ਘਟ ਸੱਚ ਨਾ ਪਾਏ ਸੋ ਭੰਨ ਕਢਾਈ ਹੈ।
ਜਿਤ ਘਟ ਸਿਰ ਦੇ ਅੰਦਰ। ਸੱਚ ਦੀ ਪ੍ਰਾਪਤੀ ਨਹੀਂ ਹੁੰਦੀ, ਉਹ ਜੀਵ ਫਿਰ ਦੁਬਾਰਾ ਭੱਜ ਕੇ ਘੜਿਆ ਜਾਂਦਾ, ਭਾਵ ਭੰਨ ਕੇ ਉਸ ਨੂੰ ਘੜਿਆ ਜਾਂਦਾ। ਭੰਨ ਕਢਾਈ ਹੈ, ਦੁਬਾਰਾ ਜੰਮਣ ਮਰਨ ਦੇ ਚੱਕਰ ਵਿੱਚ ਪਾਇਆ ਜਾਂਦਾ। ਜੰਮਦਾ ਹੈ, ਮਰਦਾ ਹੈ, ਜੰਮਦਾ ਹੈ, ਮਰਦਾ ਹੈ। ਕਿਉਂ ਕਰ ਪੂਰਾ ਵਟ ਤੋਲ ਤੁਲਾਈ ਹੈ। ਜਿਹੜਾ ਪਰਮੇਸ਼ਰ ਦਾ ਵੱਟਾ ਹੈ ਨਾ ਤੋਲਣ ਵਾਸਤੇ, ਉਹ ਪੂਰਾ ਹੈ। ਅਤੇ ਉਸ ਪੂਰੇ ਵੱਟੇ ਦੇ ਵਿੱਚ, ਵੱਟੇ ਦੇ ਨਾਲ ਕਿਸ ਤਰ੍ਹਾਂ ਤੋਲ ਵਿੱਚ ਪੂਰਾ ਤੁਲ ਸਕਦਾ ਉਹ ਜੀਵ, ਜਿੱਥੇ ਸੱਚ ਹੀ ਨਹੀਂ ਹੈ। ਪਰਮਾਤਮਾ ਦੇ ਕੋਲ ਹੈ ਸੱਚ ਦਾ ਪੂਰਨ ਵੱਟਾ। ਉਸ ਪੂਰੇ ਵੱਟੇ 'ਚ ਤੋਲ ਵਿੱਚ ਕਿਸ ਤਰ੍ਹਾਂ ਤੁਲ ਸਕਦਾ ਹੈ ਜੀ, ਪੂਰਾ ਨਹੀਂ ਉਤਰ ਸਕਦਾ। ਕੋਈ ਨਾ ਆਖਿਆ ਘੱਟ ਹਉਮੈ ਜਾਈਏ, ਪਰ ਜਿਸ ਦੇ ਹਿਰਦੇ ਅੰਦਰੋਂ ਹਉਮੈ ਚਲੀ ਜਾਂਦੀ ਹੈ, ਹੰਕਾਰ ਚਲਾ ਜਾਂਦਾ, ਗੁਰੂ ਉਪਦੇਸ਼ ਦੀ ਸੱਟ ਵੱਜਣ ਕਰਕੇ ਉਸ ਨੂੰ ਕੋਈ ਵੀ ਘੱਟ ਨਹੀਂ ਆਖਦਾ ਹੈ, ਉਹ ਪੂਰਾ ਹੋ ਜਾਂਦਾ। ਜਿਹਦੇ ਅੰਦਰੋਂ ਹਉਮੈ ਚਲੀ ਗਈ, ਮੁੱਕ ਗਈ, ਜੀਵਤ ਭਾਵ ਤੋਂ ਮਰ ਗਿਆ, ਉਹਨੂੰ ਕੋਈ ਘੱਟ ਨਹੀਂ ਆਖ ਸਕਦਾ। ਵਾਹਿਗੁਰੂ ਦੇ ਦਰ 'ਤੇ ਉਹ ਪੂਰਾ ਹੀ ਉਤਰਦਾ। ਲਈਨ ਖਰੇ ਪਰਖ ਦਰ ਬੀਨਾਈਐ। ਬੀਨਾ ਹੁੰਦਾ ਜੋ ਵੇਖਣ ਵਾਲਾ, ਬਹੁਤ ਬਰੀਕ ਨਜ਼ਰ ਨਾਲ ਵੇਖਣ ਵਾਲਾ, ਭਾਵ ਸਿਆਣਾ ਜੋ ਦਾਨਾ ਪਰਮਾਤਮਾ ਹੈ। ਉਸ ਦੇ ਦਰ 'ਤੇ ਜਿਹੜੇ ਖਰੇ ਲੋਕ ਨੇ ਉਹ ਪਰਖ ਲਏ ਜਾਂਦੇ ਨੇ, ਪਰਖ ਕੇ ਹੀ ਦੱਸਿਆ ਜਾਂਦਾ ਇਹ ਖਰੇ ਨੇ। ਪਰਮਾਤਮਾ ਦੀ ਪਰਖ ਕੋਈ ਅਧੂਰੀ ਨਹੀਂ ਹੈ ਕਿ ਖੋਟਿਆਂ ਨੂੰ ਖਰੇ ਜਾਣ ਲਵੇਗਾ, ਖਰਿਆਂ ਨੂੰ ਖੋਟੇ ਜਾਣ ਲਵੇਗਾ, ਨਹੀਂ। ਉੱਥੇ ਖਰੇ ਪਰਖ ਲਏ ਜਾਂਦੇ ਹਨ। ਵਾਹਿਗੁਰੂ ਦੇ ਸਿਆਣੇ ਪਰਮਾਤਮਾ ਦੇ ਦਰ 'ਤੇ ਪਰਖ ਕੇ ਖਰਿਆਂ ਨੂੰ ਹੀ ਸਤਿਕਾਰ ਮਿਲਦਾ। ਸੌਦਾ ਇੱਕ ਤਹੱਟ ਪੂਰਾ ਗੁਰ ਪਾਈ ਹੈ। ਇਹ ਸੌਦਾ ਜਿਹੜਾ ਸੱਚ ਦਾ ਸੌਦਾ ਹੈ ਨਾ, ਪਰਖ ਵਿੱਚ ਪੂਰੇ ਉਤਰਨ ਵਾਲਾ ਸੌਦਾ ਇੱਕੋ ਹੀ ਹੱਟੀ ਤੋਂ ਮਿਲਦਾ। ਗੁਰੂ ਦਰਬਾਰ ਦੀ ਜੋ ਸਤਸੰਗਤ ਹੈ, ਇਹ ਸਤਸੰਗਤ ਰੂਪੀ ਹੱਟੀ 'ਤੇ ਹੀ ਇਹ ਸੌਦਾ ਮਿਲਦਾ ਅਤੇ ਪੂਰਾ ਗੁਰ ਪਾਈ ਹੈ। ਇਸ ਹੱਟੀ ਦਾ ਵਾਰਸ ਪੂਰਾ ਗੁਰੂ ਹੈ। ਪੂਰਿਆਂ ਗੁਰਾਂ ਦੁਆਰਾ ਇਹ ਸੌਦਾ ਪ੍ਰਾਪਤ ਕੀਤਾ ਜਾਂਦਾ ਹੈ। ਸ਼ਲੋਕ ਮਹੱਲਾ ਦੂਜਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਲੋਕ ਉਚਾਰਦੇ ਨੇ। ਅੱਠੀਂ ਪਹਿਰੀ ਅੱਠ ਖੰਡ ਨਾਵਾ ਖੰਡ ਸਰੀਰ। ਦੋ ਤਰ੍ਹਾਂ ਨਾਲ ਇਸ ਪੰਕਤੀ ਦਾ ਅਰਥ ਕੀਤਾ ਗਿਆ। ਇਸ ਤਰ੍ਹਾਂ ਕੀਤਾ ਟਕਸਾਲੀ ਮਹਾਂਪੁਰਸ਼ਾਂ ਦਾਨਿਆਂ ਗਿਆਨੀਆਂ ਨੇ ਵੀ ਅੱਠੀਂ ਪਹਿਰੀ ਅੱਠ ਖੰਡ। ਅੱਠਾਂ ਪਹਿਰਾਂ ਦੇ ਵਿੱਚ ਜਿਹੜੇ ਅੱਠ ਨੇ ਨਾ, ਕਾਮ ਕ੍ਰੋਧ ਮੋਹ ਲੋਭ ਹੰਕਾਰ ਪੰਜ, ਅਤੇ ਤਿੰਨ ਗੁਣ ਮਾਇਆ ਦੇ, ਰਜੋ ਤਮੋ ਅਤੇ ਸਤੋ ਗੁਣ। ਤਾਮਸੀ ਸੁਭਾਅ ਬੁਰੇ ਕਰਮ ਕਰਨ ਵਾਲਾ, ਰਾਜਸੀ ਸੁਭਾਅ ਸੰਸਾਰਕ ਸੁੱਖਾਂ ਦੀ ਇੱਛਾ ਵਾਲਾ, ਐਸ਼ੋ ਇਸ਼ਰਤ ਮੰਨਣ ਵਾਲਾ, ਅਤੇ ਸਤੋ ਗੁਣੀ ਸੁਭਾਅ ਪੁੰਨ ਦਾਨ ਧਰਮ ਦੇ ਕਰਮ ਕਰਕੇ ਇਸ ਦੁਨੀਆ ਦੇ ਸੁੱਖ ਜਾਂ ਪਰਲੋਕ ਦੇ ਸੁੱਖਾਂ ਦੀ ਇੱਛਾ ਰੱਖਣ ਵਾਲਾ, ਇੱਛਾ ਸਹਿਤ ਜਿਹੜਾ ਦਾਨ ਪੁੰਨ ਆਦਿਕ ਕਰਨਾ, ਇਹ ਸਤੋ ਗੁਣੀ ਸੁਭਾਅ ਮੰਨਿਆ। ਇਹ ਹੈ ਤਿੰਨੇ ਮਾਇਆ ਦੇ ਸੁਭਾਅ। ਜਦੋਂ ਤੱਕ ਮਨੁੱਖ ਇਹਨਾਂ ਤਿੰਨਾਂ ਗੁਣਾਂ ਵਿੱਚ ਹੈ, ਮਾਇਆ ਵਿੱਚ ਹੀ ਹੈ। ਹਜ਼ੂਰ ਕਹਿੰਦੇ ਨੇ ਕਿ ਇਹ ਅੱਠਾਂ ਨੂੰ ਖੰਡ ਦੇ, ਇਹਨਾਂ ਸੁਭਾਵਾਂ ਨੂੰ ਮਾਰ ਦੇ, ਪੰਜਾਂ ਵਿਕਾਰਾਂ ਨੂੰ ਅਤੇ ਮਾਇਆ ਦੇ ਤਿੰਨਾਂ ਗੁਣਾਂ ਨੂੰ ਆਪਣੇ ਅੰਦਰੋਂ ਖਤਮ ਕਰ, ਖੰਡ ਕਰ, ਨਾਸ ਕਰ। ਨਾਵਾ ਖੰਡ ਸਰੀਰ, ਅਤੇ 9ਵੇਂ ਨੰਬਰ 'ਤੇ ਜਿਹੜਾ ਤੇਰਾ ਸਰੀਰ ਹੈ ਨਾ, ਦੇਹ, ਇਹਦਾ ਅਭਿਮਾਨ ਖੰਡਨ ਕਰ। ਸਰੀਰ ਨੂੰ ਖੰਡਣਾ ਮਤਲਬ ਇਸ ਦੇਹ ਤੋਂ ਪਰੇ ਹੋ ਜਾ। ਸਰੀਰ ਨੂੰ ਆਪਣਾ ਰੂਪ ਨਾ ਮੰਨ। ਦੇਹ ਅਧਿਆਸ, ਦੇਹ ਅਭਿਮਾਨ ਖੰਡ ਦੇ। ਔਰ ਇਸੇ ਤਰ੍ਹਾਂ ਦੂਜਾ ਅਰਥ ਜਿਹੜਾ ਕੀਤਾ ਵਿਦਵਾਨਾਂ ਨੇ, ਅੱਠੀਂ ਪਹਿਰੀ ਅੱਠ ਖੰਡ ਨਾਵਾ ਖੰਡ ਸਰੀਰ। ਜੇ ਧਰਤੀ ਦੇ 9 ਖੰਡ ਜਿਹੜੇ ਮੰਨੇ ਗਏ ਨੇ, ਉਹਨਾਂ ਵਿੱਚੋਂ 8 ਪਹਿਰ ਜਿਹੜੇ ਹਨ, ਇਹ 8 ਖੰਡ ਸਮਝ ਲਏ, ਅਤੇ ਨਾਵਾਂ ਖੰਡ ਸਰੀਰ। ਅਤੇ ਨਾਵਾਂ ਖੰਡ ਜਿਹੜਾ 9ਵਾਂ ਖੰਡ ਹੈ, ਉਹ ਇਸ ਸਰੀਰ ਨੂੰ, ਕਾਇਆ ਨੂੰ ਸਮਝ ਲੈ। ਤਿਸ ਵਿੱਚ 9 ਨਿਧ ਨਾਮ ਏਕ ਭਲ ਹੈ ਗੁਣੀ ਗਹੀਰ। ਜਿਹੜਾ ਗੁਣਾਂ ਦਾ ਗਹੀਰ ਖਜ਼ਾਨਾ ਪਰਮੇਸ਼ਰ ਹੈ, ਅਤੇ ਉਸ ਦਾ ਜਿਹੜਾ ਨਾਮ ਹੈ ਉਹ 9 ਖਜ਼ਾਨਿਆਂ ਰੂਪ ਹੈ। ਸੋ ਇਸ ਪ੍ਰਕਾਰ ਉਸ ਨੂੰ ਭਾਲਦੇ ਹਨ ਸਰੀਰ ਰੂਪੀ ਖੰਡ ਵਿੱਚ। ਇਹ ਸਰੀਰ ਦੇ ਅੰਦਰ 8 ਪਹਿਰਾਂ ਵਿੱਚ ਉਸ ਪਰਮੇਸ਼ਰ ਦੇ ਨਾਮ ਦੀ ਜਿਹੜੀ ਭਾਲਣਾ ਕਰਦੇ, ਖੋਜ ਕਰਦੇ ਨੇ। ਇਸ ਤਰ੍ਹਾਂ ਤਿਸ ਵਿੱਚ 9 ਨਿਧ ਨਾਮ ਏਕ ਭਲ ਹੈ ਗੁਣੀ ਗਹੀਰ। ਦੇਵ ਮਾਨ ਛੱਡ ਕੇ ਜਿਹੜਾ 9 ਨਿਧਾਂ ਰੂਪੀ ਪਰਮੇਸ਼ਰ ਦਾ ਨਾਮ ਹੈ, ਉਸ ਨੂੰ ਲੱਭੀਏ। ਜਿਹੜੇ ਇੰਝ ਭਾਲਦੇ ਹਨ, ਖੋਜਦੇ ਹਨ ਪਰਮੇਸ਼ਰ ਦੇ ਨਾਮ ਨੂੰ, ਗੁਣਾਂ ਦੇ ਗਹੀਰ ਖਜ਼ਾਨੇ ਬਣ ਜਾਂਦੇ ਨੇ। ਕਰਮਵੰਤੀ ਸਲਾਹਿਆ ਨਾਨਕ ਕਰ ਗੁਰ ਪੀਰ। ਕਰਮਵੰਤੀ ਜਿਹੜੀ ਜੀਵ ਰੂਪੀ ਇਸਤਰੀ ਵਾਹਿਗੁਰੂ ਦੀ ਬਖਸ਼ਿਸ਼ ਦੀ ਵਾਰਸ ਹੈ,
ਜਾਂ ਕਰਮਵੰਤੀ ਪਿਛਲੇ ਜਨਮਾਂ 'ਚ ਬਹੁਤ ਚੰਗੇ ਕਰਮ ਕਮਾਏ ਹੋਏ ਨੇ, ਅਤੇ ਇਸ ਕਰਕੇ ਉਹਨੇ ਗੁਰੂ ਪੀਰ ਧਾਰਨ ਕਰਕੇ, ਗੁਰੂ ਮੁਰਸ਼ਦ ਬਣਾ ਕੇ, ਆਪਣਾ ਰਹਿਨੁਮਾ ਰਹਿਬਰ ਬਣਾ ਕੇ ਗੁਰੂ ਸਾਹਿਬ ਜੀ ਨੂੰ, ਅਤੇ ਉਸਨੇ ਸਲਾਹਿਆ ਪਰਮੇਸ਼ਰ ਅਕਾਲ ਪੁਰਖ ਨੂੰ। ਹੁਣ ਅੱਗੇ ਹਜ਼ੂਰ ਫਰਮਾਉਂਦੇ ਨੇ, ਚੌਥਾ ਪਹਿਰ ਸਵਾਹ ਕੈ ਸੁਰਤਿਆਂ ਉਪਜਿਆ ਚਾਓ। ਜਿਹੜਾ ਸਵਾਹ ਦਾ ਅੰਮ੍ਰਿਤ ਵੇਲਾ ਭਾਵ ਚੌਥਾ ਪਹਿਰ ਹੈ ਨਾ, ਰਾਤ ਦਾ ਅੰਮ੍ਰਿਤ ਵੇਲਾ ਚੌਥਾ ਪਹਿਰ, ਉਦੋਂ ਜਿਹੜੇ ਸੁਰਤੇ ਲੋਕ ਨੇ ਨਾ, ਪਰਮੇਸ਼ਰ ਦੀ ਪ੍ਰਾਪਤੀ ਦੇ ਰਾਹ 'ਤੇ ਚੱਲੇ ਹੋਏ, ਸੁਰਤੀ ਦਾ ਮਾਰਗ ਹੈ ਜਿਹੜਾ, ਇਸ ਮਾਰਗ 'ਤੇ ਜੋ ਚੱਲੇ ਹੋਏ ਨੇ, ਸੁਰਤੇ ਜਗਿਆਸੂਆਂ ਨੂੰ ਉਪਜਦਾ ਹੈ ਚਾਓ ਪਰਮੇਸ਼ਰ ਦੀ ਬੰਦਗੀ ਦਾ। ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨ ਮੁਖ ਸੱਚਾ ਨਾਉ। ਉਹਨਾਂ ਦੀ ਉਸ ਵੇਲੇ ਫਿਰ ਦਰਿਆਵਾਂ ਦੇ ਜਲ ਵਿੱਚ ਇਸ਼ਨਾਨ ਕਰਨ ਦੀ ਦੋਸਤੀ ਹੁੰਦੀ ਹੈ। ਦਰਿਆਵਾਂ ਨਾਲ ਦੋਸਤੀ ਮਤਲਬ ਇਸ਼ਨਾਨ ਕਰਨ ਦੀ, ਉਹ ਆਹਰ ਕਰਦੇ, ਉਦਮ ਕਰਦੇ ਨੇ ਇਸ਼ਨਾਨ ਦਾ। ਅਤੇ ਮਨ ਅਤੇ ਮੁਖ ਦੇ ਅੰਦਰ ਸੱਚਾ ਨਾਮ ਹੁੰਦਾ ਹੈ। ਮਨ ਵਿੱਚ ਵੀ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਦੇ ਰਹਿੰਦੇ ਹਨ, ਅਤੇ ਮੁਖ ਤੋਂ ਵੀ ਸੱਚਾ ਨਾਮ ਲਾਪਦੇ ਨੇ। ਇਸੇ ਤਰ੍ਹਾਂ ਦਰਿਆਵਾਂ ਦੀ ਨਿਆਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਨ, ਅਤੇ ਇਸੇ ਪ੍ਰਕਾਰ ਦਰਿਆਵਾਂ ਦੀ ਨਿਆਈ ਗੁਰਮੁਖ ਜਨ ਹਨ। ਉਹਨਾਂ ਗੁਰਮੁਖ ਜਨਾਂ ਦੇ ਨਾਲ ਹੀ ਉਹਨਾਂ ਦੀ ਦੋਸਤੀ ਹੁੰਦੀ ਹੈ। ਮਨ ਮੁਖ ਸੱਚਾ ਨਾਮ, ਜਿਨ੍ਹਾਂ ਦੇ ਮਨ ਵਿੱਚ ਵੀ ਅਤੇ ਮੁਖ ਵਿੱਚ ਵੀ ਵਾਹਿਗੁਰੂ ਦਾ ਸੱਚਾ ਨਾਮ ਹੀ ਨਾਮ ਹੈ, ਉੱਥੇ ਅੰਮ੍ਰਿਤ ਵੰਡੀ ਹੈ। ਉੱਥੇ ਗੁਰਮੁਖ ਰੂਪੀ ਦਰਿਆਵਾਂ ਦੀ ਸੰਗਤ ਵਿੱਚ ਅੰਮ੍ਰਿਤ ਵੰਡਿਆ ਜਾਂਦਾ ਹੈ। ਕਰਮੀ ਹੋਏ ਪਸਾਓ, ਅਤੇ ਕਰਮੀ ਵਾਹਿਗੁਰੂ ਦੀ ਬਖਸ਼ਿਸ਼ ਦੁਆਰਾ ਹੀ ਪਸਾਓ ਦਾਤ ਮਿਲਦੀ ਹੈ। ਕੰਚਨ ਕਾਇਆ ਕੱਸੀ ਹੈ ਵੰਨੀ ਚੜ੍ਹਾਏ ਚੜ੍ਹਾਓ। ਜਿਵੇਂ ਕੰਚਨ ਸੋਨੇ ਨੂੰ ਅੱਗ 'ਤੇ ਸੇਕ ਦਿੱਤਾ ਜਾਂਦਾ ਅਤੇ ਫਿਰ ਨਵਾਂ ਰੰਗ ਚੜ੍ਹਦਾ ਉਸ ਨੂੰ, ਇਸੇ ਪ੍ਰਕਾਰ ਕੰਚਨ ਸੋਨੇ ਦੀ ਨਿਆਈ ਜਿਹੜੀ ਕਾਇਆ ਦੇਹ ਹੈ, ਉਹ ਗੁਰਮੁਖ ਪਿਆਰੇ ਕਸਵੱਟੀ 'ਤੇ ਚਾੜ੍ਹਦੇ ਹੈ, ਤਾ ਦਿੰਦੇ ਹਨ ਸਤਸੰਗਤ ਕਰਨ ਦਾ, ਨਾਮ ਸਿਮਰਨ ਦਾ। ਜਿਹੜਾ ਤਪੱਸਿਆ ਕਰਨੀ ਹੈ ਨਾ, ਗੁਰ ਸੇਵਾ ਤਪਾਂ ਸਿਰ ਤਪਸਾਰ, ਜਾਂ ਤਪਨ ਤਪ ਗੁਰ ਗਿਆਨ, ਇਹ ਇਸ ਤਰ੍ਹਾਂ ਇਸ ਕਾਇਆ ਨੂੰ ਇਸ ਕੱਸ ਵਿੱਚ ਲਾਉਂਦੇ ਆ। ਅਤੇ ਵੰਨੀ ਚੜ੍ਹਾਏ ਚੜ੍ਹਾਓ, ਤਾਂ ਜਿਹੜਾ ਨਵਾਂ ਰੰਗ ਹੈ ਪਰਮੇਸ਼ਰ ਦੇ ਸਿਮਰਨ ਦਾ, ਨਵੀਨ ਰੰਗ, ਵੰਨੀ ਰੰਗ ਦਾ ਨਾਮ ਹੈ। ਬੜੇ ਰੰਗ ਦਾ ਚੜ੍ਹਾਓ ਚੜ੍ਹਦਾ, ਭਾਵ ਰੰਗ ਵੱਧਦਾ ਜਾਂਦਾ ਵਾਹਿਗੁਰੂ ਦੇ ਪ੍ਰੇਮ ਦਾ ਰੰਗ, ਇਹ ਚੜ੍ਹਾਓ ਚੜ੍ਹਦਾ ਉਹਨਾਂ ਦੇ ਅੰਦਰ। ਜੇ ਹੋਵੇ ਨਦਰ ਸਰਾਫ ਕੀ ਬਹੁੜ ਨਾ ਪਾਈ ਤਾਓ। ਅਤੇ ਜਿਹੜਾ ਸੋਨਾ ਅੱਗ 'ਤੇ ਸੇਕ ਦੇ ਦੇ ਕੇ ਅਤੇ ਕੁੰਦਨ ਬਣ ਜਾਂਦਾ, ਬਣਾਇਆ ਜਾਂਦਾ, ਅਤੇ ਉਦੋਂ ਫਿਰ ਸਰਾਫ ਜਿਹੜਾ ਸੁਨਿਆਰਾ ਹੈ ਨਾ, ਸੋਨੇ ਦੀ ਪਰਖ ਕਰਨ ਵਾਲਾ, ਜਦੋਂ ਉਹਦੀ ਨਜ਼ਰ ਵਿੱਚ ਆ ਜਾਂਦਾ ਹੈ ਅਤੇ ਉਹ ਸਮਝ ਲੈਂਦਾ ਹੈ ਸ਼ੁੱਧ ਸੋਨਾ ਹੈ, ਬਹੁੜ ਨਾ ਪਾਈ ਤਾਓ, ਫਿਰ ਉਸ ਨੂੰ ਦੁਬਾਰਾ ਬਹੁੜੋ ਮੁੜ ਕੇ ਉਹ ਤਾ ਦੇ ਉੱਤੇ ਨਹੀਂ ਲਾਉਂਦਾ, ਫਿਰ ਦੁਬਾਰਾ ਉਹਨੂੰ ਤਾ ਨਹੀਂ ਸਹਾਰਨਾ ਪੈਂਦਾ ਉਸ ਸੋਨੇ ਨੂੰ, ਜਿਹੜਾ ਸ਼ੁੱਧ ਹੋ ਜਾਂਦਾ। ਇਸੇ ਤਰ੍ਹਾਂ ਸਰਾਫ ਗੁਰੂ ਸਾਹਿਬ ਦੀ ਜਦੋਂ ਨਜ਼ਰ ਹੋ ਜਾਂਦੀ ਹੈ ਅਤੇ ਬਹੁੜ ਨਾ ਪਾਈ ਤਾਓ, ਬਹੁੜੋ ਫਿਰ ਦੁਬਾਰਾ ਜੰਮਣ ਮਰਨ ਦੇ ਚੱਕਰ ਦਾ ਤਾ ਨਹੀਂ ਉਹਨੂੰ ਝੱਲਣਾ ਪੈਂਦਾ, ਦੁੱਖ ਨਹੀਂ ਝੱਲਣੇ ਪੈਂਦੇ ਹਨ। ਸਰਾਫ ਵਾਹਿਗੁਰੂ ਨੂੰ ਵੀ ਕਿਹਾ ਅਤੇ ਗੁਰੂ ਸਾਹਿਬ ਨੂੰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੋਨੇ ਦੀ ਪਰਖ ਕਰਨ ਵਾਲੇ ਹਨ, ਜੀਵ ਰੂਪ ਸੋਨੇ ਦੀ। ਜਿਹੜਾ ਮਨ ਹੈ ਉਹਦਾ ਸ਼ੁੱਧ ਸੋਨਾ ਬਣ ਗਿਆ, ਹੁਣ ਬਹੁੜ ਦੁਬਾਰਾ ਉਹਨੂੰ ਤਾਓ 'ਤੇ ਨਹੀਂ ਪੈਣਾ ਪੈਂਦਾ, ਸੇਕ ਨਹੀਂ ਝੱਲਣਾ ਪੈਂਦਾ, ਚੜ੍ਹਾ ਸੋ ਉਹਦੇ ਅੰਦਰ ਰੰਗ ਐਸਾ ਚੜ੍ਹਿਆ ਹੋਇਆ ਹੁੰਦਾ, ਸ਼ੁੱਧ ਸੋਨਾ ਬਣ ਗਿਆ। ਸੱਤੀ ਪਹਿਰੀ ਸੱਤ ਭਲਾ ਬਹੀਐ ਪੜ੍ਹਿਆ ਪਾਸ। ਜਿਹੜਾ 8ਵਾਂ ਪਹਿਰ ਹੈ, ਚੌਥਾ ਪਹਿਰ, ਉਦੋਂ ਜਿਹੜਾ ਸਿਮਰਨ ਕੀਤਾ ਹੈ ਉਹ ਤਾਂ ਕੀਤਾ ਹੈ। ਬਾਕੀ ਦੇ ਜਿਹੜੇ 7 ਪਹਿਰ ਹਨ, ਉਹਨਾਂ ਵਿੱਚ ਵੀ ਜਿਹੜਾ ਉੱਚਾ ਆਚਰਣ ਹੈ, ਭਲਾ ਆਚਰਣ, ਇਹ ਜ਼ਰੂਰੀ ਹੈ। ਅਤੇ ਫਿਰ ਨਾਲ ਬਹੀਐ ਪੜ੍ਹਿਆ ਪਾਸ। ਜਿਹੜੇ ਵਾਹਿਗੁਰੂ ਦੇ ਨਾਮ ਸਿਮਰਨ ਦੀ ਪੜ੍ਹਾਈ ਨੂੰ ਪੜ੍ਹਨ ਵਾਲੇ ਵਿਦਵਾਨ ਹਨ ਨਾ, ਉਹਨਾਂ ਦੇ ਪਾਸ ਬੈਠਣਾ ਚਾਹੀਦਾ ਇਹਨਾਂ 7 ਪਹਿਰਾਂ 'ਚ ਵੀ ਜਿੰਨਾ ਸਮਾਂ ਨਿਕਲ ਸਕੇ। ਉੱਥੇ ਪਾਪ ਪੁੰਨ ਵਿਚਾਰੀ ਹੈ। ਉੱਥੇ ਉਹਨਾਂ ਦੀ ਸੋਭਤ ਵਿੱਚ ਪਾਪ ਅਤੇ ਪੁੰਨ ਨੂੰ ਵਿਚਾਰਿਆ ਜਾਂਦਾ। ਪੁੰਨ ਪਵਿੱਤਰ ਕਰਮਾਂ ਨੂੰ ਕਿਹਾ ਜਾਂਦਾ, ਪਾਪ ਮੰਦ ਕਰਮਾਂ ਨੂੰ ਕਿਹਾ ਜਾਂਦਾ। ਇਹਨਾਂ ਦੀ ਵਿਚਾਰ ਕਰਾਂਗੇ ਤਾਂ ਪਤਾ ਲੱਗੇਗਾ ਨਾ ਕਿ ਕੀ ਤਿਆਗਣਾ ਹੈ ਅਤੇ ਕੀ ਧਾਰਨ ਕਰਨਾ। ਫਿਰ ਇੰਝ ਪਾਪ ਪੁੰਨ ਦੀ ਵਿਚਾਰ ਕਰਨ ਦੇ ਨਾਲ ਕੂੜਾ ਘਟਾ ਰਾਸ। ਜਿਹੜੀ ਕੂੜ ਝੂਠ ਦੀ ਰਾਸ ਹੈ ਨਾ ਸਾਡੇ ਅੰਦਰ ਪਿਛਲੇ ਜਨਮਾਂ ਦੀ ਜਮ੍ਹਾਂ ਹੋਈ, ਇਹ ਫਿਰ ਘਟਣ ਲੱਗ ਜਾਂਦੀ ਹੈ। ਕੂੜ ਦੀ ਝੂਠ ਦੀ ਰਾਸ ਘਟ ਜਾਂਦੀ ਹੈ ਅਤੇ ਸੱਚਾਈ ਦੀ ਪੁੰਨਾਂ ਦੀ ਰਾਸ ਵੱਧਦੀ ਹੈ। ਉੱਥੇ ਖੋਟੇ ਸੱਟੀ ਹੈ ਖਰੇ ਕੀਚਹਿ ਸਾਬਾਸ। ਉੱਥੇ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਜਿਹੜੇ ਖੋਟੇ ਲੋਕ ਨੇ ਨਾ, ਉਹ ਬਾਹਰ ਸੁੱਟ ਦਿੱਤੇ ਜਾਂਦੇ ਆ, ਅਤੇ ਖਰੇ ਜਿਹੜੇ ਹਨ ਉਹਨਾਂ ਨੂੰ ਸਾਬਾਸ ਮਿਲਦੀ ਹੈ। ਖਰਿਆਂ ਨੂੰ ਸਲਾਹਿਆ ਜਾਂਦਾ ਹੈ, ਵਡਿਆਇਆ ਜਾਂਦਾ ਹੈ। ਅਤੇ ਇੱਥੇ ਉੱਥੇ ਦਾ ਅਰਥ ਇੰਝ ਵੀ ਆ ਵੀ ਪਰਮੇਸ਼ਰ ਦੀ ਦਰਗਾਹ ਵਿੱਚ ਤਾਂ ਭਾਈ ਖੋਟਿਆਂ ਨੂੰ ਥਾਂ ਨਹੀਂ ਨਾ ਮਿਲਦੀ।
ਉਹਨਾਂ ਨੂੰ ਬਾਹਰ ਸੁੱਟ ਦਿੱਤਾ ਜਾਂਦਾ, ਜੰਮਣਵਰ ਦੇ ਚੱਕਰ 'ਚ ਪਾ ਦਿੱਤਾ ਜਾਂਦਾ। ਜਿਹੜੇ ਖਰੇ ਨਿਕਲਦੇ ਆ ਨਾ ਪਰਖ ਵਿੱਚ, ਸੋ ਉਹਨਾਂ ਨੂੰ ਸ਼ਾਬਾਸ਼ ਕੀ ਚਾਹੇ, ਸ਼ਾਬਾਸ਼ ਦਿੱਤੀ ਜਾਂਦੀ ਹੈ, ਵਡਿਆਈ ਮਿਲਦੀ ਹੈ, ਸਲਾਹਿਆ ਜਾਂਦਾ ਹੈ। ਬੋਲਣ ਫਾਦਲ ਨਾਨਕਾ, ਦੁੱਖ ਸੁੱਖ ਖਸਮੈ ਪਾਸ। ਜੋ ਕਰਮ ਆਪਣੇ ਕਮਾਏ ਉਹਦੇ ਅਨੁਸਾਰ ਹੀ ਸਾਨੂੰ ਦੁੱਖ ਅਤੇ ਸੁੱਖ ਮਿਲਦਾ ਹੈ। ਅਤੇ ਦੁੱਖਾਂ ਨਾਲ ਗਿਲਾਨੀ ਜਾਂ ਗਿਲਾ ਗੁਜ਼ਾਰੀ ਵੀ ਦੁੱਖ ਦੂਰ ਹੋ ਜਾਣ ਅਤੇ ਸੁੱਖ ਦੀ ਪ੍ਰਾਪਤੀ ਹੋਵੇ, ਇਹਦੇ ਬਾਰੇ ਬੋਲੀ ਜਾਣਾ ਮਹਾਰਾਜ ਕਹਿੰਦੇ ਫਾਦਲ ਫਜ਼ੂਲ ਹੈ। ਇਸ ਬਾਰੇ ਬੋਲਣਾ ਕਿ ਦੁੱਖ ਨਾ ਮਿਲਣ ਅਤੇ ਸੁੱਖ ਹੀ ਮਿਲੇ ਸਾਨੂੰ, ਇਹ ਤਾਂ ਫਜ਼ੂਲ ਹੈ ਭਾਈ। ਜੈਸੇ ਕਰਮ ਕਮਾਏ ਹਨ ਉਹਨਾਂ ਅਨੁਸਾਰ ਪਰਮੇਸ਼ਰ ਨੇ ਤਾਂ ਸੱਚਾ ਹੀ ਨਿਆਂ ਕਰਨਾ। ਦੁੱਖ ਸੁੱਖ ਖਸਮ ਪਰਮਾਤਮਾ ਦੇ ਪਾਸੋਂ ਹੀ ਮਿਲਦੇ ਆ ਜੀਆਂ ਨੂੰ, ਉਹਦੇ ਪਾਸ ਹੀ ਰੱਖੇ ਹੋਏ ਨੇ। ਅਤੇ ਸੁੱਖ ਦੁੱਖ ਇਹ ਦੋਵੇਂ ਪਰਮੇਸ਼ਰ ਦੇ ਦਰ ਤੋਂ ਸਾਰਿਆਂ ਜੀਆਂ ਨੂੰ ਆਪੋ ਆਪਣੇ ਕਰਮਾਂ ਅਨੁਸਾਰ ਉਹ ਦਿੰਦਾ ਅਤੇ ਜੀਆਂ ਨੂੰ ਉਹ ਭੋਗਣੇ ਪੈਂਦੇ ਨੇ। ਮਹੱਲਾ ਦੂਜਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਲੋਕ ਉਚਾਰਦੇ ਹਨ। ਇਹ ਸ਼ਲੋਕ ਜਪਜੀ ਸਾਹਿਬ ਦਾ ਅਖੀਰਲਾ ਸ਼ਲੋਕ ਹੈ। ਕੁਝ ਅੱਖਰਾਂ ਦੀ ਬਣਤਰ ਵਿੱਚ ਫਰਕ ਪਾ ਕੇ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਉਚਾਰਨ ਕੀਤਾ। ਪਵਨ ਗੁਰੂ ਪਾਣੀ ਪਿਤਾ। ਪਵਨ ਮਾਨੋ ਸਾਡਾ ਗੁਰੂ ਹੈ, ਜੀਆਂ ਵਾਸਤੇ ਗੁਰੂ ਰੂਪ ਹੈ। ਪਵਨ ਹਵਾ ਦੁਆਰਾ ਹੀ ਆਵਾਜ਼ ਇੱਕ ਤੋਂ ਦੂਜੇ ਤੱਕ ਪਹੁੰਚਦੀ ਹੈ, ਅਤੇ ਫਿਰ ਦੂਜਾ ਸਵਾਸ ਹਵਾ ਦੁਆਰਾ ਚੱਲਦੇ ਆ ਸਾਡੇ, ਇਸ ਕਰਕੇ ਪਵਨ ਗੁਰੂ ਰੂਪ ਹੈ। ਪਾਣੀ ਪਿਤਾ, ਅਤੇ ਪਾਣੀ ਪਿਤਾ ਜਗਤ ਕਾ, ਫਿਰ ਪਾਣੀ ਸਭ ਖਾਏ। ਪਾਣੀ ਵਿੱਚ ਵੀ ਜੀਵਨ ਹੈ, ਪਾਣੀ ਤੋਂ ਬਗੈਰ ਅਸੀਂ ਜਿਉਂਦੇ ਨਹੀਂ ਰਹਿ ਸਕਦੇ। ਮਾਤਾ ਧਰਤ ਮਹੱਤ, ਅਤੇ ਜਿਹੜੀ ਧਰਤੀ ਆ ਇਹ ਮਹਾਨ ਮਾਤਾ ਹੈ। ਇਹ ਸਾਰਿਆਂ ਜੀਆਂ ਨੂੰ ਬੁਰਿਆਂ ਭਲਿਆਂ ਅਤੇ ਮਨਮੁਖਾਂ ਗੁਰਮੁਖਾਂ ਝੂਠਿਆਂ ਸੱਚਿਆਂ ਚੋਰਾਂ ਸਾਧਾਂ ਸਾਰਿਆਂ ਦਾ ਭਾਰ ਚੱਕੀ ਫਿਰਦੀ, ਸਭ ਨੂੰ ਅਨਾਜ ਖੁਰਾਕ ਇਸ ਧਰਤੀ ਵਿੱਚੋਂ ਪੈਦਾ ਹੋ ਕੇ ਮਿਲਦੀ ਹੈ। ਇਸ ਕਰਕੇ ਮਹਾਨ ਧਰਤੀ ਮਾਤਾ ਹੈ। ਦਿਨ ਸਰਾਤ ਦੋਏ ਦਾਈ ਦਾਇਆ। ਦਿਨ ਅਤੇ ਰਾਤ ਦੋਵੇਂ ਦਾਈ ਅਤੇ ਦਾਇਆ ਹਨ। ਦਿਨ ਦਾਇਆ ਹੈ, ਜਿਵੇਂ ਦਾਇਆ ਦਿਨੇ ਬੱਚਿਆਂ ਨੂੰ ਖਿਡਾਉਂਦਾ, ਅਤੇ ਰਾਤ ਦਾਈ ਦੀ ਨਿਆਈ ਬੱਚਿਆਂ ਨੂੰ ਸਵਾਲਦੀ ਹੈ, ਸਾਂਭਦੀ ਹੈ। ਖੇਲ੍ਹੈ ਸਗਲ ਜਗਤ। ਇਸ ਤਰ੍ਹਾਂ ਸਾਰਾ ਜਗਤ ਹੀ ਇਹਨਾਂ ਦੇ ਹੱਥਾਂ ਵਿੱਚ ਖੇਡਦਾ ਹੈ। ਦਿਨ ਅਤੇ ਰਾਤ ਰੂਪੀ ਦਾਇਆ ਅਤੇ ਦਾਈ ਜੋ ਹਨ, ਇਹਨਾਂ ਦੇ ਹੱਥਾਂ 'ਚ ਸਾਰਾ ਜਗਤ ਖੇਡ ਰਿਹਾ ਹੈ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਜਿਹੜੇ ਜੀਵ ਚੰਗਿਆਈਆਂ ਕਰਦੇ ਹਨ ਉਹ ਵੀ, ਅਤੇ ਜੋ ਬੁਰਿਆਈਆਂ ਕਰਦੇ ਹਨ ਉਹ ਵੀ। ਜਿਹੜਾ ਧਰਮ ਰਾਜਾ ਪਰਮੇਸ਼ਰ ਨੇ ਸਥਾਪਿਤ ਕੀਤਾ ਹੋਇਆ ਇੱਕ ਸ਼ਕਤੀ, ਉਹ ਧਰਮ ਰਾਜਾ ਜਾਂ ਧਰਮ ਜਿਹੜਾ ਪਰਮੇਸ਼ਰ ਨੇ ਬਣਾਇਆ ਹੋਇਆ ਨਾ, ਜੀਆਂ ਦੇ ਉੱਪਰ ਲਾਗੂ ਕੀਤਾ ਹੋਇਆ, ਸੋ ਵਾਹਿਗੁਰੂ ਦੀ ਹਜ਼ੂਰੀ ਅੰਦਰ ਇਹਨਾਂ ਜੀਆਂ ਦੀਆਂ ਚੰਗਿਆਈਆਂ ਅਤੇ ਬੁਰਾਈਆਂ ਵਾਚਦਾ ਹੀ ਪਿਆ। ਕਰਮੀ ਆਪੋ ਆਪਣੀ, ਕਿ ਨੇੜਾ ਕਿ ਦੂਰ। ਆਪੋ ਆਪਣੇ ਕਰਮਾਂ ਦੇ ਮੁਤਾਬਕ, ਕਿ ਕਈ ਤਾਂ ਵਾਹਿਗੁਰੂ ਦੇ ਨਜ਼ਦੀਕ ਹੋ ਜਾਂਦੇ ਨੇ ਚੰਗੇ ਕਰਮਾਂ ਕਰਕੇ, ਅਤੇ ਕਈ ਬੁਰਿਆਂ ਕਰਮਾਂ ਕਰਕੇ ਪਰਮੇਸ਼ਰ ਤੋਂ ਹੋਰ ਦੂਰ ਹੋ ਜਾਂਦੇ ਨੇ। ਜਿਨੀ ਨਾਮ ਧਿਆਇਆ। ਸਾਰਿਆਂ ਕਰਮਾਂ ਵਿੱਚੋਂ ਸ਼੍ਰੋਮਣੀ ਜਿਹੜਾ ਕਰਮ ਹੈ ਉਹ ਹੈ ਨਾਮ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਜੀਵਨ ਵਿੱਚ ਧਿਆਇਆ, ਸਿਮਰਿਆ, ਯਾਦ ਕੀਤਾ, ਗਏ ਮਸਕਤ ਘਾਲ। ਉਹ ਆਪਣੀ ਮਿਹਨਤ ਸਫਲੀ ਕਰਕੇ, ਆਪਣੀ ਜਿਹੜੀ ਉਹਨਾਂ ਮਿਹਨਤ ਕੀਤੀ ਘਾਲਣਾ ਘਾਲੀ, ਉਹਦਾ ਫਲ ਪ੍ਰਾਪਤ ਕਰਕੇ ਨਾਲ ਲੈ ਕੇ ਪੱਲੇ ਪਾ ਕੇ ਉਹ ਮਿਹਨਤ ਦਾ ਫਲ ਲੈ ਕੇ ਗਏ ਹਨ। ਨਾਨਕ ਤੇ ਮੁਖ ਉਜਲੇ। ਸਤਿਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਨੇ ਇੱਥੇ ਕਿ ਉਹ ਮੁਖ ਦਰਗਾਹ ਵਿੱਚ ਸੁਰਖਰੂ ਹੋਏ, ਸਤਕਾਰੇ ਗਏ, ਉਜਲੇ ਮੁਖ ਲੈ ਕੇ ਗਏ। ਹੋਰ ਕੀਤੀ ਛੁੱਟੀ ਨਾਲ, ਹੋਰ ਕਿੰਨੀ ਖਲਕਤ ਲੁਕਾਈ, ਉਹਨਾਂ ਦੀ ਸੰਗਤ ਕਰਕੇ ਉਹਨਾਂ ਦੇ ਨਾਲ ਹੀ ਛੁੱਟ ਗਈ। ਉਹਨਾਂ ਦਾ ਵੀ ਛੁਟਕਾਰਾ ਹੋ ਗਿਆ, ਉਹਨਾਂ ਨੂੰ ਵੀ ਚੰਗਾ ਸੁਭਾਅ ਜੂ ਪ੍ਰਾਪਤ ਹੋ ਗਿਆ। ਵਾਹਿਗੁਰੂ ਦੀ ਬੰਦਗੀ ਕਰਨ ਦਾ ਨੇਕ ਕਰਮੀ ਬਣ ਗਏ, ਸਿਮਰਨ ਵਾਲੇ ਹੋ ਗਏ, ਅਤੇ ਉਹਨਾਂ ਦੀ ਬਦੌਲਤ ਕਈ ਹੋਰ ਛੁੱਟ ਗਏ। ਹਰ ਇੱਕ ਸਹਾਥ ਆਇਆ ਵਰਸਾਣੇ ਬਹੁ ਤੇਰੇ, ਤਿਸ ਲਗ ਮੁਕਤ ਭਏ ਕਨੇਰੇ। ਪੌੜੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਪਦੇਸ਼ ਦੇ ਰਹੇ ਨੇ। ਸੱਚਾ ਭੋਜਨ ਭਾਓ ਸਤਿਗੁਰ ਦੱਸਿਆ। ਹਜ਼ੂਰ ਕਹਿੰਦੇ ਨੇ ਆਤਮਿਕ ਖੁਰਾਕ ਵਾਸਤੇ ਜਿਹੜਾ ਸੱਚਾ ਭੋਜਨ ਹੈ ਉਹ ਹੈ ਵਾਹਿਗੁਰੂ ਦਾ ਪ੍ਰੇਮ। ਵਾਹਿਗੁਰੂ ਜੀ ਦਾ ਸੱਚਾ ਪ੍ਰੇਮ ਹੀ ਸਤਿਗੁਰਾਂ ਨੇ ਭੋਜਨ ਦੱਸਿਆ ਹੈ। ਹਰ ਨਾਮੈ ਕੀ ਹਮਕੋ ਸਤਿਗੁਰ ਕਾਰ ਕੁੰਨੀ ਦੀ, ਜਾਂ ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ ਜਤ ਖਾਇਆ ਹਮਕੋ ਤ੍ਰਿਪਤ ਭਈ। ਇਸ ਪ੍ਰਕਾਰ ਇਹ ਸਤਿਗੁਰਾਂ ਨੇ ਦੱਸਿਆ ਕਿ ਜਿਹੜਾ ਸੱਚਾ ਭੋਜਨ ਹੈ ਉਹ ਵਾਹਿਗੁਰੂ ਦਾ ਪ੍ਰੇਮ ਹੈ। ਸੱਚੇ ਹੀ ਪਤੀ ਆਏ ਸੱਚ ਵਿਗਸਿਆ। ਅਤੇ ਜਿਹੜੇ ਗੁਰਮੁਖ ਪਿਆਰੇ ਸਤਿਗੁਰਾਂ ਦੇ ਉਪਦੇਸ਼ ਰਾਹੀਂ ਸੱਚੇ ਅਕਾਲ ਪੁਰਖ ਦੇ ਨਾਮ ਵਿੱਚ ਹੀ ਪਤੀ ਆਏ, ਪਤੀਜ ਗਏ, ਜਿਹਨਾਂ ਦਾ ਮਨ ਪਤੀਜ ਗਿਆ।
ਉਹ ਸੱਚ ਵਿਗਸਿਆ। ਸੱਚ ਦੇ ਦੁਆਰਾ, ਸੱਚ ਦੇ ਧਾਰਨੀ ਬਣ ਕੇ ਸੱਚੇ ਨਾਮ ਦੁਆਰਾ ਵਿਗਸਿਆ ਹਿਰਦਾ ਕਮਲ ਦਾ ਖਿੜ ਗਿਆ। ਸੱਚੇ ਕੋਟ ਗਰਾਏ ਨਿਜ ਘਰ ਵਸਿਆ। ਜਿਹੜਾ ਹਿਰਦੇ ਰੂਪੀ ਘਰ ਵਿੱਚ ਵਸ ਗਿਆ ਨਾ, ਪਰਮੇਸ਼ਰ ਦੇ ਨਾਮ ਵਿੱਚ ਟਿਕ ਗਿਆ, ਸੋ ਉਹਦੇ ਕੋਟ ਗਰਾਏ, ਉਹ ਸੱਚੇ ਕੋਟ ਕਿਲੇ ਤੇ ਗਰਾਏ ਪਿੰਡ ਵਿੱਚ ਮਨ ਨੂੰ ਵਸਿਆ ਹੈ। ਇਹ ਅਸਲੀ ਹੈ ਸੱਚਾ ਕੋਟ, ਸੱਚਾ ਗਰਾਉਂ ਪਿੰਡ, ਸੱਚਾ ਘਰ। ਵਾਹਿਗੁਰੂ ਦੇ ਨਾਮ ਵਿੱਚ ਜਿਹੜਾ ਟਿਕ ਜਾਣਾ ਹੈ, ਸੱਚ ਦੇ ਧਾਰਨੀ ਬਣ ਜਾਣਾ। ਸੰਸਾਰ ਝੂਠਾ ਇੱਧਰੋਂ ਜਿਹੜਾ ਉਪਰਾਮ ਹੋ ਜਾਣਾ। ਸਰੀਰਕ ਤੌਰ 'ਤੇ ਸੰਸਾਰ 'ਚ ਵਿਚਰਦੇ ਦਿਸਦੇ ਹੀ ਨੇ ਗੁਰਮੁਖ, ਪਰ ਉਹ ਮਨ ਕਰਕੇ ਉਹਨਾਂ ਦਾ ਵਾਸਾ ਸੰਸਾਰ 'ਚ ਨਹੀਂ ਹੁੰਦਾ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਮਰ ਠਾਠਾ ਬਾਗਾ। ਠਾਠਾ ਬਾਗਾ ਉਤੋਂ ਹੀ ਵਿਹਾਰ ਹੈ ਸੰਸਾਰ 'ਚ। ਸੋ ਸਿਰਫ ਪ੍ਰਾਰਬਧ ਆਪਣੀ ਕਰਕੇ ਉਹ ਸਰੀਰਕ ਤੌਰ 'ਤੇ ਜਿਉਂਦੇ ਦਿਸਦੇ ਨੇ, ਪਰ ਉਹ ਆਪਣੇ ਨਿੱਜ ਘਰ 'ਚ ਸਰੂਪ ਰੂਪੀ ਘਰ ਵਿੱਚ ਉਹਨਾਂ ਦਾ ਵਾਸਾ ਹੈ। ਅਤੇ ਉਹਨਾਂ ਦਾ ਇਹ ਕੋਟ ਜਿਹੜਾ ਕਿਲ੍ਹਾ ਸਰੀਰ ਹੈ, ਇਹ ਪਿੰਡ, ਇਹ ਸੱਚਾ ਬਣ ਗਿਆ ਹੈ। ਉਹ ਇਹ ਸੱਚੇ ਕੋਟ ਕਿਲ੍ਹੇ ਅੰਦਰ, ਸੱਚੇ ਗ੍ਰਾਂ ਪਿੰਡ ਵਿੱਚ ਉਹ ਵਸੇ ਹੋਏ ਨੇ। ਸਤਿਗੁਰ ਤੁਠੈ ਨਾਉ ਪ੍ਰੇਮ ਰਹੱਸਿਆ। ਸੱਚੇ ਸਤਿਗੁਰੂ ਜੀ ਦੇ ਤੁੱਠਣ ਕਰਕੇ, ਪ੍ਰਸੰਨ ਹੋਣ ਕਰਕੇ ਉਹਨਾਂ ਨੂੰ ਵਾਹਿਗੁਰੂ ਦਾ ਨਾਮ ਪ੍ਰਾਪਤ ਹੋਇਆ। ਪ੍ਰੇਮ ਰਹੱਸਿਆ, ਅਤੇ ਨਾਮ ਕਰਕੇ ਵਾਹਿਗੁਰੂ ਦੇ ਪ੍ਰੇਮ ਵਿੱਚ ਹੀ ਰਹੱਸਿਆ ਆਨੰਦਿਤ ਹੋਏ ਨੇ। ਰਹੱਸ ਹੁੰਦਾ ਆਨੰਦ, ਉਹ ਆਨੰਦਿਤ ਹੋ ਗਏ ਹਨ। ਸੱਚਾ ਦੈ ਦੀਵਾਨ ਕੂੜ ਨਾ ਜਾਈਐ। ਜੋ ਸੱਚੇ ਅਕਾਲ ਪੁਰਖ ਦਾ ਦੀਵਾਨ ਦਰਬਾਰ ਹੈ ਨਾ, ਉੱਥੇ ਕੂੜ ਦੇ ਝੂਠ ਦੇ ਧਾਰਨੀ ਬਣ ਕੇ ਨਹੀਂ ਜਾਇਆ ਜਾ ਸਕਦਾ। ਜਿਹੜਾ ਸਾਰੀ ਉਮਰ ਜ਼ਿੰਦਗੀ ਝੂਠ ਵਿੱਚ ਹੀ ਜੀਵਿਆ ਹੈ, ਉਹ ਵਾਹਿਗੁਰੂ ਦੇ ਸੱਚੇ ਦਰਬਾਰ ਵਿੱਚ ਨਹੀਂ ਪਹੁੰਚ ਸਕਦਾ। ਉੱਥੇ ਦਰਗਾਹ 'ਚ ਇੱਜ਼ਤ ਨਹੀਂ ਮਿਲ ਸਕਦੀ। ਝੂਠੋ ਝੂਠ ਵਖਾਣ ਸੋ ਮਹਿਲ ਖੁਆਈ ਹੈ। ਜੇ ਸੰਸਾਰ ਦੇ ਅੰਦਰ ਝੂਠ ਹੀ ਬੋਲੀ ਜਾਈਏ, ਝੂਠੇ ਪਦਾਰਥਾਂ ਦੀ ਖਾਤਰ, ਝੂਠੇ ਸੰਸਾਰ 'ਚ ਗਲਤਾਨ ਹੋ ਕੇ ਵਖਾਣ ਬੋਲੀਏ ਵੀ ਝੂਠ। ਸੰਸਾਰ ਦੀਆਂ ਸਭ ਗੱਲਾਂ ਝੂਠ ਹੀ ਹਨ, ਕਿਉਂਕਿ ਸੰਸਾਰ ਹੀ ਝੂਠਾ ਹੈ। ਅਤੇ ਇਸ ਪ੍ਰਕਾਰ ਸੋ ਮਹਿਲ ਖੁਆਈ ਹੈ। ਤਾਂ ਵਾਹਿਗੁਰੂ ਦੀ ਜਿਹੜੀ ਹਜ਼ੂਰੀ ਆ ਨਾ, ਉਹ ਖਵਾ ਲਈਦੀ, ਖੁੰਝਾ ਲਈਦੀ, ਗਵਾ ਲਈਦੀ ਹੈ। ਭਾਵ ਪਰਮਾਤਮਾ ਦੀ ਹਜ਼ੂਰੀ 'ਚ ਫਿਰ ਨਹੀਂ ਜਾਇਆ ਜਾ ਸਕਦਾ। ਸੱਚਾ ਸ਼ਬਦ ਨਿਸ਼ਾਨ ਠਾਕ ਨਾ ਪਾਈ ਹੈ। ਕਿਉਂਕਿ ਨਿਸ਼ਾਨ ਸ਼ਬਦ ਦੇ ਕਈ ਅਰਥ ਨੇ। ਨਿਸ਼ਾਨ ਧੌਂਸਾ, ਨਗਾਰਾ, ਨਿਸ਼ਾਨ ਚਿੰਨ੍ਹ, ਝੰਡਾ, ਅਤੇ ਨਿਸ਼ਾਨ ਪਰਵਾਨਾ, ਟੋਂਬੂ, ਰਾਹਦਾਰੀ ਇਤਿਆਦਿਕ। ਨਿਸ਼ਾਨ ਨਾਮ ਪ੍ਰਗਟ ਹੋਣ ਦਾ ਵੀ। ਸੱਚਾ ਸ਼ਬਦ ਨਿਸ਼ਾਨ, ਗੁਰਾਂ ਦੇ ਸੱਚੇ ਸ਼ਬਦ ਉਪਦੇਸ਼ ਰੂਪੀ ਰਾਹਦਾਰੀ ਦੁਆਰਾ ਠਾਕ ਨਾ ਪਾਈ। ਜਿਨ੍ਹਾਂ ਕੋਲ ਗੁਰਾਂ ਦਾ ਸ਼ਬਦ ਹੈ, ਉਪਦੇਸ਼ ਹੈ, ਨਾਮ ਹੈ, ਸੱਚਾ ਨਾਮ, ਉਹਨਾਂ ਕੋਲ ਮਾਨੋ ਰਾਹਦਾਰੀ ਹੈ ਵਾਹਿਗੁਰੂ ਦੀ ਦਰਗਾਹ ਦੀ। ਠਾਕ ਨਾ ਪਾਈ ਹੈ, ਉਹਨਾਂ ਨੂੰ ਕੋਈ ਰੋਕ ਨਹੀਂ ਪਾ ਸਕਦਾ ਹੈ। ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈ ਹੈ। ਜਿਹੜੇ ਸੱਚ ਸਰੂਪ ਪਰਮੇਸ਼ਰ ਦੇ ਸੱਚੇ ਨਾਮ ਨੂੰ ਸੁਣਦੇ ਹਨ ਅਤੇ ਹਿਰਦੇ ਕਰਕੇ ਬੁੱਝਦੇ ਨੇ, ਮਨ ਜਿਹੜਾ ਉਹਨਾਂ ਦਾ ਪਕੜ ਲੈਂਦਾ ਹੈ, ਫਿਰ ਉਹ ਮੁਖ ਤੋਂ ਬੋਲਦੇ ਰਹਿੰਦੇ ਆ ਵਾਹਿਗੁਰੂ ਦੇ ਨਾਮ ਨੂੰ। ਮਹਿਲ ਬੁਲਾਈ ਹੈ, ਅਤੇ ਉਹਨਾਂ ਨੂੰ ਆਪ ਆਵਾਜ਼ਾਂ ਮਾਰ ਕੇ ਵਾਹਿਗੁਰੂ ਦੀ ਦਰਗਾਹ 'ਚ ਸੱਦਿਆ ਜਾਂਦਾ ਹੈ। ਸੱਦ ਭੇਜ ਕੇ ਬੁਲਾਇਆ ਜਾਂਦਾ ਵੀ ਆਓ ਤੁਸੀਂ ਇਸ ਸਥਾਨ ਦੇ ਪਾਤਰ ਹੋ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਬਚਨ ਫਰਮਾਉਂਦੇ ਨੇ, ਪਹਿਰਾ ਅਗਨ ਹਿਵੈ ਘਰ ਬਾਧਾ, ਭੋਜਨ ਸਾਰ ਕਰਾਈ। ਹਜ਼ੂਰ ਇੱਥੇ ਸ਼ਕਤੀਆਂ ਦਾ ਖੰਡਨ ਕਰ ਰਹੇ ਨੇ ਵੀ ਵਾਹਿਗੁਰੂ ਦੇ ਨਾਮ ਸਿਮਰਨ ਦੇ ਬਰਾਬਰ ਹੋਰ ਕੋਈ ਸ਼ਕਤੀ ਅਹਿਮੀਅਤ ਨਹੀਂ ਰੱਖਦੀ। ਫਰਮਾ ਰਹੇ ਨੇ ਕਿ ਪਹਿਰਾ ਅਗਨ, ਅਗਰ ਮੈਂ ਅੱਗ ਨੂੰ ਪਹਿਰ ਲਵਾਂ, ਭਾਵ ਅੱਗ ਦੇ ਬਸਤਰ ਬਣਾ ਕੇ ਪਾਰ ਲਵਾਂ, ਸਰੀਰ ਦੇ ਉੱਪਰ ਪਹਿਨ ਲਵਾਂ। ਹਿਵੈ ਘਰ ਬਾਧਾ, ਹਿਵੈ ਜਿਹੜੀ ਹਿਮ ਹੈ ਬਰਫ, ਬਰਫ ਦਾ ਹੀ ਮੈਂ ਘਰ ਬੰਨ੍ਹ ਲਵਾਂ, ਭਾਵ ਬਰਫ ਦੇ ਵਿੱਚ ਹੀ ਬੈਠਾ ਰਵਾਂ, ਬਰਫ ਨੂੰ ਆਪਣਾ ਘਰ ਬਣਾ ਲਵਾਂ। ਭੋਜਨ ਸਾਰ ਕਰਾਈ, ਅਤੇ ਹੋਰ ਕੋਈ ਖੁਰਾਕ ਨਾ ਖਾਵਾਂ, ਮੈਂ ਸਾਰ ਲੋਹਾ ਹੀ ਆਪਣਾ ਭੋਜਨ ਬਣਾ ਲਵਾਂ। ਸਗਲੇ ਦੁੱਖ ਪਾਣੀ ਕਰ ਪੀਵਾਂ, ਧਰਤੀ ਹਾਕ ਚਲਾਈ। ਸਾਰੇ ਦੁੱਖਾਂ ਨੂੰ ਮੈਂ ਇਸ ਤਰ੍ਹਾਂ ਜਰ ਲਵਾਂ ਜਿਵੇਂ ਪਾਣੀ ਬਣਾ ਕੇ ਪੀਦਾ ਹੈ। ਸੋ ਇਸ ਪ੍ਰਕਾਰ ਪਾਣੀ ਕਰਕੇ ਪੀ ਲਵਾਂ ਸਾਰੇ ਦੁੱਖਾਂ ਨੂੰ ਬੜੇ ਸੌਖੇ ਢੰਗ ਨਾਲ ਮੈਂ ਜਰਨ ਦੀ ਸ਼ਕਤੀ ਰੱਖਦਾ ਹਾਂ, ਕੋਈ ਅਸਰ ਨਾ ਹੋਵੇ ਦੁੱਖਾਂ ਦਾ। ਧਰਤੀ ਹਾਕ ਚਲਾਈ, ਅਤੇ ਇੰਨੀ ਸ਼ਕਤੀ ਮੇਰੇ 'ਚ ਹੋਵੇ ਵੀ ਧਰਤੀ ਨੂੰ ਹੱਕ ਕੇ ਅੱਗੇ ਲਾ ਕੇ ਮੈਂ ਤੋਰ ਲਵਾਂ। ਧਰ ਤਰਾਜੀ ਅੰਬਰ ਤੋਲੀ, ਪਿੱਛੇ ਟੰਕ ਚੜ੍ਹਾਈ। ਟੰਕ ਹੁੰਦਾ ਹੈ 4 ਮਾਸੇ ਦਾ ਵੱਟਾ। ਤੱਕੜੀ ਦੇ ਵਿੱਚ ਪਿਛਲੇ ਪਾਸੇ ਛਾਬੇ 'ਚ
4 ਮਾਸੇ ਦਾ ਵੱਟਾ ਟੰਕ ਰੱਖ ਕੇ ਤੇ ਤਰਾਜੀ ਜਿਹੜੀ ਬੁੱਧੀ ਦੀ ਤਰਾਜੀ ਤਕੜੀ ਆ ਨਾ, ਇਹਦੇ 'ਚ ਰੱਖ ਕੇ ਮੈਂ ਅੰਬਰ ਸਾਰੇ ਨੂੰ ਸਮਾਨ ਨੂੰ ਤੋਲ ਲਵਾਂ, ਭਾਵ ਸਾਰੇ ਸਮਾਨ ਤੱਕ ਮੇਰੀ ਪਹੁੰਚ ਹੋਵੇ ਤੇ ਪਹੁੰਚ ਕਰਦਿਆਂ ਬਹੁਤੀ ਦੇਰੀ ਨਾ ਲੱਗੇ। ਜਿਵੇਂ 4 ਮਾਸ ਦਾ ਵੱਟਾ, ਉਹਦੇ ਨਾਲ ਜਿਵੇਂ ਤੋਲੀ ਦਾ ਕਿਸੇ ਵਸਤੂ ਨੂੰ ਕੋਈ ਬਹੁਤਾ ਚਿਰ ਥੋੜ੍ਹਾ ਲੱਗਦਾ, ਭਾਵ ਥੋੜ੍ਹੀ ਜਿਹੀ ਸ਼ਕਤੀ ਵਰਤ ਕੇ ਸਾਰੇ ਅੰਬਰਾਂ ਸਮਾਨਾਂ ਤੱਕ ਮੇਰੀ ਪਹੁੰਚ ਹੋ ਜਾਏ। ਏਵੜ ਵਧਾ ਮਾਵਾ ਨਹੀਂ, ਇੱਥੇ ਵਧਾ ਨਹੀਂ ਪਾਠ ਕਰਨਾ, ਏਵੜ ਏਡਾ ਵੱਡਾ ਵੱਧ ਜਾਵਾਂ, ਭਾਵ ਮੈਂ ਸਰੀਰ ਨੂੰ ਏਡਾ ਵੱਡਾ ਵਧਾ ਲਵਾਂ ਭਈ ਮੈਂ ਜਿਵੇਂ ਸਮਾਨ 'ਤੇ ਕਿਤੇ ਮਾਵਾਂ ਸਮਾਵਾਂ ਹੀ ਨਾ। ਮਾਵਾਂ ਦਾ ਅਰਥ ਸਮਾਉਣਾ, ਮਿਉਣਾ, ਭਾਵ ਮੈਂ ਸਮਾਵਾਂ ਹੀ ਨਾ, ਏਡਾ ਵੱਡਾ ਹੋ ਜਾਵਾਂ। ਸਭ ਸੈ ਨੱਥ ਚਲਾਈ, ਸਾਰਿਆਂ ਜੀਆਂ ਨੂੰ ਨੱਥ ਕੇ ਅਧੀਨ ਕਰਕੇ ਅੱਗੇ ਲਾ ਕੇ ਮੈਂ ਤੋਰ ਲਵਾਂ। ਸਾਰੇ ਸੂਰਜ ਚੰਦਰਮਾ ਤਾਰੇ ਧਰਤੀ ਸਮਾਨ ਸਾਰੇ ਜੀਵ ਵੀ ਮੈਂ ਨੱਥ ਕੇ ਅਧੀਨ ਕਰਕੇ ਚਲਾ ਲਵਾਂ। ਏਤਾ ਤਾਣ ਹੋਵੈ ਮਨ ਅੰਦਰ ਕਰੀ ਭੇ ਆਖ ਕਰਾਈ, ਏਡਾ ਤਾਣ ਬਲ ਮੇਰੇ ਮਨ ਅੰਦਰ ਹੋਵੇ, ਸ਼ਕਤੀ ਹੋਵੇ ਕਿ ਮੈਂ ਜੋ ਚਾਹਾਂ ਕਰ ਸਕਾਂ। ਭੇ ਆਖ ਕਰਾਈ, ਭੇ ਬੌੜੋ ਫਿਰ ਮੈਂ ਹੋਰਨਾਂ ਜੀਆਂ ਨੂੰ ਵੀ ਆਖ ਕੇ ਜੋ ਮਰਜ਼ੀ ਕਰਾ ਸਕਾਂ, ਜੋ ਮੁੱਖੋਂ ਬੋਲਾਂ ਉਹੋ ਹੀ ਕਰਨ ਸਾਰੇ ਸ੍ਰਿਸ਼ਟੀ ਦੇ ਜੀਵ। ਪਰ ਜੇਵੜ ਸਾਹਿਬ ਤੇਵੜ ਦਾਤੀ ਦੇ ਦੇ ਕਰੇ ਰਜਾਈ, ਜਿੱਡਾ ਵੱਡਾ ਸਾਹਿਬ ਮਾਲਕ ਹੈ ਪ੍ਰਮਾਤਮਾ, ਉੱਡੀਆਂ ਵੱਡੀਆਂ ਉਹਦੀਆਂ ਮਹਾਨ ਦਾਤਾਂ ਹਨ ਤੇ ਦੇ ਦੇ ਕਰੇ ਰਜਾਈ। ਰਜਾਈ ਰਜਾ ਦਾ ਮਾਲਕ ਜੋ ਵਾਹਿਗੁਰੂ ਹੈ ਉਹ ਦੇਈ ਜਾਵੇ, ਸਾਰੀਆਂ ਦਾਤਾਂ ਦੇਈ ਜਾਵੇ। ਤਾਂ ਹਜ਼ੂਰ ਕਹਿੰਦੇ ਨੇ ਇਹ ਬਾਕੀ ਦਾਤਾਂ ਐਡੀਆਂ ਵੱਡੀਆਂ ਨਹੀਂ ਹੋਣਗੀਆਂ, ਇਹ ਤਾਂ ਵੀ ਮੈਂ ਐਡਾ ਵੱਡਾ ਕੋਈ ਮਹਾਨ ਨਹੀਂ ਬਣ ਜਾਵਾਂਗਾ। ਜੇ ਮੈਨੂੰ ਸਾਰੀਆਂ ਦਾਤਾਂ ਰੱਬ ਨੇ ਦਿੱਤੀਆਂ ਹੋਣ ਤਾਂ ਇਹ ਤੁੱਛ ਹੋਣਗੀਆਂ। ਵੱਡੀ ਦਾਤ ਕਿਹੜੀ ਆ? ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ। ਜੇ ਪਰਮਾਤਮਾ ਆਪਣੇ ਅੰਦਰੋਂ ਆਪਣੀ ਖੁਸ਼ੀ ਨਾਲ ਮਿਹਰ ਦੀ ਨਜ਼ਰ ਕਰੇ ਨਾ ਜਿਸ ਜੀਵ ਦੇ ਉੱਪਰ, ਤਾਂ ਉਹਨੂੰ ਸੱਚੇ ਨਾਮ ਰੂਪੀ ਵਡਿਆਈ ਬਖਸ਼ਦਾ ਹੈ। ਸੱਚਾ ਨਾਮ ਹੀ ਵੱਡੀ ਵਡਿਆਈ ਹੈ। ਹੋਰ ਸ਼ਕਤੀਆਂ ਜੀਆਂ ਵਾਸਤੇ ਕੋਈ ਅਹਿਮੀਅਤ ਨਹੀਂ ਰੱਖਦੀਆਂ। ਭਾਵੇਂ ਜੀਵ ਤਾਂ ਬੜਾ ਪਸੰਦ ਕਰਦੇ ਨੇ ਸ਼ਕਤੀਆਂ ਨੂੰ, ਤਾਕਤਾਂ ਨੂੰ, ਮਾਇਆ ਨੂੰ, ਪਦਾਰਥਾਂ ਨੂੰ, ਤੇ ਕਲਾ ਕੋਲ ਹੋਣ, ਸ਼ਕਤੀਆਂ ਹੋਣ, ਪਰ ਮਹਾਰਾਜ ਕਹਿੰਦੇ ਨਹੀਂ, ਕੁਛ ਵੀ ਨਹੀਂ ਹੈ, ਸਭ ਕੁਝ ਥੱਲੇ ਹੀ ਹੈ। ਵਾਹਿਗੁਰੂ ਦਾ ਸੱਚਾ ਨਾਮ ਜਿੰਨੀ ਵਡਿਆਈ ਰੱਖਦਾ ਇਹਦੇ ਬਰਾਬਰ ਹੋਰ ਕੁਛ ਨਹੀਂ। ਮਹੱਲਾ ਦੂਜਾ। ਸਤਿਗੁਰੂ ਅੰਗਦ ਦੇਵ ਮਹਾਰਾਜ ਬਚਨ ਫਰਮਾਉਂਦੇ ਨੇ, ਆਖਣ ਆਖ ਨਾ ਰੱਜਿਆ ਸੁਣਨ ਨਾ ਰੱਜੇ ਕੰਨ। ਮੂੰਹ ਜਿਹੜਾ ਹੈ ਆਖਣ ਵਾਲਾ, ਇਹ ਆਖ ਆਖ ਕੇ ਗੱਲਾਂ ਬੋਲ ਬੋਲ ਕੇ ਜੀਭ ਰਾਹੀਂ ਇਹ ਰੱਜਿਆ ਹੀ ਨਹੀਂ। ਮਨ ਗੱਲਾਂ ਕਰਦਾ, ਰੱਜਿਆ ਹੀ ਨਹੀਂ। ਸੁਣਨ ਨਾ ਰੱਜੇ ਕੰਨ, ਤੇ ਕੰਨ ਜਿਹੜੇ ਹਨ ਸੁਣ ਸੁਣ ਕੇ ਕਈ ਤਰ੍ਹਾਂ ਦੀ ਸਰੋਤ, ਕਈ ਦੁਨੀਆ ਦੀਆਂ ਗੱਲਾਂ, ਚੁਗਲੀ, ਨਿੰਦਿਆ, ਹੋਰ ਗੰਧਣ ਵੈਣ ਦੁਨੀਆ ਦੇ ਗੀਤ, ਕਈ ਕੁਝ ਸੁਣ ਸੁਣ ਕੇ ਕੰਨ ਵੀ ਨਹੀਂ ਰੱਜੇ। ਜਿਵੇਂ ਭਾਈ ਗੁਰਦਾਸ ਨੇ ਕਿਹਾ, ਅੱਖੀਂ ਦੇਖ ਨਾ ਰੱਜੀਆਂ ਬੋ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ। ਸਾਦੀ ਜੀਭ ਨਾ ਰੱਜੀਆ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਵਾਸੇ। ਫਿਰ ਅਖੀਰ ਤੇ ਭਾਈ ਸਾਹਿਬ ਕਹਿੰਦੇ ਨੇ, ਰੱਜ ਨਾ ਕੋਈ ਜੀਵਿਆ ਕੂੜੈ ਪ੍ਰਵਾਸੇ, ਪੀਰ ਮੁਰੀਦਾਂ ਪਿਰਹੜੀ ਸੱਚੀ ਰਹਿ ਰਾਸੇ। ਸੋ ਇਹਨਾਂ ਬਚਨਾਂ ਦੇ ਆਧਾਰ 'ਤੇ ਭਾਈ ਗੁਰਦਾਸ ਨੇ ਬਚਨ ਕਹੇ ਨੇ। ਹਜ਼ੂਰ ਕਹਿੰਦੇ ਨੇ, ਅੱਖੀ ਦੇਖ ਨਾ ਰੱਜੀਆਂ, ਅੱਖਾਂ ਵੇਖ ਵੇਖ ਕੇ ਦੁਨੀਆ ਦੇ ਰੰਗ ਤਮਾਸ਼ੇ ਨਹੀਂ ਰੱਜਦੀਆਂ ਹਨ। ਗੁਣ ਗਾਹਕ ਇੱਕ ਵੰਨ, ਇਹ ਜਿਹੜਾ ਇੱਕ ਇੱਕ ਇੰਦਰਾ ਹੈ ਨਾ, ਇਹਨਾਂ ਦਾ ਇੱਕ ਇੱਕ ਵਿਸ਼ਾ ਹੈ, ਰਸ। ਗੁਣ ਗਾਹਕ ਇੱਕ ਇੱਕ ਰਸ ਦੇ ਗਾਹਕ ਹਨ। ਇਹ ਇੱਕ ਇੱਕ ਵੰਨੀ ਦੇ ਇੰਦਰੇ ਜਿਹੜੇ, ਸੋ ਇੱਕ ਇੱਕ ਰੰਗ ਹੈ ਇਹਨਾਂ ਨੂੰ। ਵਨ ਨਾਮ ਰੰਗ ਦਾ, ਇੱਕੋ ਇੱਕ ਰੰਗ ਹੈ ਇਹਨਾਂ ਨੂੰ, ਅਤੇ ਆਪੋ ਆਪਣੇ ਰੰਗ ਦੇ ਰਸ ਦੇ ਗਾਹਕ ਹਨ ਬਣੇ ਹੋਏ। ਜਿਵੇਂ ਜੀਭ ਜਿਹੜੀ ਹੈ ਇਹ ਸ਼ਬਦ ਰਸ ਹੈ ਨੂੰ ਬੋਲਣ ਦਾ, ਅਤੇ ਕੰਨਾਂ ਨੂੰ ਸਰੋਤ ਹੈ ਸੁਣਨ ਦਾ ਰਸ ਹੈ, ਅਤੇ ਅੱਖਾਂ ਨੂੰ ਵੇਖਣ ਦਾ ਰਸ ਹੈ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਵੀ ਇਸ ਤਰ੍ਹਾਂ ਆਪੋ ਆਪਣੇ ਰਸਾਂ ਦੇ ਗਾਹਕ ਬਣੇ ਹੋਏ ਇੱਕ ਇੱਕ ਰੰਗ ਦੇ ਇਹ ਜਿਹੜੇ ਇੰਦਰੇ ਨੇ। ਭੁੱਖਿਆ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਅਤੇ ਜਿਹੜੇ ਜੀਵ ਤ੍ਰਿਸ਼ਨਾ ਵਿੱਚ ਗਲਤਾਨ ਹਨ, ਪਦਾਰਥਾਂ ਦੀ ਭੁੱਖ ਜਿਨ੍ਹਾਂ ਦੀ ਮਿਟਦੀ ਨਹੀਂ ਹੈ, ਬਹੁਤ ਜ਼ਿਆਦਾ ਭੁੱਖੇ ਤ੍ਰਿਸ਼ਨਾਲੂ ਜੋ ਹਨ, ਉਹਨਾਂ ਦੀ ਭੁੱਖ ਨਹੀਂ ਉਤਰਦੀ। ਜੇ ਉਹਨਾਂ ਨੂੰ ਬੜਾ ਉਪਦੇਸ਼ ਦੇਈਏ, ਜਿੰਨਾ ਸਮਝਾਈਏ, ਤਾਂ ਗੱਲਾਂ ਨਾਲ, ਉਪਦੇਸ਼ ਨਾਲ, ਸਿੱਖਿਆ ਨਾਲ ਉਹਨਾਂ ਦੀ ਭੁੱਖ ਨਹੀਂ ਜਾਂਦੀ ਹੈ। ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਫਿਰ ਮਹਾਰਾਜ ਕਿਵੇਂ ਭੁੱਖਾ ਜੀਵ, ਤ੍ਰਿਸ਼ਨਾਲੂ ਜੀਵ ਕਿਵੇਂ ਤ੍ਰਿਪਤ ਹੋ ਸਕਦਾ ਜੀ, ਕਿਵੇਂ ਰੱਜ ਸਕਦਾ? ਤਾਂ ਮਹਾਰਾਜ ਕਹਿੰਦੇ, ਜੇ ਫਿਰ ਗੁਣ ਕਹਿ ਕੇ ਨਾ ਪਰਮਾਤਮਾ ਦੇ ਗੁਣਾਨਵਾਦ ਨੂੰ ਗਾ ਕੇ ਸਿਫਤਾਂ ਕਰ ਕਰਕੇ ਵਾਹਿਗੁਰੂ ਦੀਆਂ ਖੂਬੀਆਂ ਬਿਆਨ ਕਰਦਾ ਹੋਇਆ ਮਨੋ ਹੋ ਕੇ, ਫਿਰ ਗੁਣੀ ਪਰਮਾਤਮਾ ਜੋ ਗੁਣਾਂ ਦਾ ਮਾਲਕ ਹੈ ਉਹਦੇ ਵਿੱਚ ਹੀ ਸਮਾ ਜਾਏ, ਲੀਨ ਹੀ ਹੋ ਜਾਏ ਪਰਮਾਤਮਾ ਦੇ ਜਸ ਵਿੱਚ, ਉਹਦੀਆਂ ਖੂਬੀਆਂ, ਉਹਦੇ ਗੁਣਾਂ 'ਚ, ਅਤੇ ਤਾਂ ਫਿਰ ਇਹ ਪਦਾਰਥਾਂ ਦੀ ਭੁੱਖ ਵੱਲੋਂ ਇਹ ਭੁੱਖਾ ਜੀਵ ਰੱਜ ਸਕਦਾ ਹੈ।
ਪੌੜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਚਨ ਫਰਮਾਉਂਦੇ ਨੇ, ਵਿਣ ਸੱਚੇ ਸਭ ਕੂੜ, ਸੱਚੇ ਅਕਾਲ ਪੁਰਖ ਪਰਮਾਤਮਾ ਤੋਂ ਬਗੈਰ ਸਭ ਕੁਝ ਕੂੜ ਝੂਠ ਹੀ ਹੈ। ਨਾਨਕ ਬਖਾਣਾ ਬੇਨਤੀ ਤੁਧ ਬਾਝ ਕੂੜੋ ਕੂੜ। ਆਸਾ ਦੀ ਵਾਰ 'ਚ ਕਹਿੰਦੇ ਹਨ ਸਤਿਗੁਰੂ। ਸੱਚੇ ਅਕਾਲ ਪੁਰਖ ਤੇ ਉਸਦੇ ਸੱਚੇ ਨਾਮ ਤੋਂ ਬਗੈਰ ਸਭ ਕੁਛ ਕੂੜ ਝੂਠ ਹੈ, ਕੂੜ ਕਮਾਈ ਹੈ। ਹੋਰ ਜੋ ਕੁਝ ਵੀ ਕਰਨਾ ਸੱਚ ਨੂੰ ਛੱਡ ਕੇ ਕੂੜ ਹੀ ਕਮਾਈ ਦਾ ਹੈ, ਝੂਠ ਹੀ ਕਮਾਈ ਦਾ ਸਾਰੇ ਜੀਵਨ ਵਿੱਚ। ਵਿਣ ਸੱਚੇ ਕੂੜਿਆਰ ਬੰਨ ਚਲਾਈ ਹੈ। ਬਿਨਾਂ ਸੱਚੇ ਅਕਾਲ ਪੁਰਖ ਨਾਲ ਜੁੜਨ ਤੋਂ ਜਿਹੜਾ ਜੀਵ ਹੈ ਇਹ ਕੂੜਿਆਰ ਝੂਠਾ ਹੈ। ਅਤੇ ਜਿਹੜੇ ਕੂੜਿਆਰ ਜੀਵ ਨੇ ਉਹ ਬੰਨ੍ਹ ਕੇ ਜਮਾਂ ਵੱਲੋਂ ਅੱਗੇ ਲਾ ਕੇ ਚਲਾਏ ਜਾਂਦੇ, ਤੁਰੇ ਜਾਂਦੇ ਹਨ। ਵਿਣ ਸੱਚੇ ਤਨ ਛਾਰ, ਸੱਚੇ ਅਕਾਲ ਪੁਰਖ ਦੇ ਨਾਮ ਤੋਂ ਬਗੈਰ ਜਿਹੜਾ ਸਾਡਾ ਤਨ ਹੈ ਨਾ, ਸਰੀਰ, ਇਹ ਛਾਰ ਮਿੱਟੀ ਰੂਪ ਹੈ, ਖਾਕ ਰੂਪ ਹੈ, ਭਸਮ ਰੂਪ ਹੈ। ਛਾਰ ਰਲਾਈ ਹੈ, ਅਖੀਰ ਨੂੰ ਛਾਰ ਸਵਾਜ ਹੀ ਰਲ ਜਾਣਾ, ਕੰਮ ਨਾ ਆਇਆ, ਸਫਲਾ ਨਾ ਹੋਇਆ। ਵਿਣ ਸੱਚੇ ਸਭ ਭੁੱਖ ਜੇ ਪਹਿਜੈ ਖਾਈ ਹੈ। ਵਾਹਿਗੁਰੂ ਦੇ ਸੱਚੇ ਨਾਮ ਤੋਂ ਬਗੈਰ ਸਾਰੀ ਜਿਹੜੀ ਪਦਾਰਥਾਂ ਦੀ ਭੁੱਖ ਹੈ, ਸੱਚੇ ਨਾਮ ਦੀ ਭੁੱਖ ਨਹੀਂ ਹੈ। ਬਾਕੀ ਸਾਰੀ ਭੁੱਖ ਲੱਗੀ ਪਦਾਰਥਾਂ ਦੀ, ਉਹ ਭੁੱਖ ਤ੍ਰਿਸ਼ਨਾ ਹੀ ਤ੍ਰਿਸ਼ਨਾ ਹੈ। ਜੇ ਪਹਿਜੈ, ਜਿੰਨਾ ਮਰਜ਼ੀ ਪਹਿਨੀ ਜਾਈਏ ਵਸਤਰਾਂ ਨੂੰ, ਜਿੰਨਾ ਮਰਜ਼ੀ ਆਨਾ ਅਨਾਜ ਵੱਖਰੇ ਵੱਖਰੇ ਸਵਾਦਿਕ ਭੋਜਨ ਛਕੀ ਜਾਈਏ, ਵਾਹਿਗੁਰੂ ਦੇ ਸੱਚੇ ਨਾਮ ਤੋਂ ਬਗੈਰ ਭੁੱਖ ਹੀ ਬਣੀ ਰਹੇਗੀ। ਵਿਣ ਸੱਚੇ ਦਰਬਾਰ ਕੂੜ ਨਾ ਪਾਈ ਹੈ। ਬਿਨਾਂ ਸੱਚੇ ਦਰਬਾਰ ਸਤਸੰਗਤ ਤੋਂ ਕੂੜ ਝੂਠ ਦੇ ਆਸਰੇ ਹੋ ਕੇ ਨਹੀਂ ਵਾਹਿਗੁਰੂ ਦੇ ਦਰਗਾਹ ਵਿੱਚ ਸਤਿਕਾਰ ਨਾਲ ਬੈਠਣਾ ਪ੍ਰਾਪਤ ਹੁੰਦਾ, ਨਹੀਂ ਸੱਚ ਦੀ ਪ੍ਰਾਪਤੀ ਹੁੰਦੀ, ਨਹੀਂ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੁੰਦੀ, ਜੀਵਨ ਦਾ ਲਕਸ਼ ਨਹੀਂ ਪ੍ਰਾਪਤ ਹੋ ਸਕਦਾ। ਵਿਣ ਸੱਚੇ ਦਰਬਾਰ ਕੂੜ ਨਾ ਪਾਈ, ਇਹ ਵੀ ਅਰਥ ਕੀਤਾ ਹੈ ਵੀ ਕੂੜ ਦੁਆਰਾ ਉਸ ਪਰਮਾਤਮਾ ਦੇ ਦਰਬਾਰ ਵਿੱਚ ਜਾਣਾ ਨਹੀਂ ਪ੍ਰਾਪਤ ਹੁੰਦਾ। ਕੂੜਾ ਲਾਲਚ ਲੱਗ ਮਹਿਲ ਖਵਾਈ ਹੈ। ਝੂਠੇ ਪਦਾਰਥਾਂ ਦੇ ਝੂਠੇ ਲਾਲਚ ਵਿੱਚ ਲੱਗ ਕੇ ਅਤੇ ਜੋ ਮਹਿਲ ਹੈ ਵਾਹਿਗੁਰੂ ਦਾ ਜਿਹੜਾ ਦਰਬਾਰ ਹੈ, ਉਹ ਜਿਹੜੀ ਉਹਦੀ ਜਗ੍ਹਾ ਸਰੂਪ ਰੂਪੀ ਮਹੱਲਾ ਹੈ, ਉਹ ਖਵਾ ਲਈਦਾ, ਗਵਾ ਲਈਦਾ ਹੈ। ਭਾਵ ਵਾਹਿਗੁਰੂ ਦੇ ਚਰਨਾਂ 'ਚ ਬੈਠਣਾ, ਹਜ਼ੂਰੀ 'ਚ ਬੈਠਣਾ ਗਵਾ ਲਈਦਾ, ਨਹੀਂ ਮਿਲਦਾ। ਸਭ ਜਗ ਠੱਗਿਓ ਠੱਗ ਆਈਐ ਜਾਈਐ। ਜਿਹੜਾ ਸੰਸਾਰ ਦਾ ਧੰਦਾ ਰੂਪੀ ਠੱਗ ਹੈ ਨਾ, ਉਸ ਠੱਗ ਨੇ ਸਾਰਾ ਜਗਤ ਹੀ ਠੱਗ ਲਿਆ, ਜਾਂ ਵਕਾਰਾਂ ਰੂਪੀ ਠੱਗਾਂ ਨੇ ਸਾਰਾ ਜਗਤ ਠੱਗਿਆ ਹੋਇਆ। ਇਸ ਕਰਕੇ ਆਈਐ ਜਾਈਐ, ਆਈਦਾ ਅਤੇ ਜਾਈਦਾ ਹੈ। ਭਾਵ ਜੰਮਣਾ ਮਰਨਾ, ਆਵਣ ਜਾਵਣ, ਜੰਮਣਾ ਮਰਨਾ, ਇਹ ਸਾਰਾ ਗਲ ਪਿਆ ਰਹਿੰਦਾ। ਤਨ ਮਹਿ ਤ੍ਰਿਸ਼ਨਾ ਅੱਗ ਸ਼ਬਦ ਬੁਝਾਈ ਹੈ। ਸਾਡੇ ਤਨ ਮਨ ਦੇ ਅੰਦਰ, ਤਨ ਦਾ ਅਰਥ ਇੱਥੇ ਇੰਦਰੇ ਹਨ, ਵੀ ਜਿਹੜਾ ਇੰਦਰੀਆਂ ਦਾ ਬਣਿਆ ਹੋਇਆ ਤਨ ਹੈ ਨਾ, ਸੂਖਮ ਸਰੀਰ, ਇਹਦੇ ਅੰਦਰ ਤ੍ਰਿਸ਼ਨਾ ਦੀ, ਵਿਕਾਰਾਂ ਦੀ ਅੱਗ ਲੱਗੀ ਹੋਈ ਹੈ। ਅਤੇ ਬੁਝ ਕਿਵੇਂ ਸਕਦੀ ਹੈ ਜੀ? ਗੁਰੂ ਦੇ ਸ਼ਬਦ ਨਾਲ ਮਨ ਜੁੜ ਜਾਏ ਅਤੇ ਫਿਰ ਇਹਨਾਂ ਵਿਕਾਰਾਂ ਦੀ ਅੱਗ ਬੁਝ ਜਾਂਦੀ, ਬੁਝਾ ਲਈਦੀ ਹੈ ਗੁਰੂ ਦੇ ਸ਼ਬਦ ਰਾਹੀਂ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਫਰਮਾ ਰਹੇ ਨੇ, ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ। ਮਹਾਂਪੁਰਸ਼ਾਂ ਅਰਥ ਕੀਤਾ ਵੀ ਇੱਥੇ ਗੁਰੂ ਅਕਾਲ ਪੁਰਖ ਨੂੰ ਕਿਹਾ, ਕਿਉਂਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਗੁਰੂ ਅਕਾਲ ਪੁਰਖ ਜੀ ਹਨ। ਤਤ ਨਿਰੰਜਨ ਜੋਤ ਸਬਾਈ ਸੋਹੰ ਭੇਦ ਨਾ ਕੋਈ ਜੀਓ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਹਜ਼ੂਰ ਫਰਮਾਉਂਦੇ ਨੇ ਕਿ ਜਿਹੜੇ ਗੁਰੂ ਸਾਹਿਬ ਹਨ ਨਾ, ਉਹ ਸੰਤੋਖ ਦਾ ਹੀ ਸਰੂਪ ਨੇ। ਅਕਾਲ ਪੁਰਖ ਜੀ ਨੂੰ ਕਿਸੇ ਤਰ੍ਹਾਂ ਦੀ ਕੋਈ ਤਮਾ ਨਹੀਂ ਹੈ, ਲਾਲਸਾ ਨਹੀਂ। ਇਸੇ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਸਾਡੇ ਵਾਸਤੇ ਅਕਾਲ ਪੁਰਖ ਸਰੂਪ ਹੀ ਹਨ, ਸੰਤੋਖ ਸਰੂਪ ਹੀ ਹਨ। ਮਾਨੋ ਗੁਰੂ ਇੱਕ ਸੰਤੋਖ ਦਾ ਰੁੱਖ ਹੈ ਅਤੇ ਧਰਮ ਫੁੱਲ ਫਲ ਗਿਆਨ। ਜਿਹੜੇ ਧਰਮੀਆਂ ਵਾਲੇ ਗੁਣ ਹਨ, ਸੋ ਧਰਮ ਜਿਹੜਾ ਸਤ, ਸੰਤੋਖ, ਦਇਆ, ਖਿਮਾ, ਸ਼ਾਂਤੀ, ਪ੍ਰੇਮ, ਭਾਵਨੀ, ਇਹ ਇਤਿਆਦਿਕ ਜਿਹੜੇ ਗੁਣ ਨੇ, ਇਹ ਗੁਣਾਂ ਦਾ ਨਾਮ ਹੀ ਧਰਮ ਹੈ। ਸੋ ਇਸ ਪ੍ਰਕਾਰ ਰੂਹਾਨੀਅਤ ਸਿਖਰ ਹੈ ਅਤੇ ਉਹਦੀ ਅੰਸ਼ੀ ਇਹ ਸ਼ੁਭ ਗੁਣ ਹਨ। ਸੋ ਇਸ ਪ੍ਰਕਾਰ ਧਰਮ ਫੁੱਲ ਹੈ ਅਤੇ ਫਲ ਗਿਆਨ। ਜਿਹੜਾ ਆਤਮ ਗਿਆਨ ਹੈ ਇਹ ਫਲ ਲੱਗਾ ਹੋਇਆ। ਇਹ ਗੁਰੂ ਸਾਹਿਬ ਦੇ ਪਾਸ ਫਲ, ਰੁੱਖ ਨੂੰ ਫਲ ਲੱਗਦੇ ਨੇ ਨਾ, ਇਹ ਗਿਆਨ ਦਾ ਫਲ ਸਤਿਗੁਰੂ ਮਹਾਰਾਜ ਦੇ ਪਾਸ ਹੈ। ਰਸ ਰਸਿਆ ਹਰਿਆ ਸਦਾ, ਪ੍ਰੇਮ ਜਲ ਨਾਲ ਰਸਿਆ ਹੋਇਆ ਇਹ ਜਿਹੜਾ ਬਿਰਛ ਹੈ, ਗੁਰੂ ਸਾਹਿਬ ਬਿਰਛ ਹੈ, ਹਰਿਆ ਹੀ ਸਦਾ ਰਹਿੰਦਾ, ਕਦੇ ਸੁੱਕਦਾ ਨਹੀਂ। ਪੱਕਾ ਕਰਮ ਧਿਆਨ ਜਿਹੜਾ ਫਲ ਹੈ ਗਿਆਨ ਦਾ, ਇਹ ਕਰਮ ਵਾਹਿਗੁਰੂ ਦੀ ਬਖਸ਼ਿਸ਼ ਨਾਲ ਅਤੇ ਵਾਹਿਗੁਰੂ ਵੱਲ ਧਿਆਨ ਜੁੜਿਆ ਰਹਿਣ ਨਾਲ ਇਹ ਪੱਕਦਾ ਫਲ। ਜਿਹੜਾ ਕੋਈ ਵੀ ਸਿੱਖ ਇਹ ਫਲ ਪ੍ਰਾਪਤ ਕਰਨਾ ਚਾਹੇ, ਪੱਕਾ ਹੋਇਆ ਫਲ,
ਤੇ ਇਹ ਵਾਹਿਗੁਰੂ ਦੀ ਬਖਸ਼ਿਸ਼ ਨਾਲ ਧਿਆਨ ਜਦੋਂ ਵਾਹਿਗੁਰੂ ਵੱਲ ਜੁੜਿਆ ਰਹਿੰਦਾ ਫਿਰ ਇਹ ਪੱਕ ਜਾਂਦਾ ਹੈ। ਪੱਤ ਕੇ ਸਾਧ ਖਾਂਦਾ ਲਹਿ ਦਾਨਾ ਕੈ ਸਿਰ ਦਾਨ। ਜਿਹੜਾ ਇਸ ਫਲ ਨੂੰ ਖਾਂਦਾ ਨਾ, ਗਿਆਨ ਰੂਪੀ ਫਲ ਤੱਕ ਜਿਹੜਾ ਪਹੁੰਚ ਜਾਂਦਾ ਖਾਣ ਤੱਕ, ਉਹ ਪਤ ਪਰਮੇਸ਼ਰ ਅਕਾਲ ਪੁਰਖ ਦੀ ਪ੍ਰਾਪਤੀ ਦਾ ਜਿਹੜਾ ਆਨੰਦ ਹੈ ਉਹਦੇ ਸਵਾਦ ਨੂੰ ਲਹਿ ਮੈਨੇ ਪ੍ਰਾਪਤ ਕਰਦਾ ਹੈ। ਦਾਨਾ ਕੈ ਸਿਰ ਦਾਨ। ਪਰਮਾਤਮਾ ਦੇ ਦਾਤਾਂ ਵਿੱਚੋਂ ਸ਼੍ਰੋਮਣੀ ਦਾਤ ਇਹ ਹੈ। ਦਾਨਾ ਸਿਰ ਸ਼੍ਰੋਮਣੀ ਦਾਨ ਹੈ ਵਾਹਿਗੁਰੂ ਦਾ, ਜਿਹਨੂੰ ਮਿਲ ਜਾਏ ਇਹ ਦਾਤ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਹੋਰ ਬਚਨ ਫਰਮਾਉਂਦੇ ਨੇ, ਸੋਇਨੇ ਕਾ ਬਿਰਖ ਪੱਤ ਪਰਵਾਲਾ ਫੁੱਲ ਜਵੇ ਹਰ ਲਾਲ। ਸਤਿਗੁਰੂ ਮਹਾਰਾਜ ਜੀ ਮਾਨੋ ਸੋਨੇ ਦਾ ਬਿਰਸ਼ ਹਨ, ਸੋਨੇ ਦਾ ਬਿਰਸ਼, ਤੇ ਬਿਰਸ਼ ਨੂੰ ਪੱਤਰੇ ਹੁੰਦੇ ਨੇ, ਪੱਤ ਉਹ ਕਿਹੜੇ ਹਨ? ਪਰਵਾਲਾ, ਮੂੰਗਾ, ਮੂੰਗਾ ਵੀ ਕਹਿੰਦੇ ਨੇ ਇਸ ਨੂੰ, ਪਰਵਾਲਾ ਵੀ। ਜਿਵੇਂ ਹੀਰੇ, ਲਾਲ, ਪੰਨੇ, ਜਵਾਹਰਾਤ, ਰਤਨ ਆਦਿਕ ਹਨ ਨਾ, ਹੀਰਿਆਂ ਦੀ ਕਿਸਮ ਸਾਰੀ, ਇਹ ਵੱਖਰੀਆਂ ਵੱਖਰੀਆਂ ਕਿਸਮਾਂ ਹੀਰਿਆਂ ਦੀਆਂ। ਇਸੇ ਤਰ੍ਹਾਂ ਇੱਕ ਪਰਵਾਲਾ ਮੂੰਗਾ ਹੁੰਦਾ ਹੈ। ਤਾਂ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਸ਼ੁਭ ਗੁਣਾ ਰੂਪੀ ਪਰਵਾਲੇ ਮੂੰਗਿਆਂ ਵਰਗੇ ਪੱਤ ਪੱਤਰ ਹਨ ਇਸ ਬਿਰਸ਼ ਦੇ, ਫੁੱਲ ਜਿਵੇਂ ਹਰ ਲਾਲ। ਅਤੇ ਇਸੇ ਪ੍ਰਕਾਰ ਜਵਾਹਰਾਤ ਅਤੇ ਲਾਲਾਂ ਦੀ ਨਿਆਈ ਫੁੱਲ ਹੈ ਧਰਮ ਦਾ ਸਤਿਗੁਰੂ ਮਹਾਰਾਜ ਦੇ ਪਾਸ, ਅਥਵਾ ਜਿਹੜੇ ਮਹਾਵਾਕ ਹਨ, ਪਵਿੱਤਰ ਵਾਕ ਹਨ ਸਤਿਗੁਰਾਂ ਦੇ, ਇਹ ਲਾਲਾਂ ਜਵਾਹਰਾਂ ਦੀ ਨਿਆਈ ਫੁੱਲ ਲੱਗੇ ਹੋਏ ਹਨ ਗੁਰੂ ਸਾਹਿਬ ਰੂਪੀ ਬਿਰਸ਼ ਨੂੰ। ਤਿੱਤ ਫਲ ਰਤਨ ਲੱਗਾ ਹੈ ਮੁਖ ਭਾਖਤ ਹਿਰਦੈ ਹਿਰਦੈ ਨਿਹਾਲ। ਅਤੇ ਇਸੇ ਤਰ੍ਹਾਂ ਤਿੱਤ ਰੁੱਖ ਦੇ ਤਾਈਂ ਜਿਹੜੇ ਫਲ ਲੱਗਦੇ ਹਨ ਉਹ ਰਤਨਾਂ ਦੀ ਨਿਆਈ ਸੱਚੇ ਪਾਤਸ਼ਾਹ ਦੇ ਕੋਲ ਵਿਰਾਗ ਆਦਿਕ ਵਾਲੇ ਜਿਹੜੇ ਬਚਨ ਹਨ, ਅਥਵਾ ਗਿਆਨ ਵਾਲੇ ਜਿਹੜੇ ਬਚਨ ਸਤਿਗੁਰੂ ਉਪਦੇਸ਼ ਦਿੰਦੇ ਨੇ, ਅਸਰਦਾਇਕ ਜਿਹੜਾ ਉਪਦੇਸ਼ ਹੈ ਹਜ਼ੂਰ ਦੇ ਮੁੱਖ ਵਾਕ ਬਚਨ ਜਿਹੜੇ ਹਨ ਉਹ ਰਤਨਾਂ ਦੀ ਨਿਆਈ ਫਲ ਲੱਗੇ ਹੋਏ ਹਨ। ਮੁੱਖ ਭਾਖਤ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮੁੱਖ ਤੋਂ ਭਾਖਤ ਉਚਾਰਦੇ ਹਨ, ਹਿਰਦੈ ਹਿਰਦੈ ਨਿਹਾਲ। ਅਤੇ ਜਿਹੜਾ ਉਹਨਾਂ ਬਚਨਾਂ ਨੂੰ ਧਾਰਨ ਕਰਦਾ ਹੈ ਉਹ ਆਪਣੇ ਹਿਰਦੇ ਕਰਕੇ ਨਿਹਾਲ ਹੋ ਜਾਂਦਾ, ਉਹਦਾ ਹਿਰਦਾ ਨਿਹਾਲ ਹੋ ਜਾਂਦਾ। ਅਥਵਾ ਸਤਿਗੁਰੂ ਮਹਾਰਾਜ ਹਿਰਦੇ ਵਿੱਚ ਸਦਾ ਨਿਹਾਲ ਖਿੜੇ ਰਹਿੰਦੇ ਹਨ, ਦੁੱਖਾਂ ਤੋਂ ਰਹਿਤ ਹਨ ਸੱਚੇ ਪਾਤਸ਼ਾਹ। ਅਤੇ ਮੁੱਖ ਤੋਂ ਰਤਨਾਂ ਵਰਗੇ ਜਿਹੜੇ ਬਚਨ ਉਚਾਰਨ ਕਰਦੇ ਹਨ ਨਾ ਵਿਰਾਗ ਅਤੇ ਗਿਆਨ ਦੇ, ਇਹ ਫਲ ਹਨ। ਨਾਨਕ ਕਰਮ ਹੋਵੈ ਮੁਖ ਮਸਤਕ ਲਿਖਿਆ ਹੋਵੈ ਲੇਖ। ਗੁਰੂ ਸਾਹਿਬ ਦੇ ਪਾਸੋਂ ਇਹ ਕਿਹਨਾਂ ਨੂੰ ਪ੍ਰਾਪਤ ਹੁੰਦੇ ਆ ਇਹ ਫੁੱਲ ਅਤੇ ਫਲ? ਹਜ਼ੂਰ ਕਹਿੰਦੇ ਨੇ ਜਿਨ੍ਹਾਂ ਦੇ ਮੁਖ ਮਸਤਕ 'ਤੇ, ਮੂੰਹ ਮੱਥੇ 'ਤੇ ਲਿਖਿਆ ਹੋਇਆ ਲੇਖ, ਆਪਣੇ ਕਰਮਾਂ ਮੁਤਾਬਕ ਪੂਰਬਲੇ ਜਨਮਾਂ ਦੇ ਨਿਸ਼ਕਾਮ ਕਰਮਾਂ ਕਰਕੇ ਜਿਸ ਪਰਮਾਤਮਾ ਨੇ ਉਹਨਾਂ ਦੇ ਮੂੰਹ ਮੱਥੇ 'ਤੇ ਇਹ ਲੇਖਣੀ ਲਿਖੀ ਹੁੰਦੀ, ਲਿਖਤਾਕਾਰ ਲੇਖ ਲਿਖਿਆ ਹੁੰਦਾ, ਉਹਨੂੰ ਇਹ ਪ੍ਰਾਪਤ ਹੁੰਦਾ ਹੈ। ਉਹਦੇ 'ਤੇ ਕਰਮ ਬਖਸ਼ਿਸ਼ ਹੁੰਦੀ ਹੈ ਵਾਹਿਗੁਰੂ ਜੀ ਦੀ। 68 ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖ। 68 ਤੀਰਥਾਂ ਤੋਂ ਸ਼੍ਰੋਮਣੀ ਸਤਿਗੁਰੂ ਮਹਾਰਾਜ ਦੇ ਚਰਨ ਨੇ, ਅਤੇ ਗੁਰੂ ਦੇ ਚਰਨਾਂ ਨੂੰ 68 ਤੀਰਥਾਂ ਤੋਂ ਵਿਸੇਖ ਵਿਸ਼ੇਸ਼ ਕਰਕੇ ਵਿਸ਼ੇਸ਼ਤਾ ਦੇ ਕੇ ਉਹ ਸਦਾ ਵਾਸਤੇ ਪੂਜਦਾ ਹੈ ਸਤਿਗੁਰੂ ਦੇ ਚਰਨਾਂ ਨੂੰ। ਇਸ ਤਰ੍ਹਾਂ ਉਹ ਜੀਵ ਜਿਹੜਾ ਸਿੱਖ ਹੈ ਜਗਿਆਸੂ ਕਲਿਆਣ ਨੂੰ ਪ੍ਰਾਪਤ ਹੁੰਦਾ। ਹੁਣ ਮਹਾਰਾਜ ਕਹਿੰਦੇ ਨੇ ਹੰਸ ਹੇਤ ਲੋਭ ਕੋਭ ਚਾਰੇ ਨਦੀਆਂ ਅੱਗ। ਜੇ ਗੁਰੂ ਸਾਹਿਬ ਤੋਂ ਮੁੱਖ ਮੋੜਿਆ ਹੋਇਆ ਨਾ ਅਤੇ ਇਹ ਸੰਸਾਰ ਦੇ ਵਿੱਚ 4 ਅੱਗ ਦੀਆਂ ਨਦੀਆਂ ਵਗ ਰਹੀਆਂ। ਹੰਸ ਨਿਰਦਇਆ, ਹਿੰਸਾ, ਜੀਆਂ ਦਾ ਕਤਲੇਆਮ ਕਰਨਾ, ਕਠੋਰਤਾ ਹੋਣੀ। ਨਿਰਦਇਆ ਇਹ ਇੱਕ ਨਦੀ ਹੈ। ਹੇਤ ਮੋਹ ਜਿਹੜਾ ਕੁਝ ਸਰੀਰਾਂ ਨਾਲ ਸੰਬੰਧੀਆਂ ਨਾਲ, ਇਹ ਦੂਜੀ ਨਦੀ ਹੈ। ਅਤੇ ਲੋਭ ਲਾਲਚ ਹੈ ਜਿਹੜਾ ਪਦਾਰਥਾਂ ਨੂੰ ਜਮ੍ਹਾਂ ਕਰਨ ਦਾ, ਜੋ ਮੁੱਕਦਾ ਹੀ ਨਹੀਂ ਵੱਧਦਾ ਹੀ ਜਾਂਦਾ, ਇਹ ਵੀ ਇੱਕ ਨਦੀ ਹੈ। ਅਤੇ ਕੋਪ ਜਿਹੜਾ ਕ੍ਰੋਧ ਹੈ, ਕ੍ਰੋਧ, ਇਹ ਅੱਗ ਦੀਆਂ 4 ਨਦੀਆਂ ਵਗ ਰਹੀਆਂ ਹਨ। ਪਵਾ ਹੈ ਦੱਜ ਹੈ ਨਾਨਕਾ, ਬਹੁਵਚਨ ਬਚਨ ਹਨ ਕਿ ਜਿਹੜੇ ਇਹਨਾਂ ਨਦੀਆਂ 'ਚ ਪੈਂਦੇ ਹਨ, ਭਾਵ ਜਿਨ੍ਹਾਂ ਅੰਦਰ ਇਹ ਚਾਰੇ ਔਗਣ ਨੇ ਨਾ, ਹੰਸ ਹੇਤ ਲੋਭ ਕੋਪ, ਜਿਹੜੇ ਇਹਨਾਂ ਨਦੀਆਂ 'ਚ ਪੈ ਜਾਂਦੇ ਦੱਜਾ ਹੈ ਮੈਨੇ ਸੜ ਜਾਂਦੇ ਹਨ। ਸਤਿਗੁਰੂ ਜੀ ਕਹਿੰਦੇ ਨੇ ਤਰੀਆ ਕਰਮੀ ਲੱਗ। ਫਿਰ ਮਹਾਰਾਜ ਤਰਿਆ ਕਿਸ ਤਰ੍ਹਾਂ ਜਾ ਸਕਦਾ ਇਹਨਾਂ ਨਦੀਆਂ ਤੋਂ? ਤਾਂ ਹਜ਼ੂਰ ਕਹਿੰਦੇ ਨੇ ਕਰਮੀ ਨਿਸ਼ਕਾਮ ਕਰਮਾਂ 'ਚ ਲੱਗ ਕੇ, ਕਰਮੀ ਵਾਹਿਗੁਰੂ ਦੀ ਬਖਸ਼ਿਸ਼ ਨਾਲ ਜੁੜ ਕੇ ਹੀ ਤਰਿਆ ਜਾ ਸਕਦਾ। ਪੌੜੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਫਰਮਾਉਂਦੇ ਨੇ, ਜੀਵਦਿਆ ਮਰ ਮਾਰ ਨਾ ਪਛੋਤਾਈ ਹੈ। ਜੇ ਜਿਉਂਦਿਆਂ ਹੀ ਮਰ ਜਾਈਏ ਜੀਵਤ ਭਾਵ ਤੋਂ, ਅਤੇ ਮਾਰ ਲਈਏ ਆਪਣੇ ਮਨ ਨੂੰ, ਨਾ ਪਛੋਤਾਈ ਹੈ, ਫਿਰ ਪਛਤਾਵਾ ਨਹੀਂ ਕਰਨਾ ਪੈਂਦਾ। ਝੂਠਾ ਹੈ ਉਹ ਸੰਸਾਰ ਕਿਨ ਸਮਝਾਈ ਹੈ। ਮਹਾਰਾਜ ਕਹਿੰਦੇ ਸੰਸਾਰ ਬਿਲਕੁਲ ਝੂਠਾ ਹੈ, ਝੂਠ ਦਾ ਹੀ ਪੁਲੰਦਾ ਹੈ। ਇਹ ਨਾਸਵੰਤ ਹੈ ਨਾ, ਮਿਥਿਆ ਹੈ, ਝੂਠਾ ਹੈ। ਅਤੇ ਕਿਸੇ ਵਿਰਲੇ ਨੇ ਆਪਣੇ ਮਨ ਨੂੰ ਸਮਝਾਇਆ, ਆਪਣੇ ਆਪ ਨੂੰ ਸਮਝਾਇਆ ਵੀ ਇਹ ਸੰਸਾਰ ਝੂਠਾ ਹੈ। ਦੂਜਾ ਅਰਥ ਹੈ
ਝੂਠਾ ਇਹ ਸੰਸਾਰ ਕਿਨ ਸਮਝਾਈ ਹੈ। ਇਹ ਸੰਸਾਰ ਝੂਠਾ ਹੈ, ਪਰ ਇਹ ਗੱਲ, ਇਹ ਗਿਆਨ ਕਿਸ ਤਰ੍ਹਾਂ ਸਮਝਾਈਏ ਜੀਆਂ, ਕੋਈ ਸਮਝਦਾ ਹੀ ਨਹੀਂ ਹੈ। ਸੱਚ ਨਾ ਧਰੇ ਪਿਆਰ ਧੰਦਾ ਧਾਈ ਹੈ। ਦਿਨ ਰਾਤ ਇਸ ਸੰਸਾਰ ਦੇ ਜੀਵ ਧੰਦਿਆਂ ਵਿੱਚ ਹੀ ਦੌੜ ਭੱਜ ਕਰ ਰਹੇ ਨੇ, ਧੰਦਿਆਂ 'ਚ ਹੀ ਗਲਤਾਨ ਹੋ ਰਹੇ ਨੇ। ਸੱਚ ਦੇ ਨਾਲ ਪਿਆਰ ਨਹੀਂ ਧਾਰਨ ਕਰਦੇ ਸੰਸਾਰ ਦੇ ਜਗਤ ਦੇ ਜੀਵ। ਕਾਲ ਬੁਰਾ ਖੈ ਕਾਲ ਸਿਰ ਦੁਨੀਆਈ ਹੈ। ਮਹਾਰਾਜ ਕਹਿੰਦੇ ਨੇ ਜਿਹੜਾ ਕਾਲ ਹੈ ਉਹ ਬਹੁਤ ਬੁਰਾ ਹੈ। ਖੈ ਕਾਲ, ਨਾਸ ਕਰਨ ਵਾਲਾ ਜਿਹੜਾ ਕਾਲ ਹੈ, ਸਿਰ ਦੁਨੀਆਈ ਹੈ। ਸਾਰੀ ਦੁਨੀਆਦਾਰਾਂ ਦੇ ਸਿਰ 'ਤੇ ਹੀ ਹੈ, ਸਾਰੀ ਦੁਨੀਆ ਦੇ, ਸਾਰੇ ਜਗਤ ਦੇ ਜੀਆਂ ਦੇ ਸਿਰ 'ਤੇ ਇਹ ਕਾਲ ਬੈਠਾ ਹੋਇਆ, ਜਿਹਦਾ ਪਤਾ ਹੀ ਨਹੀਂ ਲੱਗਦਾ, ਜੀਆਂ ਨੂੰ ਚੇਤਾ ਹੀ ਭੁਲਾਇਆ ਹੋਇਆ। ਹੁਕਮੀ ਸਿਰ ਜੰਦਾਰ ਮਾਰੇ ਦਾਈ ਹੈ। ਇਹ ਅਵੈੜਾ ਜਿਹੜਾ ਜਮ ਹੈ ਜਾਂ ਕਾਲ ਹੈ, ਅਵੈੜਾ ਪਰਮਾਤਮਾ ਦੇ ਹੁਕਮ ਦੁਆਰਾ ਇਸ ਸਿਰ 'ਤੇ ਸਥਾਪਿਤ ਕੀਤਾ ਗਿਆ, ਸਥਾਪਨ ਕੀਤਾ ਗਿਆ ਹੈ। ਮਾਰੇ ਦਾਈ ਹੈ, ਇਹ ਦਾਅ ਲਾ ਕੇ ਮਾਰਦਾ ਜੀਆਂ ਨੂੰ। ਜਦੋਂ ਉਮਰ ਪੁੱਗਦੀ ਹੈ ਨਾ, ਪਰਮੇਸ਼ਰ ਦਾ ਹੁਕਮ ਹੁੰਦਾ, ਹੁਕਮ ਦੁਆਰਾ ਹੀ ਇਹ ਦਾਅ ਲਾ ਕੇ ਮਾਰਦਾ। ਆਪੇ ਦੇ ਪਿਆਰ ਮਨ ਵਸਾਈ ਹੈ। ਪਰ ਵਾਹਿਗੁਰੂ ਪਰਮਾਤਮਾ ਆਪ ਹੀ ਬਖਸ਼ਿਸ਼ ਕਰਕੇ ਆਪਣਾ ਪਿਆਰ ਦੇਵੇ ਤਾਂ ਦੇਵੇ, ਆਪ ਹੀ ਆਪਣਾ ਪਿਆਰ ਦਵੇ ਤੇ ਜੀਵ ਦਾ ਮਨ ਮੰਨ ਜਾਏ, ਤੇ ਮੰਨ ਕੇ ਜੀਵ ਦਾ ਮਨ ਆਪਣੇ ਮਨ ਵਿੱਚ ਵਸਾ ਲਵੇ ਉਸ ਦੇ ਪਿਆਰ ਨੂੰ। ਮੋਹਤ ਨਾ ਚੱਸਾ ਵਿਲੰਬ ਭਰੀਐ ਪਾਈ ਹੈ। ਸੋ ਇਸ ਪ੍ਰਕਾਰ ਹਜੂਰ ਕਹਿੰਦੇ ਨੇ, ਜਿਸ ਵੇਲੇ ਪਾਈ ਭਰ ਜਾਂਦੀ ਹੈ, ਭਾਵ ਉਮਰ ਪੁੱਗ ਜਾਂਦੀ ਹੈ, ਉਮਰ ਦਾ ਸਮਾਂ ਪੂਰਾ ਹੋ ਜਾਂਦਾ ਹੈ। ਪਾਈ ਭਰਨੀ ਪੁਰਾਣੇ ਸਮਿਆਂ 'ਚ ਇਹ ਮਾਪ ਦੇ, ਇਹ ਅੰਦਾਜ਼ਾ ਲਾਉਣ ਦੇ ਤਰੀਕੇ ਸੀ। ਕਿਸ ਚੀਜ਼ ਨੂੰ ਤੋਲਣ ਵਾਲੀਆਂ ਚੀਜ਼ਾਂ, 4 ਟੋਪਿਆਂ ਦੀ ਇੱਕ ਪਾਈ ਹੁੰਦੀ ਹੈ। ਸੋ ਇਸ ਪ੍ਰਕਾਰ ਦਾਣੇ ਜਿਵੇਂ ਕਿਸੇ ਚੀਜ਼ 'ਚ ਪਾਏ ਜਾਣ, ਮਿਣ ਕੇ ਮਿਣਤੀ ਕਰਨ ਵਾਲੀਆਂ ਚੀਜ਼ਾਂ, ਤੇ ਕਿਤੇ ਪਾਈ ਭਰ ਗਈ ਹੈ, ਤੇ ਜਿੰਨਾ ਤੋਲਣਾ ਸੀ ਇਹ ਤੋਲਿਆ ਗਿਆ। ਭਾਵ ਹੈ ਕਿ ਜਦੋਂ ਸਰੀਰ ਦੀ ਉਮਰ, ਜਿੰਨੇ ਸਵਾਸ ਗਿਣ ਕੇ ਪਰਮੇਸ਼ਰ ਨੇ ਪਾਏ ਹਨ, ਜਦੋਂ ਉਹ ਪਾਈ ਭਰ ਗਈ, ਭਾਵ ਉਮਰ ਮੁੱਕ ਗਈ, ਤਾਂ ਉਸ ਵੇਲੇ ਮੋਹਤ ਨਾ ਚੱਸਾ ਵਿਲੰਬ। ਵਿਲੰਬ ਦਾ ਅਰਥ ਹੈ ਦੇਰੀ। ਕਾਲ ਨੇ ਦੇਰੀ ਨਹੀਂ ਕਰਨੀ। ਮੋਹਤ 2 ਘੜੀਆਂ ਦਾ ਸਮਾਂ ਜਾਂ ਪਲ ਭਰ, ਤੇ ਚੱਸਾ ਨਿਮਖ ਮਾਤਰ। 15 ਵਾਰੀ ਅੱਖ ਖੋਲ੍ਹੀ ਤੇ ਮਿਟੀ ਇੱਕ ਵਿਸਵਾ, ਤੇ 15 ਵਿਸਿਆਂ ਦਾ ਇੱਕ ਚੱਸਾ, ਥੋੜ੍ਹਾ ਜਿਹਾ ਸਮਾਂ ਜਾਣੇ। ਸੋ ਇਸ ਪ੍ਰਕਾਰ ਮੋਹਤ ਘੜੀ ਮਾਤਰ, 2 ਘੜੀਆਂ, ਪਲ ਮਾਤਰ, ਨਿਮਖ ਮਾਤਰ ਵੀ ਕਾਲ ਨੇ ਵਿਲੰਬ ਦੇਰੀ ਨਹੀਂ ਕਰਨੀ ਜਦੋਂ ਪਾਈ ਭਰ ਗਈ, ਜਦੋਂ ਉਮਰ ਪੁੱਗ ਗਈ। ਗੁਰ ਪ੍ਰਸਾਦੀ ਬੁੱਝ ਸੱਚ ਸਮਾਈ ਹੈ। ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਬੁੱਝ ਲਈਏ ਵੀ ਸੱਚ ਕੀ ਹੈ, ਇਸ ਜੀਵਨ ਦਾ ਮਨੋਰਥ ਕੀ ਹੈ, ਇਹ ਸੰਸਾਰ ਕੀ ਹੈ। ਮਨ ਜਦੋਂ ਬੁੱਝ ਲਵੇ ਗੁਰਾਂ ਦੀ ਕਿਰਪਾ ਨਾਲ, ਫਿਰ ਸੱਚ ਸਰੂਪ ਪਰਮੇਸ਼ਰ ਦੇ ਸੱਚੇ ਨਾਮ ਵਿੱਚ ਹੀ ਸਮਾਏ ਰਹੀਦਾ ਹੈ, ਸਮਾ ਜਾਈਦਾ, ਲੀਨ ਹੋ ਜਾਈਦਾ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਪਵਿੱਤਰ ਮੁਬਾਰਕ ਸ਼ਲੋਕ ਉਚਾਰਦੇ ਹਨ। ਤੁਮੀ ਤੁਮਾ ਵਿਸ ਅਕ ਧਤੂਰਾ ਨਿਮ ਫਲ। ਇਹ ਜ਼ਹਿਰੀਲੀਆਂ ਤੇ ਕੌੜੀਆਂ ਚੀਜ਼ਾਂ ਦਾ ਜ਼ਿਕਰ ਕਰ ਰਹੇ ਨੇ ਹਜ਼ੂਰ। ਤੁਮੀ ਤੇ ਤੁਮਾ, ਤੇਤਰਾ ਮੇਤਰਾ ਜਿਹਾ ਇੱਕ ਖਰਬੂਜੇ ਵਰਗਾ ਫਲ ਹੁੰਦਾ ਹੈ। ਤੁਮੀ ਥੋੜ੍ਹੀ ਛੋਟੀ, ਤੁਮਾ ਥੋੜ੍ਹਾ ਜਿਹਾ ਵੱਡਾ। ਇਹ ਅਚਨਚਰ ਆਪਣੇ ਆਪ ਹੀ ਧਰਤੀ ਚੁੱਗਦੇ, ਆਮ ਬੀਜ ਆਪੇ ਡਿੱਗ ਪੈਂਦੇ, ਫਿਰ ਗਾਂਹ ਉੱਗ ਪੈਂਦੇ ਨੇ, ਕੌੜਾ ਬਹੁਤ ਹੁੰਦਾ। ਤੁਮੀ ਤੇ ਤੁਮਾ, ਤੇ ਵਿਸ ਜਿਹੜੀ ਜ਼ਹਿਰ ਆ, ਸੰਖੀਆ ਜ਼ਹਿਰ, ਤੇ ਅਕ ਇਹ ਵੀ ਬੜਾ ਕੌੜਾ ਹੁੰਦਾ, ਧਤੂਰਾ ਵੀ ਬੜਾ ਕੌੜਾ, ਤੇ ਨਿੰਮ ਨੂੰ ਜਿਹੜੇ ਫਲ ਲੱਗਦੇ, ਨਿੰਮੋਲੀਆਂ, ਇਹ ਸਾਰੀਆਂ ਬਹੁਤ ਕੌੜੀਆਂ ਚੀਜ਼ਾਂ ਨੇ। ਮਨ ਮੁੱਖ ਵਸਾ ਹੈ ਤਿਸ ਜਿਸ ਤੂੰ ਚੇਤਨਾ ਹੋਵੇ। ਹੇ ਪਰਮੇਸ਼ਰ, ਜਿਸ ਨੂੰ ਤੂੰ ਚਿੱਤ ਵਿੱਚ ਚੇਤੇ ਨਹੀਂ ਆਉਂਦਾ, ਉਹਨਾਂ ਜੀਆਂ ਦੇ ਮਨ ਵਿੱਚ ਵੀ ਤੇ ਮੁੱਖ ਵਿੱਚ ਵੀ ਇਹ ਚੀਜ਼ਾਂ ਦਾ ਵਾਸ ਹੈ। ਇਹੋ ਜਿਹੀ ਕੁੜੱਤਣ, ਇਹੋ ਜਿਹੀ ਜ਼ਹਿਰ ਉਹਨਾਂ ਦੇ ਮਨ ਵਿੱਚ ਵੀ ਵਸ ਰਹੀ ਹੈ ਵਿਕਾਰਾਂ ਦੇ ਰੂਪ 'ਚ, ਤੇ ਮੁੱਖ ਵਿੱਚੋਂ ਵੀ ਕੌੜੇ ਹੀ ਬਚਨ ਬੋਲਦੇ ਨੇ। ਜਦੋਂ ਬੋਲਣਗੇ ਨਾ, ਵਿਕਾਰਾਂ ਨਾਲ ਹੀ ਰਲੇ ਮਿਲੇ ਕੁੜੱਤਣ ਭਰੇ ਬਚਨ ਉਹ ਬੋਲਦੇ ਨੇ। ਨਾਨਕ ਕਹੀਐ ਕਿਸ ਹੰਢਨ ਕਰਮਾਂ ਬਾਹਰੇ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਕਿਸ ਨੂੰ ਕੀ ਕਹਿਣਾ ਭਾਈ, ਕਿਸ ਨੂੰ ਮੰਦਾ ਕਹੀਏ ਵੀ ਇਹ ਜ਼ਹਿਰੀਲੇ ਹਨ, ਇਹਨਾਂ ਦੇ ਅੰਦਰ ਜ਼ਹਿਰ ਭਰੀ ਹੋਈ ਹੈ। ਹੰਢਨ ਕਰਮਾਂ ਬਾਹਰੇ, ਇਹਨਾਂ ਵਿਕਾਰਾਂ ਵਿੱਚ ਹੀ, ਜ਼ਹਿਰਾਂ ਵਿੱਚ ਹੀ ਹੰਢ ਜਾਂਦੇ, ਉਮਰਾਂ ਬਤੀਤ ਕਰ ਜਾਂਦੇ ਆ ਜਿਹੜੇ ਸ਼ੁਭ ਕਰਮਾਂ ਤੋਂ ਬਾਹਰੇ ਲੋਕ ਹਨ। ਚੰਗੇ ਕਰਮਾਂ 'ਚ ਨਹੀਂ ਲੱਗੇ, ਜਾਂ ਕਰਮਾਂ ਵਾਹਿਗੁਰੂ ਦੀ ਬਖਸ਼ਿਸ਼ ਤੋਂ ਜਿਹੜੇ ਬਾਹਰੇ ਹਨ, ਉਹ ਹੰਢ ਜਾਂਦੇ, ਉਮਰਾਂ ਬਤੀਤ ਕਰ ਜਾਂਦੇ, ਮੁੱਕ ਜਾਂਦੇ ਹਨ। ਕਿਸ ਨੂੰ ਕੀ ਕਹਿਣਾ ਹੈ। ਮਹੱਲਾ ਪਹਿਲਾ।
ਮਤ ਪੰਖੇਰੂ ਕਿਰਤ ਸਾਥ। ਜਿਵੇਂ ਕਬੀਰ ਜੀ ਨੇ ਕਿਹਾ, ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ। ਇੱਥੇ ਵੀ ਹਜ਼ੂਰ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਜਿਹੜੀ ਮਨੁੱਖ ਦੀ ਮੱਤ ਹੈ, ਸੰਸਾਰੀ ਮੱਤ, ਇਹ ਪੰਖੇਰੂ ਖੰਭਾਂ ਵਾਲਾ ਪੰਛੀ ਬਣ ਰਹੀ ਹੈ। ਕਿਰਤ ਸਾਥ, ਜਿਹੜੀ ਪੂਰਬਲੇ ਜਨਮਾਂ ਦੀ ਕਿਰਤ ਕਮਾਈ ਹੋਈ ਹੈ, ਇਹ ਸਾਥ ਦਿੰਦੀ ਇਸ ਦਾ। ਮਤਲਬ ਮੰਨੋ ਕਿ ਜਿਹੜੀ ਕਿਰਤ ਹੈ, ਇਹ ਖੰਭ ਨੇ ਜੀਵ ਦੇ। ਕਬ ਉੱਤਮ ਕਬ ਨੀਚ, ਕਦੇ ਉੱਤਮ ਬਣ ਜਾਂਦਾ ਜੀਵ, ਕੁਛ ਚੰਗੇ ਕਰਮ ਪ੍ਰਬਲ ਹੋ ਜਾਣ ਤੇ ਉੱਤਮ ਬਣ ਜਾਂਦਾ। ਕਬ ਨੀਚ, ਕਦੇ ਦੁਨੀਆ ਦੇ ਸਾਹਮਣੇ ਮਾੜੇ ਕਰਮ ਇਹਦੇ ਆ ਜਾਂਦੇ ਤੇ ਨੀਚ ਅਖਵਾਉਂਦਾ। ਕਬ ਚੰਦਨ ਕਬ ਅੱਕ ਡਾਲ, ਵਿਦਵਾਨਾਂ ਅਰਥ ਕੀਤਾ, ਕਦੇ ਤਾਂ ਚੰਦਨ ਭਾਵੇਂ ਨੂੰ ਸੁਰਗ ਆਦਿਕ ਦੀ ਪਹੁੰਚ ਹੋ ਜਾਂਦੀ, ਉੱਥੇ ਸੁੱਖ ਮਿਲਦੇ ਹਨ, ਸੁੱਖਾਂ ਰੂਪੀ ਚੰਦਨ ਵਿੱਚ ਵਸਦਾ। ਕਬ ਅੱਕ ਡਾਲ, ਕਦੇ ਅੱਕ ਨਾਮ ਦੁੱਖਾਂ ਦਾ। ਅੱਕ ਦੀ ਡਾਲੀ ਤੇ ਜਿਵੇਂ ਬੈਠਣਾ, ਜਿਵੇਂ ਅੱਕ ਸਿਉ ਪ੍ਰੀਤ ਕਰੇ ਅੱਕ ਟੱਡਾ, ਅੱਕ ਡਾਲੀ ਬਹਿ ਖਾਏ। ਇਸੇ ਪ੍ਰਕਾਰ ਅੱਕ ਦੁੱਖ ਰੂਪ ਜਿਹੜਾ ਨਰਕ ਹੈ, ਉਹ ਨਰਕ ਅੱਕ ਦੀ ਡਾਲੀ ਦੀ ਨਿਆਈ ਆ, ਉੱਥੇ ਫਿਰ ਦੁੱਖ ਭੋਗਦਾ, ਜਾਂ ਟੇਢੀਆਂ ਜੂਨਾਂ 'ਚ। ਕਬ ਉੱਚੀ ਪ੍ਰੀਤ, ਤੇ ਕਦੇ ਉੱਚੀ ਪ੍ਰੀਤ ਵੀ ਇਸ ਨੂੰ ਪ੍ਰਾਪਤ ਹੋ ਜਾਂਦੀ ਹੈ। ਨਾਨਕ ਹੁਕਮ ਚਲਾਈ, ਉੱਚੀ ਪ੍ਰੀਤ ਤੋਂ ਭਾਵ ਹੈ ਵਾਹਿਗੁਰੂ ਦੀ ਪ੍ਰੀਤ। ਕਦੇ ਪ੍ਰਮਾਤਮਾ ਵਾਲੇ ਪਾਸੇ ਵੀ ਪ੍ਰੀਤ ਲੱਗ ਜਾਂਦੀ ਇਸ ਦੀ। ਨਾਨਕ ਹੁਕਮ ਚਲਾਈ ਹੈ ਸਾਹਿਬ ਲੱਗੀ ਰੀਤ। ਹਜ਼ੂਰ ਫਰਮਾਉਂਦੇ ਨੇ ਕਿ ਧੁਰੋਂ ਹੀ, ਮੁੱਢ ਤੋਂ ਹੀ ਸਾਹਿਬ ਅਕਾਲ ਪੁਰਖ ਪਰਮਾਤਮਾ ਵੱਲੋਂ ਹੀ ਇਹ ਰੀਤ ਲੱਗੀ ਤੁਰੀ ਆਉਂਦੀ ਹੈ। ਵਾਹਿਗੁਰੂ ਪਰਮਾਤਮਾ ਆਪਣੇ ਹੁਕਮ ਦੁਆਰਾ ਜੀਆਂ ਨੂੰ ਚਲਾਉਂਦਾ, ਜਿਸ ਪਾਸੇ ਵੀ ਚਲਾਉਂਦਾ। ਪੌੜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਫਰਮਾਉਂਦੇ ਨੇ, ਕਿਤੇ ਕਹਿ ਹੈ ਵਖਾਣ, ਵਖਾਣ ਬੋਲ ਕੇ ਕਹਿ ਹੈ, ਕਹਿੰਦੇ ਹਨ ਕਈ ਜੀਵ, ਕਹਿ ਕਹਿ ਜਾਵਣਾ, ਕਹਿ ਕਹਿ ਕੇ ਕਥਨ ਕਰ ਕਰਕੇ ਉਹਨਾਂ ਨੇ ਚਲੇ ਜਾਣਾ, ਇਸ ਦੁਨੀਆ ਤੋਂ ਜਾਣਾ ਹੁੰਦਾ। ਵੇਦ ਕਹਿ ਹੈ ਵਖਿਆਣ, ਕਈ ਵੇਦਾਂ ਵਿੱਚ ਜਿਹੜੇ ਵਖਿਆਣ ਲਿਖੇ ਹੋਏ ਨੇ, ਉਹਨਾਂ ਦੁਆਰਾ ਕਥਨ ਕਰਦੇ ਹਨ ਵੇਦਾਂ ਦੇ ਵਖਾਣਾਂ ਨੂੰ, ਵਖਿਆਣਾਂ ਨੂੰ। ਅੰਤ ਨਾ ਪਾਵਣਾ, ਤਾਂ ਵੀ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਜਾਂਦਾ। ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਣਾ, ਕੇਵਲ ਪੜ੍ਹਨ ਮਾਤਰ ਦੇ ਨਾਲ ਨਹੀਂ ਭੇਦ ਪਾਇਆ ਜਾਂਦਾ ਵਾਹਿਗੁਰੂ ਦਾ। ਜਦੋਂ ਵਾਹਿਗੁਰੂ ਦੇ ਸਿਮਰਨ ਦੁਆਰਾ ਬੁੱਝ ਲਈਏ ਜੀਵਨ ਦੇ ਭੇਦ ਨੂੰ, ਬੁੱਝ ਲਈਏ ਪ੍ਰਮਾਤਮਾ ਦੇ ਸਰੂਪ, ਬੁੱਝਣ ਦੇ ਨਾਲ ਪ੍ਰਾਪਤੀ ਹੁੰਦੀ ਹੈ। ਭਾਵ ਮਨ ਜਿਹੜਾ ਹੈ, ਉਪਦੇਸ਼ ਨੂੰ ਪੜ੍ਹ ਕੇ ਸੁਣ ਕੇ ਤੇ ਧਾਰਨ ਕਰ ਲਵੇ, ਫਿਰ ਹੀ ਪ੍ਰਮਾਤਮਾ ਨੂੰ ਬੁੱਝਿਆ ਜਾਂਦਾ, ਅਨੁਭਵ ਹੁੰਦਾ। ਅਨੁਭਵੀ ਗਿਆਨ ਦੁਆਰਾ ਹੀ ਪਾਇਆ ਜਾਂਦਾ ਵਾਹਿਗੁਰੂ ਨੂੰ। ਖੜ ਦਰਸ਼ਨ ਕੈ ਭੇਖ ਕਿਸੈ ਸੱਚ ਸਮਾਵਣਾ, ਜਿਹੜੇ 6 ਦਰਸ਼ਨ, 6 ਪੰਥ ਭੇਖ ਨੇ, 6 ਪੰਥਾਂ ਦੇ ਜਿਹੜੇ ਭੇਖ ਹਨ, ਲਿਬਾਸ ਵੱਖਰੇ ਵੱਖਰੇ, ਉਹ ਕਿਹੜੇ? ਜੋਗੀ, ਜੰਗਮ, ਸੰਨਿਆਸੀ, ਬੈਰਾਗੀ, ਬੋਧੀ ਤੇ ਸਰੇਵੜੇ। ਇਹ ਹਿੰਦੁਸਤਾਨ 'ਚ 6 ਭੇਖ ਮੰਨੇ ਨੇ। ਦਰਸ਼ਨ ਨਾਮ ਪੰਥ ਦਾ ਹੈ। ਖੜ ਦਰਸ਼ਨ ਕੈ ਭੇਖ, 6 ਦਰਸ਼ਨਾਂ ਪੰਥਾਂ ਦੇ ਭੇਖ ਨੂੰ ਧਾਰਨ ਕਰਕੇ ਕਿਸ ਨੇ ਸੱਚ ਵਿੱਚ ਸਮਾਉਣਾ? ਮਹਾਰਾਜ ਕਹਿੰਦੇ ਭੇਖਾਂ ਦੁਆਰਾ ਥੋੜ੍ਹਾ ਸਮਾਇਆ ਜਾਂਦਾ। ਭੇਖੀ ਪ੍ਰਭੂ ਨਾ ਲੱਭੇ ਬਿਨ ਸੱਚੀ ਸਿੱਖਣ, ਸੱਚੀ ਸਿੱਖਿਆ ਨੂੰ ਧਾਰਨ ਕਰਨ ਤੋਂ ਬਗੈਰ ਤਾਂ ਨਹੀਂ ਨਾ ਸੱਚ ਵਿੱਚ ਸਮਾਇਆ ਜਾ ਸਕਦਾ। ਸੱਚਾ ਪੁਰਖ ਅਲਖ ਸ਼ਬਦ ਸੁਹਾਵਣਾ, ਜੋ ਸੱਚਾ ਹੈ ਅਕਾਲ ਪੁਰਖ, ਪੁਰਖ ਪੂਰਨ ਸਾਰਿਆਂ ਥਾਵਾਂ 'ਤੇ, ਅਲਖ ਜੋ ਲਖਿਆ ਨਹੀਂ ਜਾਂਦਾ, ਦ੍ਰਿਸ਼ਟੀ ਗੋਚਰ ਨਹੀਂ ਹੁੰਦਾ। ਸ਼ਬਦ ਸੁਹਾਵਣਾ, ਉਹ ਗੁਰੂ ਦੇ ਸ਼ਬਦ ਰਾਹੀਂ ਹੀ ਸ਼ੋਭਨੀਕ ਲੱਗਦਾ ਹੈ। ਉਹ ਸੁਹਾਵਣਾ ਗੁਰੂ ਦੇ ਸ਼ਬਦ ਰਾਹੀਂ ਸਾਨੂੰ ਚੰਗਾ ਲੱਗਦਾ ਹੈ। ਉਸ ਤਰ੍ਹਾਂ ਨਹੀਂ ਉਹ ਸ਼ੋਭਨੀਕ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ। ਮੰਨੇ ਨਾਉ ਬਿਸੰਖ ਦਰਗਹਿ ਪਾਵਣਾ, ਬਿਸੰਖ ਗਿਣਤੀ ਤੋਂ ਰਹਿਤ, ਜਿਹੜਾ ਅਣਗਿਣਤ ਪਰਮੇਸ਼ਰ ਬੇਅੰਤ ਹੈ, ਉਹਦੇ ਨਾਮ ਨੂੰ ਜਿਹੜਾ ਮੰਨ ਲਵੇ, ਉਸ ਨੂੰ ਦਰਗਾਹ ਵਿੱਚ ਬੈਠਣਾ ਪ੍ਰਾਪਤ ਹੁੰਦਾ ਸਤਿਕਾਰ ਨਾਲ। ਬਿਸੰਖ ਜਿਹੜਾ ਅਲਖ ਪਰਮਾਤਮਾ ਹੈ, ਗਿਣਤੀ ਤੋਂ ਰਹਿਤ ਬੇਅੰਤ ਵਾਹਿਗੁਰੂ, ਉਸ ਦੇ ਨਾਮ ਨੂੰ ਜੋ ਮੰਨ ਲੈਂਦਾ, ਉਹ ਹੀ ਉਹਦੀ ਦਰਗਾਹ ਵਿੱਚ ਬੈਠਣਾ ਪ੍ਰਾਪਤ ਕਰਦਾ ਸਤਿਕਾਰ ਨਾਲ। ਖਾਲਕ ਕਉ ਆਦੇਸ਼ ਢਾਡੀ ਗਾਵਣਾ, ਜੋ ਢਾਡੀ ਹੈ ਵਾਹਿਗੁਰੂ ਦਾ ਜਸ ਗਾਉਣ ਵਾਲਾ, ਉਹ ਹਮੇਸ਼ਾ ਖਾਲਕ ਪਰਮਾਤਮਾ ਨੂੰ, ਖਲਕਤ ਸ੍ਰਿਸ਼ਟੀ ਹੈ, ਸ੍ਰਿਸ਼ਟੀ ਨੂੰ ਬਣਾਉਣ ਵਾਲਾ ਖਾਲਕ ਹੈ ਵਾਹਿਗੁਰੂ। ਸੋ ਉਸ ਖਾਲਕ ਨੂੰ ਆਦੇਸ਼ ਕਰਦਾ ਹੈ ਵਾਹਿਗੁਰੂ ਦਾ ਢਾਡੀ, ਪਰਮਾਤਮਾ ਦਾ ਭਗਤ, ਅਤੇ ਉਸ ਦਾ ਜਸ ਵੀ ਗਾਉਂਦਾ ਹੈ। ਨਾਨਕ ਜੁਗ ਜੁਗ ਏਕ ਮਨ ਵਸਾਵਣਾ, ਹਜ਼ੂਰ ਕਹਿੰਦੇ ਨੇ ਹਰ ਇੱਕ ਜੁਗ ਜੁਗ ਦੇ ਅੰਦਰ, ਸਾਰਿਆਂ ਸਮਿਆਂ ਦੇ ਅੰਦਰ ਇੱਕੋ ਇੱਕ ਪਰਮਾਤਮਾ ਨੂੰ ਮਨ 'ਚ ਵਸਾਉਣਾ ਹੈ। ਜੋ ਵਸਾ ਕੇ ਰੱਖਦੇ ਹਨ ਉਹੀ ਪ੍ਰਵਾਨ ਹਨ ਵਾਹਿਗੁਰੂ ਦੇ ਦਰ 'ਤੇ। ਸ਼ਲੋਕ ਮਹੱਲਾ ਦੂਜਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਅਗਲਾ ਸ਼ਲੋਕ ਉਚਾਰਦੇ ਨੇ, ਮੰਤਰੀ ਹੋਏ ਅਠੂਹਿਆ ਨਾਗੀ ਲੱਗਿਆ ਜਾਏ,
ਕੋਈ ਮਾਂਦਰੀਤ ਹੋਵੇ ਅਠੂਵਿਆਂ ਦਾ ਜ਼ਹਿਰ ਉਤਾਰਨ ਵਾਲਾ। ਜੇ ਠੂੰਹਾਂ ਲੜ ਜੇ ਕਿਸੇ ਨੂੰ ਤੇ ਉਹ ਮਾਂਦਰੀ ਉੱਥੇ ਉਂਗਲ ਹੱਥ ਰੱਖ ਕੇ ਮੰਤਰ ਪੜ੍ਹਦੇ ਤੇ ਕਹਿੰਦੇ ਜ਼ਹਿਰ ਦਾ ਅਸਰ ਨਹੀਂ ਹੁੰਦਾ। ਉਹ ਇੰਨੀ ਕਿ ਉਹਨੇ ਵਿਦਿਆ ਗ੍ਰਹਿਣ ਕੀਤੀ ਹੋਵੇ ਤੇ ਨਾਗੀ ਲੱਗਿਆ ਜਾਏ ਤੇ ਨਾਗਾਂ ਨੂੰ ਜਾ ਹੱਥ ਪਾਵੇ। ਇੱਕ ਨਾਗਾਂ ਦੇ ਵੀ ਸੱਪਾਂ ਦੇ ਵੀ ਮਾਂਦਰੀ ਹੁੰਦੇ ਨੇ ਨਾ, ਜਿਸ ਕਰਕੇ ਉਹਨਾਂ ਨੂੰ ਆਪ ਨੂੰ ਸੱਪ ਨਹੀਂ ਲੜਦੇ ਜਾਂ ਕਿਸੇ ਨੂੰ ਲੜ ਜਾਏ ਤੇ ਉਹ ਸੱਪ ਦਾ ਜ਼ਹਿਰ ਉਤਾਰ ਦਿੰਦੇ ਆ। ਤੇ ਇਸ ਪ੍ਰਕਾਰ ਹਜ਼ੂਰ ਕਹਿੰਦੇ ਮੰਤਰੀ ਮਾਂਦਰੀਤ ਹੋਵੇ ਠੂਵਿਆਂ ਦਾ ਤੇ ਨਾਗਾਂ ਸੱਪਾਂ ਨੂੰ ਜਾ ਹੱਥ ਪਾਏ, ਲੱਗ ਜੇ ਜਾ ਕੇ ਸੱਪਾਂ ਨੂੰ। ਆਪਣ ਹੱਥੀਂ ਆਪਣਾ ਦੇ ਕੂਚਾ ਆਪ ਪਿਲਾਏ। ਉਹ ਤਾਂ ਇੰਝ ਗੱਲ ਹੋਈ ਵੀ ਆਪਣੀ ਹੱਥੀਂ ਆਪਣੇ ਹੱਥਾਂ ਦੁਆਰਾ ਆਪਣੇ ਤਾਈਂ ਆਪ ਖੁਦ ਹੀ ਮਵਾਤਾ ਲਾ ਦੇ। ਕੂਚਾ ਲਾਉਣਾ, ਚੁਆਤੀ ਲਾਉਣੀ ਮਤਲਬ ਅੱਗ ਬਾਲਣੀ। ਜਿਵੇਂ ਦੀਆ ਸਲਾਈ ਘਸਾ ਕੇ ਅੱਗ ਨਹੀਂ ਲਾਦੀ ਆਪਣੇ ਆਪ ਨੂੰ, ਇਸ ਤਰ੍ਹਾਂ ਮਾਨੂੰ ਆਪਣੇ ਆਪ ਨੂੰ ਆਪ ਹੀ ਕੂਚਾ, ਮਵਾਤਾ, ਚੁਆਤੀ, ਅੱਗ ਲਾਉਣ ਵਾਲਾ ਆਪ ਬਣ ਜਾਏ। ਹੁਕਮ ਪਾਇਆ ਧੁਰ ਖਸਮ ਕਾ, ਸੋ ਧੁਰੋਂ ਖਸਮ ਅਕਾਲ ਪੁਰਖ ਦਾ ਹੁਕਮ ਇਸ ਤਰ੍ਹਾਂ ਹੋਇਆ, ਅੱਤੀ ਹੋ ਧੱਕਾ ਖਾਏ। ਮਤਲਬ ਹੈ ਕਿ ਅੱਤ ਜਿਹੜਾ ਕਰਦਾ, ਸੋ ਇਸ ਪ੍ਰਕਾਰ ਹੁਕਮ ਹੋਇਆ ਪਰਮੇਸ਼ਰ ਅਕਾਲ ਪੁਰਖ ਦਾ ਕਿ ਅੱਤ ਕਰਨ ਵਾਲਾ ਹਮੇਸ਼ਾ ਧੱਕਾ ਹੀ ਖਾਂਦਾ ਹੈ। ਜਿਹੜਾ ਅੱਤ ਨਾਲ ਜੁੜਦਾ ਨਾ ਉਹ ਧੱਕਾ ਹੀ ਖਾਂਦਾ, ਭਾਵ ਜ਼ੁਲਮੀ ਹੋ ਗਏ। ਜਿਹੜਾ ਅੱਤ ਦਾ ਜ਼ੁਲਮ ਕਰਦਾ ਧੱਕਾ ਖਾਂਦਾ ਹੈ। ਗੁਰਮੁਖ ਸਿਉ ਮਨਮੁਖ ਅੜਾ। ਕੀ ਧੱਕਾ ਖਾਂਦਾ ਜੀ? ਕਿਉਂ ਅੱਤ ਕਰਦਾ? ਕਿਹੜੀ ਅੱਤ ਕਰਦਾ? ਤਾਂ ਗੁਰਮੁਖ ਦੇ ਤਾਈਂ, ਗੁਰਮੁਖ ਜਨਾਂ ਦੇ ਨਾਲ ਮਨਮੁਖ ਬੰਦਾ ਮਨ ਦੇ ਪਿੱਛੇ ਲੱਗਣ ਵਾਲਾ ਅੜਦਾ, ਖਹਿਬੜਦਾ ਹੈ, ਝਗੜਾ ਕਰਦਾ ਹੈ, ਪੰਗੇ ਲੈਣੇ, ਜਿਵੇਂ ਆਮ ਤੌਰ 'ਤੇ ਕਹਿ ਦਿੰਦੇ ਆ। ਡੁੱਬਾ ਹੱਕ ਨਿਆਂ, ਸੱਚ ਸਰੂਪ ਪਰਮੇਸ਼ਰ ਦਾ ਜਿਹੜਾ ਸੱਚਾ ਨਿਆਉ ਹੈ ਉਹਦੇ ਰਾਹੀਂ ਉਹ ਡੁੱਬ ਜਾਂਦਾ ਹੈ। ਜਿਹੜਾ ਗੁਰਮੁਖਾਂ ਦੇ ਨਾਲ ਖਹਿਬੜਦਾ ਹੈ, ਅੜਦਾ ਹੈ, ਉਹ ਪ੍ਰਮਾਤਮਾ ਦੇ ਸੱਚੇ ਨਿਆਂ ਦੁਆਰਾ ਅਖੀਰ ਡੁੱਬ ਜਾਂਦਾ ਹੈ। ਤਾਂ ਹੁਣ ਹਜ਼ੂਰ ਕਹਿੰਦੇ ਨੇ ਦੋਹਾਂ ਸਿਰਿਆਂ ਆਪੇ ਖਸਮ ਵੇਖੈ ਕਰ ਵਿਉ ਪਾਏ। ਭਾਈ ਕਿਸ ਨੂੰ ਕੀ ਕਹਿਣਾ? ਗੁਰਮੁਖਾਂ ਵਾਲਾ ਪਾਸਾ ਤੇ ਮਨਮੁਖਾਂ ਵਾਲਾ ਪਾਸਾ, ਇਹ ਜਿਹੜੇ ਦੋਵੇਂ ਸਿਰੇ ਹਨ, ਦੋਹਾਂ ਸਿਰਿਆਂ 'ਤੇ ਖਸਮ ਆਪ ਹੀ ਪ੍ਰਮਾਤਮਾ ਬੈਠਾ ਹੈ। ਵੇਖਿਆ ਕਰ ਵਿਉ ਪਾਏ। ਦੋਹਾਂ ਤਰ੍ਹਾਂ ਦੇ ਜੀਆਂ ਨੂੰ, ਮਨਮੁਖਾਂ ਤੇ ਗੁਰਮੁਖਾਂ ਨੂੰ ਆਪ ਹੀ ਵਿਉ ਪਾਏ ਨਿਰਣਾ ਕਰਕੇ ਵੇਖਦਾ ਪਿਆ ਹੈ। ਨਾਨਕ ਏਵੈ ਜਾਣੀਐ ਸਭ ਕਿਛ ਤਿਸੈ ਰਜਾਏ। ਸਤਿਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਭਾਈ ਇੰਝ ਜਾਣਿਆ ਜਾਂਦਾ ਕਿ ਸਭ ਕੁਛ ਤਿਸ ਪ੍ਰਮਾਤਮਾ ਦੀ ਰਜਾ ਵਿੱਚ ਹੀ ਹੋ ਰਿਹਾ ਹੈ। ਕਿਸ ਕੋ ਦੋਸ਼ ਦੇਹ ਤੂੰ ਪ੍ਰਾਣੀ, ਸਭ ਆਪਣਾ ਕੀਆ ਕਰਾਰਾ ਹੈ। ਸੋ ਇਸ ਪ੍ਰਕਾਰ ਰੱਬ ਦੇ ਹੁਕਮ ਅੰਦਰ ਜਿਹੋ ਜੀ ਚੰਗੀ ਮੰਦੀ ਮੱਤ ਆ, ਉਹਦੇ ਅਨੁਸਾਰ ਜੀਵ ਕਰਮ ਕਮਾਉਂਦੇ ਨੇ, ਉਹਦੇ ਅਨੁਸਾਰ ਹੀ ਸਜ਼ਾ, ਦੁੱਖ ਤੇ ਸੁੱਖ ਇਹਨਾਂ ਨੂੰ ਫਲ ਮਿਲਦਾ ਹੈ। ਮਹੱਲਾ ਦੂਜਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਬਚਨ ਫਰਮਾਉਂਦੇ ਨੇ, ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ। ਜਿਹੜੇ ਲੋਕ ਪਾਰਖੂ ਬਣੇ ਹੁੰਦੇ ਆ, ਹੀਰੇ ਪਰਖਦੇ ਨੇ, ਸੋਨਾ ਪਰਖਦੇ ਆ ਆਦਿਕ, ਮਹਾਰਾਜ ਕਹਿੰਦੇ ਨੇ ਜੇ ਜੀਵ ਆਪਣੇ ਆਪ ਨੂੰ ਪਰਖਣਾ ਜਾਣ ਲੈ। ਮਨ ਮਾਣਕ ਜਨ ਪਰਖਿਆ ਗੁਰਸਬਦੀ ਵਿਚਾਰ, ਤੇ ਨਰ ਵਿਰਲੇ ਜਾਣੀਏ ਕਲਯੁਗ ਵਿੱਚ ਸੰਸਾਰ। ਜਿਹੜਾ ਆਪਣੇ ਆਪ ਨੂੰ ਪਰਖਣਾ ਜਾਣਦਾ ਹੈ ਤਾਂ ਪਾਰਖ ਜਾਣ, ਉਸ ਨੂੰ ਪਾਰਖੂ ਜਾਣਨਾ ਚਾਹੀਦਾ। ਫਿਰ ਹਜ਼ੂਰ ਕਹਿੰਦੇ ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਨ। ਜਿਹੜਾ ਸਿਆਣਾ ਵੈਦ ਹੈ ਉਹਨੂੰ ਸਿਆਣਾ ਵੈਦ ਮੰਨਿਆ ਜਾਏਗਾ। ਜੋ ਵੀ ਕੋਈ ਵੈਦ ਆਪਣੇ ਆਪ ਨੂੰ ਸਿਆਣਾ ਕਹਾਉਂਦਾ ਹੈ ਉਸ ਨੂੰ ਸਿਆਣਾ ਵੈਦ ਤਾਂ ਹੀ ਮੰਨਿਆ ਜਾਏਗਾ ਜਿਹੜਾ ਰੋਗ ਨੂੰ ਵੀ ਬੁੱਝ ਲੈ ਅਤੇ ਉਸ ਰੋਗ ਦਾ ਦਾਰੂ ਵੀ ਜਾਣਦਾ ਹੋਵੇ। ਹੋਰਨਾਂ ਦੇ ਰੋਗ ਤਾਂ ਅਸੀਂ ਬੁੱਝਦੇ ਫਿਰਦੇ ਹਾਂ, ਪਰ ਆਪਣੇ ਰੋਗ ਨਹੀਂ ਜਾਣਦੇ, ਨਾ ਉਹਨਾਂ ਦਾ ਕੋਈ ਇਲਾਜ। ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਆਇਆ ਸੀ ਹਰਦਾਸ ਨਾਂ ਦਾ ਵੈਦ। ਵੈਦ ਬੁਲਾਇਆ ਵੈਦਗੀ ਪਕੜ ਢੰਡੋਲੇ ਬਾਂਹ, ਭੋਲਾ ਵੈਦ ਨਾ ਜਾਣੇ ਕਰਕ ਕਲੇਜੇ ਮਾਹੇ। ਵੈਦਾ ਵੈਦ ਸੁਵੈਦ ਤੂੰ ਪਹਿਲਾ ਰੋਗ ਪਛਾਣ। ਐਸਾ ਦਾਰੂ ਲੋੜ ਲਹੋ ਜਿਤ ਵੰਝਿਆ ਰੋਗਾ ਘਾਣ। ਜਿਤ ਦਾਰੂ ਰੋਗ ਉੱਠੀਆ ਤਨ ਸੁਖ ਵਸੈ ਆਏ। ਰੋਗ ਗਵਾਏ ਹੈ ਆਪਣਾ ਤਾਂ ਨਾਨਕ ਵੈਦ ਸਦਾਏ। ਰੋਗ ਵੀ ਬੁੱਝਦਾ ਹੋਵੇ ਵੀ ਜੀਆਂ ਨੂੰ ਰੋਗ ਕਿਹੜਾ ਲੱਗਾ ਆ। ਜਿਵੇਂ ਹਉਮੈ ਦਾ ਰੋਗ ਸਾਨੂੰ ਚੰਬੜਿਆ ਆ ਅਤੇ ਦਾਰੂ ਗੁਰੂ ਕਾ ਸ਼ਬਦ ਆ। ਇਸ ਤਰ੍ਹਾਂ ਰੋਗ ਅਤੇ ਦਾਰੂ ਦੋਵਾਂ ਨੂੰ ਜੋ ਬੁੱਝਦਾ ਹੈ ਤਾਂ ਵੈਦ ਸੁਜਾਨ, ਤਾਂ ਉਹ ਸੁਜਾਨ ਦਾਨਾ ਪ੍ਰਧਾਨਾ ਸਿਆਣਾ ਵੈਦ ਹੈ। ਵਾਟ ਨਾ ਕਰੇ ਮਾਮਲਾ ਜਾਣਾ ਮਹਿਮਾਨ। ਇਹੋ ਜਿਹਾ ਕਿਹੜਾ ਹੁੰਦਾ ਜੀ ਵੈਦ? ਮਹਾਰਾਜ ਕਹਿੰਦੇ ਵਾਟ ਰਸਤੇ ਤੁਰਿਆ ਜਾਂਦਾ, ਮਾਮਲੇ ਝਗੜੇ ਨਾ ਗਲ 'ਚ ਪਾਏ। ਲੋਕਾਂ ਦੇ ਨਾਲ ਤੁਰਿਆ ਜਾਂਦਾ, ਰਸਤੇ ਵਿੱਚ ਨਾ ਖਿਬੜੀ ਜਾਏ। ਜਾਣਾ ਮਹਿਮਾਨ, ਆਪਣੇ ਆਪ ਨੂੰ ਮਹਿਮਾਨ ਜਾਣੇ, ਮੁਸਾਫਰ ਜਾਣੇ ਕਿ ਇਸ ਦੁਨੀਆ ਵਿੱਚ ਮੈਂ ਮੁਸਾਫਰ ਹਾਂ। ਅਤੇ ਗੁਰਮੁਖ ਮਾਰਗ ਚੱਲਣਾ ਛੱਡ ਸੱਜਾ ਖੱਬਾ। ਸੱਜੇ ਖੱਬੇ ਆਸੇ ਪਾਸੇ ਵੇਖਣਾ, ਕਦੇ ਇੱਧਰ ਨੂੰ ਝਗੜਨਾ ਕਦੇ ਉੱਧਰ ਨਾਲ ਝਗੜਨਾ, ਰਸਤੇ 'ਚ ਹੀ ਅਟਕੇ ਰਹਿਣਾ। ਇਸ ਤਰ੍ਹਾਂ ਵਾਟ ਵਿੱਚ ਮਾਮਲਾ ਨਾ ਕਰੇ, ਰਸਤੇ 'ਚ ਕੋਈ ਮਾਮਲਾ ਨਾ ਗਲ ਪਾਏ।
ਆਪਣੇ ਆਪ ਨੂੰ ਜਾਣਦਾ ਹੋਵੇ ਮਹਿਮਾਨ। ਇੱਥੇ ਇਹ ਨਾ ਸਮਝਣਾ ਕਿ ਧਰਮ ਦੀ ਖਾਤਰ ਵੀ ਜੰਗ ਨਾ ਲੜੇ, ਜ਼ੁਲਮ ਦੇ ਖਿਲਾਫ ਨਾ ਬੋਲੇ, ਇਹ ਨਾ ਸਮਝ ਲੈਣਾ। ਦੁਨੀਆਦਾਰੀ 'ਚ ਵਿਚਰਦਾ ਆਇਆ ਐਵੇਂ ਨਜਾਇਜ਼ ਹੀ ਮਾਮਲੇ ਖੜੇ ਕਰਕੇ ਆਪਣੇ ਗਲ 'ਚ ਨਾ ਪਾਏ। ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ। ਮੂਲ ਜਿਹੜਾ ਪਰਮੇਸ਼ਰ ਹੈ ਉਸ ਨੂੰ ਜਾਣ ਕੇ, ਮੁੱਢ ਜਾਣ ਕੇ ਕਿ ਪਰਮੇਸ਼ਰ ਹੀ ਹੈ ਮੁੱਢ ਸਾਰੀ ਸ੍ਰਿਸ਼ਟੀ ਦਾ, ਅਤੇ ਗੱਲਾਂ ਕਰੇ ਉਸ ਵਾਹਿਗੁਰੂ ਦੀਆਂ ਗੱਲਾਂ ਕਰੇ, ਸਿਮਰਨ ਕਰੇ। ਹਾਣ ਲਾਏ ਹਾਣ, ਜਿਹੜੇ ਹਮ ਉਮਰ ਦੇ ਨਾ ਸਾਥੀ ਜਿਹੜੇ ਗੁਰਮੁਖ, ਇਸ ਤਰ੍ਹਾਂ ਉਹਨਾਂ ਦੀ ਸੋਭਤ ਵਿੱਚ ਆਪਣੀ ਉਮਰ ਜਿਹੜੀ ਆ ਉਹ ਗੁਜ਼ਾਰੇ, ਆਪਣੀ ਉਮਰ ਨੂੰ ਗੁਜ਼ਾਰੇ ਸਤਸੰਗਤ ਵਿੱਚ, ਸਤਸੰਗੀਆਂ 'ਚ ਬੈਠਾ ਹੋਏ। ਲੱਭ ਨਾ ਚੱਲੇ ਸੱਚ ਰਹਿ ਸੋ ਵਿਸ਼ਟ ਪ੍ਰਵਾਨ। ਲੱਭ ਲੋਭ ਵਿੱਚ ਨਾ ਚੱਲੇ, ਆਪਣੇ ਜੀਵਨ ਨੂੰ ਨਾ ਬਤੀਤ ਕਰੇ, ਸੱਚ ਪਰਮੇਸ਼ਰ ਦੇ ਨਾਮ ਵਿੱਚ ਲੱਗਾ ਰਹੇ। ਸੋ ਵਿਸ਼ਟ ਪ੍ਰਵਾਨ, ਉਹ ਪ੍ਰਵਾਨ ਈਕ ਵਿਚੋਲਾ ਬਣ ਜਾਏਗਾ ਦੂਜਿਆਂ ਵਾਸਤੇ ਵੀ, ਕਬੂਲ ਹੋਣ ਵਾਲਾ ਵਿਚੋਲਾ ਬਣ ਜਾਏਗਾ ਵਾਹਿਗੁਰੂ ਦੀ ਦਰਗਾਹ ਵਿੱਚ, ਕਿ ਹੋਰਨਾਂ ਨੂੰ ਵੀ ਤਾਰਤਾ ਇਸ ਨੇ, ਇਹਦੀ ਸੰਗਤ ਰਾਹੀਂ ਹੋਰ ਵੀ ਤਰੇ ਨੇ। ਸਰ ਸੰਧੇ ਆਗਾਸ ਕਿਉਂ ਪਹੁੰਚੈ ਬਾਣ। ਜਿਹੜਾ ਆਕਾਸ਼ ਵੱਲ ਨੂੰ ਸਰ ਤੀਰ ਸਿੰਧ ਕੇ ਚਲਾਏ, ਕਿਉਂ ਪਹੁੰਚੈ ਬਾਣ। ਉਹ ਅਸਮਾਨ 'ਤੇ ਤਾਂ ਤੀਰ ਨਹੀਂ ਪਹੁੰਚ ਸਕਦਾ, ਅੱਗੇ ਉਹ ਅਗੰਮ ਹੈ ਵਾਹਿਦੜ ਜਾਣ। ਅੱਗੇ ਅਗਲੇ ਪਾਸੇ ਤਾਂ ਅਗੰਮ ਅਪਹੁੰਚ ਆ ਜਿਹੜਾ ਅਸਮਾਨ ਹੈ, ਅਤੇ ਇਸ ਕਰਕੇ ਜਿਹੜਾ ਵਾਹੁਣ ਵਾਲਾ ਨਾ, ਤੀਰ ਨੂੰ ਵਾਹੁਣ ਵਾਲਾ, ਚਲਾਉਣ ਵਾਲਾ, ਉਹ ਤੀਰ ਫਿਰ ਉਲਟਾ ਉਹਨੂੰ ਜਾ ਕੇ ਵੱਜੇਗਾ। ਜਿਵੇਂ ਬਚਨ ਹਨ, ਜੇ ਕੋ ਸਰ ਸੰਧਾ ਜਨ ਉੱਪਰ ਫਿਰ ਉਲਟੋ ਤਿਸੈ ਲਗਾਵੈਗੋ। ਇਸ ਤਰ੍ਹਾਂ ਜਿਹੜੇ ਆਕਾਸ਼ ਦੀ ਨਿਆਈ ਮਹਾਤਮਾ ਹਨ ਨਾ, ਜਿਹੜੇ ਵਾਹਿਗੁਰੂ ਦੇ ਦਰ 'ਤੇ ਪ੍ਰਵਾਨ ਹੋਏ ਨੇ, ਉਹਨਾਂ ਵੱਲ ਨੂੰ ਜੇ ਕੋਈ ਨਿੰਦਿਆ ਰੂਪੀ ਤੀਰ ਚਲਾਏਗਾ ਅਤੇ ਉਹਨਾਂ ਤਾਈਂ ਕੀ ਪਹੁੰਚ ਕਰੇਗਾ ਉਹ ਤੀਰ, ਉਹਨਾਂ ਦਾ ਕੀ ਵਿਗਾੜ ਲਵੇਗਾ। ਉਹ ਤਾਂ ਜਿਵੇਂ ਅਸਮਾਨ ਅਗੰਮ ਹੈ, ਉਹ ਤਾਂ ਬਹੁਤ ਉੱਚੇ ਹੋ ਗਏ ਨੇ, ਅਤੇ ਜਿਹੜਾ ਤੀਰ ਚਲਾਉਣ ਵਾਲਾ ਫਿਰ ਉਹਦੇ ਹੀ ਆ ਕੇ ਵੱਜਦਾ, ਉਹਨੂੰ ਹੀ ਦੁੱਖ ਦਿੰਦਾ ਉਹ। ਪੌੜੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਵਚਨ ਫਰਮਾਉਂਦੇ ਨੇ, ਨਾਰੀ ਪੁਰਖ ਪਿਆਰ ਪ੍ਰੇਮ ਸਿਗਾਰੀਆਂ। ਜਿਹੜੀ ਨਾਰੀ ਇਸਤਰੀ ਪੁਰਖ ਦੇ ਨਾਲ, ਪਤੀ ਦੇ ਨਾਲ ਪਿਆਰ ਕਰਦੀ ਹੈ, ਭਾਵ ਪਤੀ ਕੌਣ ਹੈ? ਵਾਹਿਗੁਰੂ। ਨਾਰੀ ਹੈ ਜੀਵ। ਇਹ ਜੀਵ ਰੂਪ ਨਾਰੀ ਜੋ ਪੁਰਖ ਪਰਮਾਤਮਾ ਪਤੀ ਦੇ ਪਿਆਰ ਵਿੱਚ ਹੈ, ਪ੍ਰੇਮ ਸਿਗਾਰੀਆਂ, ਉਸ ਪਰਮਾਤਮਾ ਦੇ ਪ੍ਰੇਮ ਦੁਆਰਾ ਹੀ ਉਹ ਸ਼ਿੰਗਾਰੀ ਹੋਈ ਹੈ। ਸਾਰੇ ਸ਼ੁਭ ਗੁਣ ਉਸ ਦੇ ਅੰਦਰ ਆ ਗਏ ਨੇ। ਭਰਤਾ ਕਹੈ ਸੋ ਮੰਨਿ ਇਹੋ ਸ਼ਿੰਗਾਰ ਬਣਾਏਰੀ, ਦੂਜਾ ਭਾਵ ਵਿਸਾਰੀ ਇਹੋ ਤੰਬੋਲਾ ਖਾਏਰੀ। ਗੁਰ ਕਾ ਸ਼ਬਦ ਕਰ ਦੀਪਕੋ ਇਹ ਸਤ ਕੀ ਸੇਜ ਵਿਛਾਏਰੀ, ਆਠ ਪਹਿਰ ਕਰ ਜੋੜ ਰੋ ਤੋ ਭੇਟੈ ਹਰ ਰਾਏਰੀ। ਇਸ ਤਰ੍ਹਾਂ ਪ੍ਰੇਮ ਵਿੱਚ ਹੀ ਸ਼ਿੰਗਾਰੀ ਹੋਈ ਆ ਉਹ, ਜਾਂ ਸ਼ਿੰਗਾਰੀਆਂ ਹੋਈਆਂ ਉਹ ਨਾਰੀਆਂ ਜੋ ਪੁਰਖ ਪਤੀ ਪਰਮਾਤਮਾ ਨਾਲ ਪਿਆਰ ਵਿੱਚ ਹਨ, ਅਤੇ ਇਸ ਪ੍ਰੇਮ ਦੇ ਗੁਣ ਕਰਕੇ ਸ਼ਿੰਗਾਰੀਆਂ ਹੋਈਆਂ ਸ਼ੁਭ ਗੁਣਾਂ ਨਾਲ। ਕਰਨ ਭਗਤ ਦਿਨ ਰਾਤ ਨਾ ਰਹਿਣੀ ਵਾਰੀਆਂ, ਉਹ ਦਿਨੇ ਰਾਤ ਵਾਹਿਗੁਰੂ ਦੀ ਭਗਤੀ ਕਰਦੀਆਂ ਹਨ, ਨਾ ਰਹਿਣੀ ਵਾਰੀਆਂ, ਵਰਜੀਆਂ ਹੋਈਆਂ ਰਹਿੰਦੀਆਂ ਨਹੀਂ। ਜੇ ਕੋਈ ਰੋਕ ਪਾਏ ਉਹਨਾਂ ਦੀ ਭਗਤੀ ਤੋਂ ਉਹ ਵਰਜੀਆਂ ਨਹੀਂ ਰਹਿਣਗੀਆਂ, ਪਰਮਾਤਮਾ ਦੀ ਭਗਤੀ ਤੋਂ ਬਿਨਾਂ ਨਹੀਂ ਰਹਿ ਸਕਦੀਆਂ। ਮਹਿਲਾ ਮੰਝ ਨਿਵਾਸ ਸ਼ਬਦ ਸਵਾਰੀਆਂ, ਜਿਹੜੀਆਂ ਗੁਰੂ ਦੇ ਸ਼ਬਦ ਉਪਦੇਸ਼ ਰਾਹੀਂ ਅੰਦਰੋਂ ਸਵਾਰੀਆਂ ਹੋਈਆਂ ਹਨ, ਮਾਨੋ ਉਹਨਾਂ ਦਾ ਵਾਹਿਗੁਰੂ ਦੇ ਮਹਿਲਾਂ ਵਿੱਚ ਨਿਵਾਸ ਹੈ, ਮਹੱਲਾਂ ਵਿੱਚ ਨਿਵਾਸ ਹੈ ਉਹਨਾਂ ਦੀ। ਜਿਵੇਂ ਰਾਣੀਆਂ ਦਾ ਨਿਵਾਸ ਹੁੰਦਾ, ਇਸ ਤਰ੍ਹਾਂ ਸਰੂਪ ਰੂਪੀ ਮਹਿਲਾਂ ਵਿੱਚ ਉਹਨਾਂ ਦਾ ਨਿਵਾਸ ਹੋ ਗਿਆ। ਸੱਚ ਕਹਿਣ ਅਰਦਾਸ ਸੇ ਵਿਚਾਰੀਆਂ, ਉਹ ਵਿਚਾਰ ਵਾਲੀਆਂ, ਵਿਚਾਰਵਾਨਾਂ, ਵਿਚਾਰਵਾਨ ਹੋ ਕੇ ਉਹ ਜੋ ਅਰਦਾਸ ਕਰਦੀਆਂ ਹਨ, ਅਰਦਾਸ ਕਰਦੀਆਂ ਕੁਛ ਮੰਗਣ ਲਈ, ਉਹ ਸੱਚ ਦੀ ਅਰਦਾਸ ਕਹਿੰਦੀਆਂ ਹਨ ਕਿ ਸਾਨੂੰ ਸੱਚ ਦੀ ਪ੍ਰਾਪਤੀ ਹੋਈ ਰਹੇ, ਸੱਚੇ ਨਾਮ ਵਾਸਤੇ ਅਰਦਾਸ ਕਰਦੀਆਂ। ਸੋਹਨ ਖਸਮੈ ਪਾਸ ਹੁਕਮ ਸੁਧਾਰੀਆਂ, ਵਾਹਿਗੁਰੂ ਦੇ ਹੁਕਮ ਦੁਆਰਾ ਹੀ ਪਰਮਾਤਮਾ ਦੇ ਚਰਨਾਂ ਸੁਧਾਰੀਆਂ ਪਹੁੰਚੀਆਂ ਹੋਈਆਂ, ਖਸਮ ਦੇ ਪਾਸ ਹੀ ਬੈਠੀਆਂ ਸੋਭਾ ਪਾਉਂਦੀਆਂ ਹਨ। ਸਰੀਰਕ ਤੌਰ 'ਤੇ ਰੱਬ ਦੇ ਪਿਆਰੇ ਦੁਨੀਆ 'ਚ ਵਿਚਰਦੇ ਨੇ। ਪਰਵਾਸਾ ਬੇਗਮਪੁਰਾ ਸ਼ਹਿਰ ਕੋ ਨਾਉ, ਸੂਖ ਮਹਿਲ ਜਾ ਕੇ ਊਚ ਦੁਆਰੇ, ਤਾ ਮਹਿ ਵਾਸੈ ਭਗਤ ਪਿਆਰੇ। ਸਹਿਜ ਕਥਾ ਪ੍ਰਭ ਕੀ ਅਤ ਮੀਠੀ, ਵਿਰਲੇ ਕਾਹੂ ਨੇਤਰੋਂ ਡੀਠੀ। ਸੋ ਇਸ ਪ੍ਰਕਾਰ ਉੱਥੇ ਉਹ ਖਸਮ ਦੇ ਪਾਸ ਸੋਭਾ ਪਾਉਂਦੀਆਂ ਹਨ, ਹੁਕਮ ਦੁਆਰਾ ਪਹੁੰਚੀਆਂ ਹੋਈਆਂ ਵਾਹਿਗੁਰੂ ਦੀ ਦਰਗਾਹ ਤੱਕ। ਸਖੀ ਕਹਿਣ ਅਰਦਾਸ ਮਨੋਂ ਪਿਆਰੀਆਂ, ਮਨ ਵਿੱਚੋਂ ਪਿਆਰ ਕਰਨ ਵਾਲੀਆਂ, ਪਿਆਰੀਆਂ ਬਣ ਕੇ ਵਾਹਿਗੁਰੂ ਦੇ ਮਨ ਨੂੰ ਪਿਆਰੀਆਂ ਲੱਗਣ ਵਾਲੀਆਂ ਉਹ ਸਖੀਆਂ ਸਹੇਲੀਆਂ ਮਿਲ ਕੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੀਆਂ ਹਨ। ਬਿਨ ਨਾਵੈ ਤ੍ਰਿਗਵਾਸ ਫਿੱਟ ਸੋ ਜੀਵਿਆ, ਉਹ ਕਹਿੰਦੀਆਂ ਵੀ ਵਾਹਿਗੁਰੂ ਦੇ ਨਾਮ ਤੋਂ ਬਗੈਰ ਜਿਹੜਾ ਵਾਸਾ ਹੈ, ਭਾਵੇਂ ਮਹਿਲਾਂ 'ਚ ਵੀ ਨਿਵਾਸ ਹੋਵੇ ਦੁਨਿਆਵੀ ਤੌਰ 'ਤੇ, ਉਹ ਤ੍ਰਿਗਾਕਾਰ ਹੈ, ਉਹ ਤ੍ਰਿਗਵਾਸ ਹੈ, ਲਾਹਣਤ ਯੋਗ ਹੈ, ਅਤਿਨੰਦਨ ਯੋਗ ਹੈ। ਫਿੱਟ ਸੋ ਜੀਵਿਆ,
ਉਹੋ ਜਿਹਾ ਜਿਹੜਾ ਜੀਵਨ ਜੀਵਣਾ ਵਾਹਿਗੁਰੂ ਦੇ ਨਾਮ ਤੋਂ ਬਗੈਰ ਉਹ ਫਿਟਕਾਰਯੋਗ ਹੈ, ਫਿੱਟੇ ਮੂੰਹ ਹੈ। ਉਹੋ ਜਿਹੇ ਜੀਵਨ ਨੂੰ ਫਿੱਟੇ ਮੂੰਹ, ਫਿੱਟ ਹੈ, ਲਾਹਣਤਯੋਗ ਹੈ, ਦੁਰਕਾਰਯੋਗ ਹੈ। ਸ਼ਬਦ ਸਵਾਰੀ ਆਸ ਅੰਮ੍ਰਿਤ ਪੀਵਿਆ, ਜਿਹੜੀ ਜੀਵ ਰੂਪ ਇਸਤਰੀ ਸ਼ਬਦ ਦੁਆਰਾ ਸਵਾਰੀ ਹੋਈ ਹੈ। ਆਸ ਮੁਖ ਦੁਆਰਾ, ਮੁਖ ਰਾਹੀਂ ਉਸਨੇ ਪਰਮੇਸ਼ਰ ਦੇ ਨਾਮ ਦਾ ਅੰਮ੍ਰਿਤ ਪੀਤਾ ਹੈ। ਇਸੇ ਤਰ੍ਹਾਂ ਸ਼ਬਦ ਸਵਾਰੀ ਆਸ, ਉਹਨਾਂ ਨੇ ਗੁਰੂ ਦੇ ਸ਼ਬਦ ਰਾਹੀਂ ਆਪਣੇ ਮਨ ਦੀਆਂ ਬਾਕੀ ਆਸਾਂ ਛੱਡ ਦਿੱਤੀਆਂ ਅਤੇ ਮਨ ਨੂੰ ਸਵਾਰ ਲਈ ਆ ਆਸ। ਆਸਾ ਸਭੈ ਲਾਇਕ ਇੱਕ ਆਸ ਕਮਾਓ, ਵਾਹਿਗੁਰੂ ਦੀ ਹੀ ਆਸ ਰੱਖੀ ਆ ਉਹਨਾਂ ਨੇ ਅਤੇ ਅੰਮ੍ਰਿਤ ਪੀਤਾ ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ। ਮ੍ਰਿਤੂ ਤੋਂ ਆਤਮਿਕ ਜੀਵਨ ਦੇਣ ਵਾਲਾ, ਆਤਮਿਕ ਮੌਤ ਨੂੰ ਖਤਮ ਕਰਨ ਵਾਲਾ ਅੰਮ੍ਰਿਤ ਨਾਮ ਉਹਨਾਂ ਪੀਤਾ। ਸ਼ਲੋਕ ਮਹੱਲਾ ਪਹਿਲਾ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਫਰਮਾਉਂਦੇ ਨੇ, ਮਾਰੂ ਮੀਂਹ ਨਾ ਤ੍ਰਿਪਤਿਆ। ਜਿਹੜਾ ਮਾਰੂ ਥਲ ਹੈ, ਬਰਾਨੀ ਧਰਤੀ ਹੈ, ਰੇਤ ਵਾਲੀ ਰੇਤ ਥਲਾ, ਜਿੰਨਾ ਮਰਜ਼ੀ ਮੀਂਹ ਪਏ ਉਹਦੇ ਨਾਲ ਉਹਦੀ ਤ੍ਰਿਪਤੀ ਨਹੀਂ ਹੁੰਦੀ, ਕਿਉਂਕਿ ਪਾਣੀ ਜਿਹੜਾ ਤਿਲਕ ਜਾਂਦਾ ਨਾ, ਰੇਤ ਵਾਲੀ ਜਗ੍ਹਾ 'ਚ ਠਹਿਰਦਾ ਨਹੀਂ, ਪਾਣੀ ਝੱਟ ਸੁੱਕ ਜਾਂਦਾ, ਨਹੀਂ ਰਹਿੰਦਾ, ਰੇਤ ਖੁਸ਼ਕ ਦੀ ਖੁਸ਼ਕ ਰਹਿ ਜਾਂਦੀ ਹੈ। ਜਿਵੇਂ ਮਾਰੂ ਬਰਾਨੀ ਧਰਤੀ, ਮਾਰੂ ਥਲਾ, ਰੇਤ ਥਲਾ, ਮੀਂਹ ਨਾਲ ਤ੍ਰਿਪਤ ਨਹੀਂ ਹੁੰਦਾ। ਅੱਗੀ ਲਹੈ ਨਾ ਭੁੱਖ, ਅਤੇ ਅੱਗ ਨੂੰ ਜਿਹੜੀ ਸਾੜਨ ਦੀ ਭੁੱਖ ਹੈ, ਲੱਕੜਾਂ ਆਦਿਕਾਂ ਨੂੰ, ਪਦਾਰਥਾਂ ਨੂੰ, ਜਿੰਨੇ ਮਰਜ਼ੀ ਪਦਾਰਥ ਸੁੱਟੀ ਜਾਈਏ, ਲੱਕੜਾਂ ਦੇ ਢੇਰਾਂ ਦੇ ਢੇਰ ਪਾਈ ਜਾਈਏ, ਜਦੋਂ ਮੱਚਦੀ ਹੁੰਦੀ ਅੱਗ, ਉਹ ਉਸ ਅੱਗ ਦੀ ਭੁੱਖ ਨਹੀਂ ਲੈਂਦੀ ਹੈ, ਉਹ ਸੜੀ ਜਾਂਦੀ ਹੈ, ਹੋਰ ਮੱਚਦੀ ਹੈ, ਹੋਰ ਮੱਚਦੀ। ਰਾਜਾ ਰਾਜ ਨਾ ਤ੍ਰਿਪਤਿਆ, ਕੋਈ ਰਾਜ ਕਰਨ ਵਾਲਾ ਰਾਜਾ, ਜਿੱਡਾ ਮਰਜ਼ੀ ਵਿਸ਼ਾਲ ਰਾਜ ਉਹਦੇ ਕੋਲ ਹੋਵੇ, ਜਿੰਨੇ ਮਰਜ਼ੀ ਹੀਰੇ ਲਾਲ ਜਵਾਹਰਾਤ ਹੋਣ, ਖਜ਼ਾਨੇ ਭਰੇ ਹੋਏ ਹੋਣ, ਉਹਦੀ ਲਾਲਸਾ ਜਿਹੜੀ ਤ੍ਰਿਪਤ ਨਹੀਂ ਹੁੰਦੀ, ਹੋਰ ਰਾਜ ਵਧਾਉਣ ਦੀ ਇੱਛਾ ਹੁੰਦੀ ਹੈ। ਰਾਜ ਕਰਕੇ ਕੋਈ ਰਾਜਾ ਤ੍ਰਿਪਤਿਆ ਨਹੀਂ, ਜਾਂ ਬਹੁਤ ਲੰਮਾ ਸਮਾਂ ਜਿਉਂਦਾ ਰਹਿ ਕੇ ਰਾਜ ਕਰਨ ਦੀ ਲਾਲਸਾ ਹੈ। ਰਾਜ ਵਿੱਚ ਵੀ ਕੋਈ ਰਾਜਾ ਨਹੀਂ ਤ੍ਰਿਪਤ ਨਹੀਂ ਹੋਇਆ, ਉਹਦੀ ਤ੍ਰਿਸ਼ਨਾ ਨਹੀਂ ਦੂਰ ਹੋਈ। ਸਾਇਰ ਭਰੇ ਕਿਸੁਕ, ਸਮੁੰਦਰਾਂ ਨੂੰ ਕਿਸ ਨੇ ਭਰਿਆ ਕਦੇ? ਇਹ ਕਿਸੁਕ ਪਾਠ ਹੈ, ਸਮੁੰਦਰ ਕਿਸ ਦੁਆਰਾ ਭਰੇ ਗਏ ਨੇ, ਕਦੇ ਸਮੁੰਦਰਾਂ ਨੂੰ ਵੀ ਕੋਈ ਭਰ ਸਕਿਆ। ਸੋ ਇਸੇ ਪ੍ਰਕਾਰ ਸਾਇਰ ਭਰੇ ਕੇ ਸੁੱਕ, ਜਿਹੜੇ ਭਰੇ ਹੋਏ ਪਾਣੀ ਦੇ ਸਾਇਰ ਸਮੁੰਦਰ ਨੇ, ਉਹਨਾਂ ਨੂੰ ਸੁੱਕ ਜਿਹੜੀ ਉਹ ਕੀ ਕਰ ਸਕਦੀ ਹੈ। ਇਸ ਤਰ੍ਹਾਂ ਦੂਜਾ ਅਰਥ ਕੀਤਾ, ਦੂਜੇ ਢੰਗ ਨਾਲ ਪਾਠ ਕਰਕੇ, ਪਰ ਟਕਸਾਲੀ ਪਾਠ ਸੰਪਰਦਾਇ ਕੇ ਸੁੱਕ ਇਕੱਠਾ ਹੈ। ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾਂ ਪੁੱਛ, ਜੋ ਰੱਬ ਦੇ ਪਿਆਰਿਆਂ ਨੂੰ ਵਾਹਿਗੁਰੂ ਦੇ ਸੱਚੇ ਨਾਮ ਦੀ ਤ੍ਰਿਸ਼ਨਾ ਹੈ ਨਾ, ਉਹ ਕੀਤੀ ਪੁੱਛਾਂ ਪੁੱਛ, ਕਿੰਨੀ ਕੁ ਪੁੱਛ ਕੇ ਦੱਸਾਂ, ਕਿੰਨੀ ਕੁ ਉਹਦੀ ਪੁੱਛ ਪ੍ਰਤੀਤ ਕਰੀਏ, ਕਿੱਥੋਂ ਤੱਕ ਦੱਸੀਏ। ਸੋ ਇਸ ਪ੍ਰਕਾਰ ਦੱਸੀ ਨਹੀਂ ਜਾ ਸਕਦੀ ਕਿ ਸੱਚੇ ਨਾਮ ਦੀ ਭੁੱਖ ਕਿੱਡੀ ਕੁ ਤੀਬਰ ਹੈ ਵਾਹਿਗੁਰੂ ਦੇ ਪਿਆਰਿਆਂ ਨੂੰ। ਮਹੱਲਾ ਦੂਜਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਸ਼ਲੋਕ ਹੈ, ਨੇ ਫਲਾਉ ਤਸ ਜਨਮਸ ਜਾਵਤ ਬ੍ਰਹਮ ਨ ਬਿੰਦਤੇ। ਜਦੋਂ ਤੱਕ ਇਹ ਜੀਵ ਬ੍ਰਹਮ ਪਰਮੇਸ਼ਰ ਨੂੰ ਨਾ ਬਿੰਦਤੇ ਨਹੀਂ ਜਾਣ ਲੈਂਦੇ, ਪਛਾਣ ਨਹੀਂ ਪ੍ਰਾਪਤ ਕਰ ਲੈਂਦੇ ਵਾਹਿਗੁਰੂ ਨਾਲ, ਉਹਦੀ ਜੋਤ ਦਾ ਜਿਹੜਾ ਫੈਲਾਓ ਹੈ ਸਾਰੀ ਸ੍ਰਿਸ਼ਟੀ ਅੰਦਰ, ਉਸ ਨੂੰ ਨਹੀਂ ਜਾਣ ਲੈਂਦੇ, ਤਸ ਤਿੰਨਾਂ ਪੁਰਸ਼ਾਂ ਦਾ ਉਦੋਂ ਤੱਕ ਮਨੁੱਖਾ ਜਨਮ ਨਿਸਫਲ ਹੈ। ਸਾਗਰੰ ਸੰਸਾਰਸ, ਜਿਹੜਾ ਸੰਸਾਰ ਹੈ ਇਹ ਸਾਗਰ ਸਮੁੰਦਰ ਦੀ ਨਿਆਈ ਹੈ। ਗੁਰ ਪ੍ਰਸਾਦੀ ਤਰਹ ਕੇ, ਕਈ ਜਿਹੜੇ ਹਨ ਗੁਰਾਂ ਦੀ ਕਿਰਪਾ ਨਾਲ ਤਰਦੇ ਵੀ ਹਨ, ਹੈ ਸੰਸਾਰ ਸਮੁੰਦਰ ਵਰਗਾ, ਪਰ ਕਿ ਕਈ ਗੁਰ ਪ੍ਰਸਾਦੀ ਤਰਹ, ਗੁਰੂ ਦੀ ਕਿਰਪਾ ਨਾਲ ਤਰਦੇ ਹਨ ਇਸ ਸੰਸਾਰ ਸਮੁੰਦਰ ਨੂੰ। ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ। ਹਜ਼ੂਰ ਕਹਿੰਦੇ ਨੇ ਸਾਰੇ ਕਰਨ ਕਰਤੱਬਾਂ ਦਾ ਕਾਰਨ ਰੂਪ ਸਮਰੱਥ ਪਰਮਾਤਮਾ ਅਕਾਲ ਪੁਰਖ ਹੈ। ਤਾਂ ਹਜ਼ੂਰ ਕਹਿੰਦੇ ਨੇ ਕਹੋ ਨਾਨਕ ਵਿਚਾਰ, ਭਾਈ ਉਸੇ ਅਕਾਲ ਪੁਰਖ ਦੀ ਵਿਚਾਰ ਕਰੋ, ਉਸੇ ਦੀਆਂ ਵਿਚਾਰਾਂ ਕਥਨ ਕਰੋ। ਕਾਰਨ ਕਰਤੇ ਵਸ ਹੈ, ਕੋਈ ਵੀ ਕਾਰਜ ਹੁੰਦਾ ਉਹਦੇ ਪਿੱਛੇ ਕਾਰਨ ਹੁੰਦਾ ਹੈ। ਕਾਰਨ ਦਾ ਅਰਥ ਹੈ ਵਜ੍ਹਾ, ਸਬੱਬ, ਢੰਗ, ਤਰੀਕਾ, ਵਿਧੀ। ਕਿਹੜੀ ਆ ਉਹ ਜਿਸ ਕਰਕੇ ਉਹ ਕਾਰਜ ਹੋਇਆ। ਕੋਈ ਕਾਰਨ ਹੋਇਆ ਤੇ ਕਾਰਜ ਹੋਇਆ ਨਾ, ਸਾਰੇ ਕਾਰਨ ਕਰਤੇ ਅਕਾਲ ਪੁਰਖ ਦੇ ਵਸ ਵਿੱਚ ਨੇ। ਜਿੰਨਾ ਵੀ ਕਾਰਨ ਆ ਨਾ ਕਿਸੇ ਕਾਰਜ ਦਾ, ਉਹ ਕਰਤੇ ਦੇ ਵਸ ਵਿੱਚ ਹੈ। ਜਿਨ ਕਲ ਰੱਖੀ ਧਾਰ, ਜਿਸ ਨੇ ਆਪਣੀ ਕਲਾ, ਆਪਣੀ ਸ਼ਕਤੀ ਸੰਸਾਰ 'ਚ ਧਾਰ ਕੇ ਟਿਕਾ ਕੇ ਰੱਖੀ ਹੋਈ ਆ, ਉਹਦੀ ਕਲਾ ਕਰਕੇ ਸੰਸਾਰ ਚੱਲ ਰਿਹਾ। ਪੌੜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਬਚਨ ਫਰਮਾਉਂਦੇ ਨੇ, ਖਸਮੈ ਕੈ ਦਰਬਾਰ ਢਾਡੀ ਵਸਿਆ। ਆਪਣੇ ਆਪ ਨੂੰ ਢਾਡੀ ਕਹਿੰਦੇ ਨੇ, ਅਥਵਾ ਜਿਹੜਾ ਸੇਵਕ ਹੈ ਵਾਹਿਗੁਰੂ ਦਾ ਭਗਤ, ਖਸਮ ਅਕਾਲ ਪੁਰਖ ਦੇ ਦਰਬਾਰ ਵਿੱਚ ਢਾਡੀ ਜਾ ਵਸਿਆ। ਸੱਚਾ ਖਸਮ ਕਲਾਣ ਕਮਲ ਵਿਗਸਿਆ। ਕਲਾਣ ਹੁੰਦਾ ਜਸ ਗਾਉਣਾ ਵਾਹਿਗੁਰੂ ਦਾ। ਜਿਹੜਾ ਖਸਮ ਅਕਾਲ ਪੁਰਖ ਦਾ ਕਲਾਣ ਜਸ ਹੈ ਨਾ, ਉਹਦੇ ਰਾਹੀਂ
ਉਹਦਾ ਹਿਰਦਾ ਕਮਲ ਜਿਹੜਾ ਹੈ ਵਿਗਸਿਆ ਖਿੜਿਆ ਰਹਿੰਦਾ ਹੈ। ਖਸਮੋਂ ਪੂਰਾ ਪਾਏ ਮਨੋ ਰਹੱਸਿਆ, ਜਿਹੜਾ ਪੂਰਨ ਪਰਮਾਤਮਾ ਹੈ ਉਸ ਪੂਰੇ ਖਸਮ ਨੂੰ ਪ੍ਰਾਪਤ ਕਰਕੇ, ਖਸਮ ਕੋਲੋਂ ਪੂਰਾ ਗਿਆਨ ਪ੍ਰਾਪਤ ਕਰਕੇ, ਮਨੋ ਰਹੱਸਿਆ ਮਨ ਕਰਕੇ ਉਹ ਰਹੱਸਿਆ ਆਨੰਦਿਤ ਹੋਇਆ ਹੈ। ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ, ਉਹਨੇ ਆਪਣੇ ਹਿਰਦੇ 'ਚੋਂ ਰੱਬ ਦਾ ਜਸ ਗਾਉਂਦਿਆਂ ਹੋਇਆਂ, ਜਸ ਦੀ ਬਦੌਲਤ, ਵਾਹਿਗੁਰੂ ਦੇ ਜਸ ਦੇ ਪ੍ਰਤਾਪ ਨਾਲ ਜਿਹੜੇ ਦੁਸ਼ਮਨ ਹਨ, ਕਾਮ ਕ੍ਰੋਧ ਮੋਹ ਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਆਸਾ ਤ੍ਰਿਸ਼ਨਾ ਆਦਿਕ, ਉਹਨੇ ਮਾਰ ਕੇ ਕੱਢ ਦਿੱਤੇ, ਭਜਾ ਦਿੱਤੇ ਹਨ। ਅਤੇ ਸੱਜਣ ਜਿਹੜੇ ਇੰਦਰੇ ਹਨ ਨਾ ਉਸਦੇ, ਇਹ ਸਰਸਿਆ ਆਨੰਦਿਤ ਹੋ ਗਏ। ਸੱਜਣ ਇੰਦਰੇ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ, ਜਿਹੜੇ ਸੱਚੇ ਸਤਿਗੁਰੂ ਨੂੰ ਸੇਵਦੇ ਸਿਮਰਦੇ ਹਨ, ਇਹ ਸੱਚਾ ਮਾਰਗ ਹੀ ਦੱਸਿਆ ਉਹਨਾਂ ਨੇ ਅੱਗੇ ਸੰਸਾਰ ਨੂੰ। ਸੋ ਇਸ ਪ੍ਰਕਾਰ ਸੱਚਾ ਸ਼ਬਦ ਵਿਚਾਰ ਕਾਲ ਵਿਧੌਸਿਆ, ਗੁਰਾਂ ਦਾ ਜਿਹੜਾ ਸੱਚਾ ਸ਼ਬਦ ਉਪਦੇਸ਼ ਹੈ ਇਸ ਨੂੰ ਵਿਚਾਰ ਕੇ ਉਹਨਾਂ ਨੇ ਕਾਲ ਨੂੰ ਵਿਧਵੰਸ ਕਰਤਾ, ਨਾਸ ਕੀਤਾ ਹੈ ਕਾਲ ਨੂੰ। ਕਾਲ ਮਾਰ ਮਨਸਾ ਮਨਹਿ ਸਮਾਣੀ ਪਾਇਆ ਨਿਰਮਲ ਨਾਮ, ਕਾਲ ਦਾ ਹੁਣ ਕੋਈ ਪ੍ਰਭਾਵ ਨਹੀਂ ਚੱਲਦਾ। ਸੋ ਇਸ ਪ੍ਰਕਾਰ ਕਾਲੈ ਕਾ ਜੰਮਣ ਮਰਨਾ ਮਿਟ ਗਿਆ, ਕਾਲੈ ਕਾ ਕਿਛ ਨਾ ਬਸਾਏ, ਕਾਲ ਦਾ ਕੋਈ ਵਸ ਨਹੀਂ ਚੱਲਦਾ, ਕਾਲ ਨੂੰ ਮਾਰ ਦਿੱਤਾ। ਢਾਡੀ ਕਥੇ ਅਕਥ ਸ਼ਬਦ ਸਵਾਰਿਆ, ਜਿਹੜਾ ਢਾਡੀ ਗੁਰੂ ਦੇ ਸ਼ਬਦ ਰਾਹੀਂ ਸਵਾਰਿਆ ਹੋਇਆ ਉਹ ਅਕਥ ਪਰਮਾਤਮਾ ਦਾ ਕਥਨ ਕਰਦਾ, ਜਸ ਗਾਉਂਦਾ ਵਾਹਿਗੁਰੂ ਦਾ। ਨਾਨਕ ਗੁਣ ਗਹਿਰਾਸ ਹਰ ਜੀਓ ਮਿਲੇ ਪਿਆਰਿਆ, ਹਜ਼ੂਰ ਫਰਮਾਉਂਦੇ ਨੇ ਕਿ ਉਸ ਨੇ ਵਾਹਿਗੁਰੂ ਦੇ ਗੁਣਾਂ ਦੀ ਰਾਸ ਨੂੰ ਗਹਿ ਗ੍ਰਹਿਣ ਕਰ ਲਿਆ ਹੈ। ਪਰਮਾਤਮਾ ਦੇ ਗੁਣ ਗਾਉਣ ਦੀ ਜਿਹੜੀ ਰਾਸ ਪੂੰਜੀ ਹੈ ਨਾ, ਉਹਨੇ ਇਹ ਪੂੰਜੀ ਜਮ੍ਹਾਂ ਕੀਤੀ ਹੈ। ਹਰ ਜੀਓ ਮਿਲੇ ਪਿਆਰਿਆ, ਉਹ ਆਪਣੇ ਪਿਆਰੇ ਸੇਵਕਾਂ ਨੂੰ ਹਰੀ ਪਰਮਾਤਮਾ ਜੀ ਮਿਲੇ ਹਨ। ਹਰ ਜੀਓ ਮਿਲੇ ਪਿਆਰਿਆ, ਉਹ ਪਿਆਰਾ ਵਾਹਿਗੁਰੂ ਹਰੀ ਜੀ ਉਹਨਾਂ ਦੇ ਤਾਈਂ ਪ੍ਰਾਪਤ ਹੋਇਆ ਹੈ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਬਚਨ ਫਰਮਾਉਂਦੇ ਨੇ, ਖਤਿਓਂ ਜੰਮੇ ਖਤੇ ਕਰ ਨਿਤ ਖਤਿਆਂ ਵਿੱਚ ਪਾਹੇ। ਟਕਸਾਲੀ ਸੰਪਰਦਾਈ ਪਾਠ ਇੰਝ ਹੀ ਹੈ, ਖਤਿਓਂ ਜੰਮੇ ਖਤੇ ਕਰ ਨਿਤ ਖਤਿਆਂ ਵਿੱਚ ਪਾਹੇ। ਔਰ ਦੂਜੇ ਢੰਗ ਨਾਲ ਅਰਥ ਕਰਨ ਲਈ ਪਾਠ ਇੰਝ ਕਰਦੇ ਨੇ, ਖਤਿਓਂ ਜੰਮੇ ਖਤੇ ਕਰਨ ਤਾਂ ਖਤਿਆਂ ਵਿੱਚ ਪਾਹੇ, ਤੱਤਾ ਵੱਖਰਾ ਕਰਕੇ ਤੇ ਨੰਨਾ ਕਰ ਦੇ ਨਾਲ ਲਾ ਕੇ। ਟਕਸਾਲੀ ਜਾਂ ਸੰਪਰਦਾਈ ਪਾਠ ਪਹਿਲਾਂ ਜਿਵੇਂ ਕੀਤਾ, ਅਰਥ ਦੋਵਾਂ ਤਰ੍ਹਾਂ ਨਾਲ ਸੁਣੋ। ਕਹਿੰਦੇ ਜੀਵ ਖਤਿਆਂ ਵਿੱਚੋਂ ਹੀ ਜੰਮੇ, ਖਤੇ ਗੁਨਾਹਾਂ ਵਿੱਚੋਂ। ਸੋ ਇਸ ਪ੍ਰਕਾਰ ਗੁਨਾਹ ਪਿਛਲੇ ਜਨਮਾਂ ਦੇ ਕੀਤੇ ਹਨ, ਉਹਨਾਂ ਦਾ ਫਲ ਭੋਗਣ ਲਈ ਫਿਰ ਜੰਮੇ ਹਨ। ਖਤਿਓਂ ਜੰਮੇ ਖਤੇ ਕਰਨ, ਇਸ ਕਰਕੇ ਖਤੇ ਹੀ ਕਰਦੇ ਹਨ, ਹੁਣ ਵੀ ਗੁਨਾਹ ਕਰਦੇ ਹੋ। ਜਿਹੜੇ ਸੰਸਕਾਰ ਹਨ ਨਾ ਪਿਛਲੇ ਜਨਮਾਂ ਦੇ ਖਤੇ ਕੀਤੇ ਹੋਏ ਸੰਸਕਾਰ ਬਣੇ, ਉਹ ਉਧਰ ਨੂੰ ਪ੍ਰੇਰਦੇ ਨੇ, ਤਾਂ ਹੀ ਖਤੇ ਗੁਨਾਹ ਹੁਣ ਵੀ ਕਰੀ ਜਾਂਦੇ ਨੇ। ਸੋ ਇਸ ਪ੍ਰਕਾਰ ਨਿਤ ਖਤਿਆਂ ਵਿੱਚ ਪਾਹੇ, ਨਿਤ ਹੀ ਖਤਿਆਂ ਵਿੱਚ ਪੈਂਦੇ ਹਨ, ਗੁਨਾਹਾਂ ਵਿੱਚ ਹੀ ਪਈ ਜਾਂਦੇ ਹਨ, ਹੋਰ ਗੁਨਾਹ ਇਕੱਠੇ ਕਰੀ ਜਾਂਦੇ ਨੇ। ਖਤਿਓਂ ਜੰਮੇ ਖਤੇ ਕਰਨ, ਖਤਿਆਂ ਵਿੱਚੋਂ ਗੁਨਾਹਾਂ ਵਿੱਚੋਂ ਜੰਮੇ ਹੁਣ ਵੀ ਖਤੇ ਹੀ ਕਰੀ ਜਾਂਦੇ ਨੇ, ਤਾਂ ਖਤਿਆਂ ਵਿੱਚ ਪਾਹੇ, ਤਾਂ ਖਤਿਆਂ ਗੁਨਾਹਾਂ ਵਿੱਚ ਹੀ ਪਾਏ ਜਾਂਦੇ ਹਨ। ਧੋਤੇ ਮੂਲ ਨਾ ਉਤਰ ਹੈ ਜੇ ਸੋ ਧੋਵਣ ਪਾਹੇ। ਹੋਰ ਅਨੇਕਾਂ ਤਰੀਕਿਆਂ ਨਾਲ ਇਹ ਖਤੇ ਗੁਨਾਹਾਂ ਦੀ ਮੈਲ ਨੂੰ ਧੋਣ ਦਾ ਯਤਨ ਕਰੀਏ ਤੇ ਮੂਲ ਉੱਕਾ ਹੀ ਕਦਾਚਿਤ, ਤੇ ਖਤੇ ਜਿਹੜੇ ਗੁਨਾਹ ਹਨ ਨਾ ਇਹਨਾਂ ਦੀ ਮੈਲ ਉਤਰਦੀ ਨਹੀਂ ਹੈ। ਜੇ 100 ਧੋਵਣ ਪਾਹੇ, ਭਾਵੇਂ ਸੈਂਕੜੇ ਧੋ ਪਾਈਏ, ਭਾਵ ਸੈਂਕੜੇ ਵਾਰੀ ਧੋਣ ਵਿੱਚ ਪਾਈਏ, ਫਿਰ ਵੀ ਇਹ ਧੋਤੇ ਨਹੀਂ ਜਾਂਦੇ ਜਿਹੜੇ ਮਨ ਹਨ ਉਹਨਾਂ ਦੇ। ਨਾਨਕ ਬਖਸ਼ੇ ਬਖਸ਼ੀਆ ਨਾ ਹੈ ਤਪਾਹੀ ਪਾਏ। ਜਿਹੜਾ ਬਖਸ਼ਣਹਾਰ ਪਰਮੇਸ਼ਰ ਹੈ ਨਾ ਅਕਾਲ ਪੁਰਖ, ਉਹ ਜੇ ਬਖਸ਼ ਲਵੇ ਆਹੇ ਤਪਾਹੀ ਪਾਏ, ਬਖਸ਼ੇ ਜਾ ਸਕਦੇ ਹਨ। ਜੇ ਰੱਬ ਬਖਸ਼ੇ ਤਾਂ ਬਖਸ਼ੇ ਜਾਂਦੇ ਨੇ, ਨਾਹੇ ਤਾਂ ਪਾਹੀ ਪਾਏ, ਨਹੀਂ ਤਾਂ ਸਜ਼ਾਵਾਂ ਹੀ ਸਜ਼ਾਵਾਂ ਮਿਲਦੀਆਂ। ਪਨਹੀ ਤੋਂ ਪਾਹੀ ਸ਼ਬਦ ਬਣਿਆ, ਜੁੱਤੀਆਂ ਹੀ ਜੁੱਤੀਆਂ ਪੈਂਦੀਆਂ ਹਨ, ਭਾਵ ਕਰਮਾਂ ਅਨੁਸਾਰ ਮਾੜਾ ਹੀ ਫਲ ਮਿਲਦਾ ਉਹਨਾਂ ਨੂੰ। ਮਹੱਲਾ ਪਹਿਲਾ। ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਐ ਸੁਖ। ਹਜ਼ੂਰ ਪਿੱਛੇ ਜਿਵੇਂ ਬਚਨ ਕੀਤਾ, ਬੋਲਣ ਫਾਦਲ ਨਾਨਕਾ ਦੁੱਖ ਸੁੱਖ ਕਸਮੈ ਪਾਸ, ਇੱਥੇ ਵੀ ਬਚਨ ਫਰਮਾ ਰਹੇ ਨੇ ਕਿ ਜਿਹੜਾ ਦੁੱਖ ਦੇ ਗਿਲਾ ਗੁਜ਼ਾਰੀ ਕਰਨੀ ਹੈ ਨਾ ਵਾਹਿਗੁਰੂ ਪਾਸ, ਜਾਂ ਕਿਸੇ ਦੇ ਅੱਗੇ ਵੀ ਮੇਰਾ ਦੁੱਖ ਦੂਰ ਹੋ ਜਾਏ, ਰੋਈ ਜਾਣਾ, ਦੁੱਖ ਛੱਡ ਕੇ ਤੇ ਸੁੱਖਾਂ ਨੂੰ ਮੰਗੀ ਜਾਣਾ ਜਿਹੜੇ ਦਿਨੇ ਰਾਤ। ਇਹ ਨਹੀਂ ਵਿਚਾਰਨਾ ਕਿ ਮੇਰੇ ਕਰਮਾਂ ਦਾ ਫਲ ਮੈਨੂੰ ਮਿਲ ਰਿਹਾ, ਇਹ ਝੱਖਾਂ ਮਾਰਨੀ ਹੈ, ਝੱਖਣਾ ਵਿਅਰਥ ਬੋਲਣਾ ਹੈ। ਸੋ ਇਹ ਸਮਝਣਾ ਚਾਹੀਦਾ ਵੀ ਦੁੱਖ ਤੇ ਸੁੱਖ ਸਾਡੇ ਕਰਮਾਂ ਦਾ ਫਲ ਹੀ ਸਾਨੂੰ ਮਿਲ ਰਿਹਾ, ਤੇ ਇਸ ਕਰਕੇ ਭੋਗਣਾ ਹੀ ਪਵੇਗਾ। ਦੁੱਖ ਛੱਡ ਕੇ ਤੇ ਸੁੱਖ ਦੀ ਇੱਛਾ ਰੱਖ ਕੇ ਮੰਗੀ ਜਾਣਾ ਸੁੱਖ ਨੂੰ, ਇਹ ਝੱਖਣਾ ਹੈ, ਝੱਖਾਂ ਮਾਰਨੀ ਹੈ, ਵਿਅਰਥ ਬੋਲਣਾ ਹੈ।
ਸੁਖ ਦੁਖ ਦੋਏ ਦਰ ਕੱਪੜੇ। ਵਾਹਿਗੁਰੂ ਦੇ ਦਰ ਤੋਂ ਮਿਲੇ ਹੋਏ ਸੁਖ ਤੇ ਦੁਖ ਰੂਪੀ ਦੋ ਕੱਪੜੇ ਹਨ। ਪਹਿਰਾ ਜਾਏ ਮਨੁੱਖ, ਸੋ ਇਹ ਮਨੁੱਖ ਹੀ ਪਹਿਰਦੇ ਹਨ। ਇੱਥੇ ਮਾਤ ਲੋਕ ਤੇ ਆ ਕੇ ਪਹਿਰ ਕੇ ਹੀ ਜਾਂਦੇ ਸਾਰੇ ਮਨੁੱਖ, ਦੁੱਖ ਵੀ ਤੇ ਸੁਖ ਵੀ। ਦੋ ਕੱਪੜੇ ਮਿਲੇ ਹੋਏ ਨੇ। ਮੰਦ ਕਰਮਾਂ ਦਾ ਫਲ ਦੁੱਖ ਹੈ, ਚੰਗੇ ਕਰਮਾਂ ਦਾ ਫਲ ਸੁਖ ਹੈ। ਇਹ ਪਹਿਰਦੇ ਹੀ ਹਨ ਸਾਰੇ ਮਨੁੱਖ। ਪਹਿਰ ਕੇ ਸਾਰੇ ਇੱਥੋਂ ਜਾਂਦੇ ਨੇ। ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਜਿੱਥੇ ਬੋਲ ਕੇ ਹਾਰ ਹੀ ਪੱਲੇ ਪੈਣੀ ਹੈ ਬੋਲਣ ਦੇ ਨਾਲ, ਉੱਥੇ ਚੁੱਪ ਚੰਗੀ ਹੁੰਦੀ ਹੈ। ਬੋਲੀ ਜਾਣ ਦਾ ਵਿਅਰਥ, ਬੋਲੀ ਜਾਣ ਦਾ ਕੋਈ ਲਾਭ ਤਾਂ ਹੁੰਦਾ ਨਹੀਂ। ਪੌੜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਫਰਮਾਉਂਦੇ ਨੇ, ਚਾਰੇ ਕੁੰਡਾ ਦੇਖ ਅੰਦਰ ਭਾਲਿਆ। ਹਜ਼ੂਰ ਕਹਿੰਦੇ ਪਹਿਲਾਂ ਚਾਰ ਕੁੰਡਾਂ, ਚਾਰ ਦਿਸ਼ਾਵਾਂ ਵਿੱਚ, ਉੱਤਰ ਦੱਖਣ ਪੂਰਬ ਪੱਛਮ, ਭਾਵ ਅਨੇਕਾਂ ਭੇਖ, ਅਨੇਕਾਂ ਸਾਧਨ, ਅਨੇਕਾਂ ਤਰੀਕੇ। ਇਹ ਭਾਲਣਾ, ਹੋਰਨਾ ਚੌਂ ਕੁੰਡਾਂ 'ਚ ਦੌੜੇ ਫਿਰਨਾ। ਚਾਰੇ ਕੁੰਡਾਂ, ਚਾਰ ਖਾਣੀਆਂ, ਅੰਡੇ ਜੀਰਜ ਉਤਪਜ ਸਿਤ ਜੀਵ ਜਿਹੜੇ ਜਨਮ ਲੈਂਦੇ ਨੇ, ਇਹਨਾਂ ਚੌਂ ਕੁੰਡਾਂ 'ਚ ਦੇਖ ਕੇ ਤੇ ਫਿਰ ਅੰਦਰ ਭਾਲਿਆ। ਗੁਰਾਂ ਦੇ ਉਪਦੇਸ਼ ਰਾਹੀਂ ਜਿਹਨੂੰ ਗੁਰਮੁਖ ਖੋਜ ਢੰਡੋਲਿਆ, ਤੈਨੂੰ ਅੰਦਰੋਂ ਹੀ ਸੱਚ ਲੱਧਿਆ। ਅੰਦਰੋਂ ਹੀ ਭਾਲਿਆ ਮਿਲ ਗਿਆ ਵਾਹਿਗੁਰੂ। ਸੱਚਾ ਪੁਰਖ ਅਲੱਖ ਸਿਰਜ ਨਿਹਾਲਿਆ। ਉਹ ਜਿਹੜਾ ਸੱਚਾ ਪੁਰਖ ਹੈ ਨਾ, ਪਰਮਾਤਮਾ, ਅਲੱਖ ਲਖਿਆ ਨਹੀਂ ਜਾਂਦਾ, ਦ੍ਰਿਸ਼ਟੀ ਗੋਚਰ ਨਹੀਂ ਹੁੰਦਾ। ਉਸੇ ਨੇ ਸਿਰਜ ਕੇ ਜਗਤ ਨੂੰ ਨਿਹਾਲਿਆ, ਵੇਖਿਆ, ਸੰਭਾਲ ਕੀਤੀ ਹੈ, ਪਤਾ ਲੱਗ ਗਿਆ। ਸੱਚੇ ਅਕਾਲ ਪੁਰਖ ਜੋ ਅਲੱਖ ਹੈ ਵਾਹਿਗੁਰੂ, ਅਦ੍ਰਿਸ਼ਟ ਗੋਚਰ, ਉਸ ਪਰਮਾਤਮਾ ਨੇ ਸਿਰਜਣਾ ਕਰਕੇ ਜਗਤ ਦੀ ਇਹਨਾਂ ਨੂੰ ਸੰਭਾਲਿਆ ਹੋਇਆ, ਨਿਹਾਲਿਆ, ਵੇਖਦਾ ਉਹ ਆਪ ਹੀ ਹੈ, ਸਾਰ ਸੰਭਾਲ ਕਰਦਾ। ਉਜੜ ਭੁੱਲੇ ਰਾਹ ਗੁਰ ਵੇਖਾਲਿਆ। ਤਾਂ ਹਜ਼ੂਰ ਕਹਿੰਦੇ ਪਹਿਲਾਂ ਔਜੜੇ ਪੈ ਗਏ ਸੀ, ਰਾਹੋਂ ਭੁੱਲ ਗਏ ਸੀ, ਕਿਰਾਏ ਪੈ ਗਏ ਸੀ, ਪਰ ਗੁਰ ਵੇਖਾਲੇ। ਸਤਿਗੁਰੂ ਮਹਾਰਾਜ ਨੇ ਵਿਖਾਲਿਆ ਹੁਣ ਸਹੀ ਰਸਤਾ, ਅਥਵਾ ਸਤਿਗੁਰੂ ਜੀ ਨੇ ਸਾਨੂੰ ਵਿਖਾਲਿਆ ਹੈ ਕਿ ਇਹ ਸੰਸਾਰ ਦੇ ਜੀਵ ਗੁਰੂ ਪਰਮੇਸ਼ਰ ਦੇ ਦੱਸੇ ਰਾਹ ਤੋਂ ਭੁੱਲ ਕੇ ਤੇ ਔਜੜੇ ਪਏ ਹੋਏ ਨੇ। ਉਜਾੜ ਬੀਆਬਾਨ 'ਚ ਔਜੜੇ ਪੈ ਜਾਣਾ, ਗਲਤ ਰਸਤੇ ਚਲੇ ਜਾਣਾ, ਕੁਰਾਏ ਪੈ ਜਾਣਾ। ਸਤਿਗੁਰ ਸੱਚੇ ਵਾਹ ਸੱਚ ਸੰਭਾਲਿਆ। ਜਿਨ੍ਹਾਂ ਨੇ ਸੱਚ ਨੂੰ ਸੰਭਾਲਿਆ, ਯਾਦ ਕੀਤਾ ਨਾ ਵਾਹਿਗੁਰੂ ਦੇ ਸੱਚੇ ਨਾਮ ਨੂੰ, ਉਹਨਾਂ ਦੇ ਤਾਂ ਹੀ ਸੱਚੇ ਸਤਿਗੁਰਾਂ ਨੇ ਵਾਹ ਸ਼ਾਬਾਸ਼ ਦਿੱਤੀ ਹੈ। ਸੱਚੇ ਸਤਿਗੁਰਾਂ ਨੇ ਉਹਨਾਂ ਨੂੰ ਵਾਹ ਵਾਹ ਕਿਹਾ, ਸਲਾਹਿਆ ਹੈ। ਪਾਇਆ ਰਤਨ ਘਰਾਹੋ ਦੀਵਾ ਬਾਲਿਆ। ਸੋ ਇਸ ਪ੍ਰਕਾਰ ਕਹਿੰਦੇ ਜਿਸ ਵੇਲੇ ਸਤਿਗੁਰੂ ਮਹਾਰਾਜ ਨੇ ਗਿਆਨ ਦਾ ਦੀਵਾ ਬਾਲ ਦਿੱਤਾ ਨਾ ਹਿਰਦੇ 'ਚ, ਤਾਂ ਰਤਨ ਵਸਤੂ ਜਿਹੜੀ ਸੀ ਨਾ, ਰਤਨ ਵਰਗੀ ਅਮੋਲਕ, ਉਹ ਘਰ ਵਿੱਚੋਂ ਹੀ ਪ੍ਰਾਪਤ ਹੋਈ। ਜਿਵੇਂ ਕਬੀਰ ਜੀ ਨੇ ਕਿਹਾ ਹੈ, ਅੰਧਿਆਰੇ ਦੀਪਕ ਚਾਹੀ ਹੈ, ਇੱਕ ਬਸਤਾ ਗੋਚਰ ਲਹੀ ਹੈ, ਬਸਤਾ ਗੋਚਰ ਪਾਈ ਘਟ ਦੀਪਕ ਰਿਹਾ ਸਮਾਏ। ਘਰ 'ਚ ਹਨੇਰੇ 'ਚ ਚੀਜ਼ ਪਈ, ਵਸਤੂ ਪਈ ਹੋਈ ਹੈ, ਉਹ ਪ੍ਰਾਪਤ ਨਹੀਂ ਸਾਨੂੰ, ਉਹਦਾ ਸੁੱਖ ਕੋਈ ਨਹੀਂ। ਤੇ ਦੀਵਾ ਬਾਲਿਆ ਜਾਏ ਤੇ ਹਨੇਰਾ ਦੂਰ ਹੋ ਜਾਏ ਤੇ ਰਤਨ ਜਾਂ ਕੋਈ ਵੀ ਵਸਤੂ ਚਮਕ ਪੈਂਦੀ, ਦਿਸ ਪੈਂਦੀ ਹੈ, ਉਹਨੂੰ ਪ੍ਰਾਪਤ ਕਰਕੇ ਅਸੀਂ ਉਹਦਾ ਸੁੱਖ ਲੈ ਸਕਦੇ ਹਾਂ। ਇਸ ਤਰ੍ਹਾਂ ਕਹਿੰਦੇ ਘਰ ਹਿਰਦੇ ਦੇ ਅੰਦਰ ਨਾਮ ਰੂਪੀ ਰਤਨ ਜਿਹੜਾ ਸੀ ਉਹ ਗੁਪਤ ਹੋ ਰਿਹਾ ਸੀ, ਗਿਆਨ ਰੂਪੀ ਰਤਨ। ਜਦੋਂ ਸੱਚੇ ਪਾਤਸ਼ਾਹ ਨੇ ਉਪਦੇਸ਼ ਰੂਪੀ ਦੀਵਾ ਬਾਲਿਆ ਜਾਂ ਗਿਆਨ ਰੂਪੀ ਦੀਵਾ ਬਾਲਿਆ ਤੇ ਨਾਮ ਰੂਪੀ ਰਤਨ ਘਰੋਂ ਹੀ ਲੱਭ ਲਿਆ। ਸੱਚਾ ਸ਼ਬਦ ਸਲਾਹੇ ਸੁਖੀਏ ਸੱਚ ਵਾਲਿਆ। ਗੁਰਾਂ ਦੇ ਸੱਚੇ ਸ਼ਬਦ ਰਾਹੀਂ ਸਲਾਹ ਕੇ ਸੱਚੇ ਅਕਾਲ ਪੁਰਖ ਨੂੰ ਸੁਖੀਏ ਸੱਚ ਵਾਲਿਆ। ਜਿਹੜੇ ਸੱਚ ਵਾਲਿਆ, ਸੱਚ ਵਾਲੇ ਹਨ, ਉਹ ਸੁਖੀ ਹੋ ਗਏ। ਜਿਹੜੇ ਸੱਚੇ ਸਰੂਪ ਪਰਮੇਸ਼ਰ ਅਕਾਲ ਪੁਰਖ ਨਾਲ ਜੁੜ ਕੇ ਸੱਚ ਦੇ ਧਾਰਨੀ ਬਣ ਗਏ, ਉਹ ਸੁਖੀ ਹੋ ਗਏ। ਨਿਡਰਿਆ ਡਰ ਲੱਗ ਗਰਭ ਸੇ ਗਲਿਆ। ਸੋ ਜਿਹੜੇ ਪ੍ਰਮਾਤਮਾ ਵੱਲੋਂ ਨਿਡਰ ਹੋ ਗਏ, ਪ੍ਰਮਾਤਮਾ ਦੇ ਡਰ ਤੋਂ ਰਹਿਤ, ਉਹ ਉਹਨਾਂ ਨੂੰ ਅਨੇਕਾਂ ਡਰ ਲੱਗੇ, ਅਨੇਕਾਂ ਤਰ੍ਹਾਂ ਦਾ ਦੁਨਿਆਵੀ ਡਰ ਉਹਨਾਂ ਨੂੰ ਚੰਬੜ ਗਿਆ। ਗਰਭ ਸੇ ਗਲਿਆ, ਗਰਭ ਹੰਕਾਰ ਕਰਕੇ ਹੀ ਉਹ ਗਲਿਆ, ਗਲ ਗਏ। ਗਰਭ ਨੇ, ਹੰਕਾਰ ਨੇ ਉਹਨਾਂ ਨੂੰ ਗਾਲ ਹੀ ਸੁੱਟਿਆ। ਨਾਵੋਂ ਭੁੱਲਾ ਜਗ ਫਿਰੈ ਬੇਤਾਲਿਆ। ਹਜ਼ੂਰ ਫਰਮਾਉਂਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਕਿ ਵਾਹਿਗੁਰੂ ਦੇ ਨਾਮ ਵੱਲੋਂ ਭੁੱਲਾ ਹੋਇਆ ਜਿਹੜਾ ਜਗਤ ਹੈ ਨਾ, ਸਾਰਾ ਸੰਸਾਰ, ਇਹ ਬੇਤਾਲਿਆ, ਜੀਵਨ ਦੇ ਤਾਲ ਤੋਂ ਖੁੰਝਿਆ ਹੋਇਆ ਤੁਰਿਆ ਫਿਰਦਾ। ਬਿਨ ਪੂਰੈ ਗੁਰਦੇਵ ਫਿਰੈ ਸ਼ੈਤਾਨਿਆ, ਜਿਵੇਂ ਬਚਨ ਕੀਤੇ ਨੇ। ਇੱਥੇ ਵੀ ਬੇਤਾਲਿਆ, ਤਾਲ ਤੋਂ ਖੁੰਝਿਆ ਹੋਇਆ। ਤੇ ਬੇਤਾਲ ਕਹਿੰਦੇ ਨੇ ਭੂਤਨੇ ਨੂੰ। ਹਜ਼ੂਰ ਕਹਿੰਦੇ ਸਾਰਾ ਜਗਤ ਭੂਤਨਿਆਂ ਦੀ ਤਰ੍ਹਾਂ ਤੁਰਿਆ ਫਿਰਦਾ, ਬੌਲਾ ਹੋਇਆ, ਪਾਗਲ ਹੋਇਆ, ਤਾਲ ਤੋਂ ਖੁੰਝਿਆ ਹੋਇਆ। ਭੂਤਨੇ ਹੀ ਬਣ ਗਏ ਜਗਤ ਦੇ ਜੀਵ, ਜਿਹੜੇ ਪਰਮੇਸ਼ਰ ਦੇ ਨਾਮ ਤੋਂ ਭੁੱਲ ਗਏ ਹਨ। ਨਾਮ ਨੂੰ ਭੁੱਲਾ ਹੋਇਆ ਜਗਤ ਬੇਤਾਲਿਆ ਭੂਤਨਾ ਬਣਿਆ ਫਿਰਦਾ ਹੈ, ਤਾਲ ਤੋਂ ਖੁੰਝਿਆ ਫਿਰਦਾ। ਇਹ ਪਰਮ ਪਵਿੱਤਰ ਉਪਦੇਸ਼
ਸਤਿਗੁਰੂ ਮਹਾਰਾਜ ਜੀ ਨੇ ਸਾਡੇ ਤਾਈਂ ਬਖਸ਼ਿਆ ਹੈ। ਦਾਸ ਦੀ ਬੁੱਧ ਤੁਛ ਹੋਣ ਕਰਕੇ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਕੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।